ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ। ਸ਼ੁੱਕਰਵਾਰ ਦਾ ਦਿਨ ਹੈ, 9:07 ਹੋਏ ਹੈ। ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ ਦਿਨ। ਸਟੂਡੀਓ ਦੀ ਨਿਗਾਹ ਸਟੂਡੀਓ ਦੇ ਵਿੱਚੋਂ ਬਾਹਰ ਵੇਖਦਾ, ਚੁਬਾਰੇ 'ਚੋਂ ਦੁਧੀਆਂ ਪਹਾੜੀਆਂ ਹੋਈਆਂ ਪਈਆਂ, ਬਰਫ ਹੋਈ ਪਈ ਹੈ ਅਤੇ ਬਿਲਕੁਲ ਨੱਕ ਦੀ ਸੇਧ ਗਰੋਸ ਮਾਊਂਟੇਨ ਦਿਖਦੀ ਹੈ, ਜਿਹਦੀ ਗਰੋਸ ਗਰਾਈਂਡ ਨੂੰ ਸਵੇਰ ਦੇ ਸਾਜਰੇ ਸੰਦੇਹਾਂ ਦੇ 4 ਵਜੇ ਦੇ ਸਰਦਾਰ ਗਏ ਹੋਏ। ਅੱਜ ਦੇ ਇਸ ਸ਼ੋਅ ਦੇ ਵਿੱਚ ਗੱਲਬਾਤ ਹੋਏਗੀ ਪੰਜਾਬ ਤੋਂ, ਦੇਸ਼ ਪੰਜਾਬ ਦੇ ਝਰੋਖੇ 'ਚੋਂ ਖਬਰਾਂ ਤੋਂ ਬਾਅਦ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਅੱਜ ਸੈਗਮੈਂਟ ਗੱਲਬਾਤ ਇਹ ਹੋਣੀ ਹੈ ਕਿ ਕੋਈ ਵੀ ਸੰਘਰਸ਼ ਜਦ ਸ਼ੁਰੂ ਹੁੰਦਾ ਹੈ ਤਾਂ ਪਿੰਡਾਂ ਦੇ ਵਿੱਚੋਂ ਬਹਾਦਰ ਪੁੱਤ ਜਦ ਮਹਿਲੀ ਵੜਨ ਨੂੰ ਜਾਂਦੇ ਆ, ਉਹਦਾ ਪ੍ਰੇਰਨਾ ਸਰੋਤ ਕਿੱਥੇ ਪਿਆ। ਇਹ ਵੀ ਨਹੀਂ ਹੈ ਵੀ ਪਿੰਡਾਂ 'ਚ ਬੈਠ ਕੇ ਸਿੱਖ ਇਤਿਹਾਸ ਕੱਲੇ ਨੂੰ ਸੁਣਾਇਆ ਜਾਂਦਾ ਹੈ। ਇਹ ਜਿਹੜੀ ਚੇਤਨਤਾ, ਪ੍ਰੇਰਨਾ ਕਿੱਥੋਂ ਆਉਂਦੀ ਆ ਅਤੇ ਕਿਵੇਂ ਗੱਲ ਚੱਲਦੀ ਹੈ, ਇਹਦੇ 'ਤੇ ਗੱਲ ਅਤੇ ਕਿਵੇਂ ਗੱਲ ਤੁਰਦੀ ਆ ਪਿੰਡ ਦੇ ਵਿੱਚੋਂ ਵੀ ਚਲੋ ਕਰਦੇ ਪਤਾ ਹੀ ਜਦ ਲੱਗਦਾ ਹੈ ਬਈ ਇਹ ਤਾਂ ਗਏ। ਸੋ ਇਹਦੇ 'ਤੇ ਅੱਜ ਗੱਲਬਾਤ ਹੋਏਗੀ। ਹੋਰ ਕੁਝ ਲੋਕਲ ਛੋਟੀਆਂ ਖਬਰਾਂ ਤੁਹਾਡੇ ਸਨਮੁਖ ਕਰਾਂਗਾ, ਉਹਦੇ 'ਤੇ ਵੀ ਤੁਸੀਂ ਸ਼ਾਮਲ ਹੋਣਾ। 604 204 0600 604 204 0600 ਆਉਣ ਨੰਬਰ ਹੈ। ਸ਼ੇਰੇ ਪੰਜਾਬ radio.ca 'ਤੇ ਤੁਸੀਂ ਲਿਸਨ ਲਾਈਵ ਸਿੱਧਾ ਸੁਣ ਸਕਦੇ ਹੋ ਜਿੱਥੇ ਵੀ ਬੈਠੇ ਹੋ। ਊਂ ਤਾਂ 200 ਕਿਲੋਮੀਟਰ ਦੇ ਨੇੜੇ ਟਿਊਨ ਇਨ ਅਤੇ ਤੁਸੀਂ ਸੁੱਚ ਮਰੋੜ ਕੇ 600 AM 'ਤੇ ਸੁਣ ਸਕਦੇ ਹੋ। 600 'ਤੇ ਸੂਈ ਲੈ ਜਾਣੀ ਹੈ, ਜਿਵੇਂ 1550 ਵਾਲੀ ਪਿੱਛੇ ਨੂੰ ਮੋੜ ਕੇ 600 'ਤੇ ਲੈ ਆਉਣੀ ਹੈ। ਬਸ ਇੰਨਾ ਹੀ ਕੰਮ ਹੈ। ਐਪ ਹੁਣ ਮੈਂ ਤੁਹਾਨੂੰ ਕਹੀ ਤਾਂ ਜਾਣਾ, ਛੇਤੀ ਆ ਜਾਣਾ। ਹੁਣ ਜਿਸ ਦਿਨ ਆਊ ਉਸ ਦਿਨ ਨੇ ਦੱਸੂ। ਅਤੇ ਇਹ CKSP ਜਿਹੜਾ 600 AM ਹੈ, ਚੜ੍ਹਦੀ ਕਲਾ ਸ਼ੇਰੇ ਪੰਜਾਬ CKSP। ਰਾਤ ਇਹ ਮੈਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਆਪਾਂ ਨਾਂ ਰੱਖਿਆ ਸੀ CKSP, ਚੜ੍ਹਦੀ ਕਲਾ ਸ਼ੇਰੇ ਪੰਜਾਬ CKSP 600। ਸ਼ੇਰੇ ਪੰਜਾਬ radio.ca 'ਤੇ ਤੁਸੀਂ ਲਿਸਨ ਲਾਈਵ 604 204 0600 604 729 1224 604 729 1224। ਤੁਸੀਂ ਇਸ ਨੰਬਰ 'ਤੇ ਆਪਣੇ ਵਪਾਰਕ ਵਾਧਿਆਂ ਲਈ ਬੇਨਤੀ ਕਰਦਾ ਮੈਂ ਸਾਰੇ ਬਿਜ਼ਨਸ ਵਾਲਿਆਂ ਨੂੰ ਕਿ ਐਡਵਰਟਾਈਜ਼ਮੈਂਟ ਇਸ ਸ਼ੋਅ ਦੇ ਵਿੱਚ ਸਪੋਂਸਰ ਕਰਨ ਲਈ ਜਾਂ ਹੋਰ ਕਿਸੇ ਵੀ ਸ਼ੋਅ ਨੂੰ ਤੁਸੀਂ ਪਸੰਦ ਕਰਦੇ ਹੋ, ਪਲੀਜ਼ ਕਰੋ। 604 729 1224 ਅਤੇ ਪੱਬਾਂ 'ਤੇ ਕਰੀਏ ਕੰਮ। 12 ਨਵੰਬਰ ਇਹੀ ਮਿਜਾਜ ਪੁਰਸ਼ੀ ਤੋਂ ਬਾਅਦ ਪਹਿਲਾਂ ਤਾਂ 15 ਦਿਨ ਢਿੱਲਾ ਮੈਂ ਕਹੀ ਗਿਆ। ਫਿਰ ਜਦ ਆਹ ਪ੍ਰੋਗਰਾਮ ਸ਼ੁਰੂ ਕੀਤਾ ਫਿਰ ਗੱਲ ਚੱਲ ਗਈ ਲੋਕ ਸੱਥ ਕਦ ਤੋਰਨੀ ਹੈ। ਮੈਂ ਕਿਹਾ ਬਈ ਫਰਕ ਕੀ ਹੈ? ਕਹਿੰਦੇ ਨਹੀਂ, ਫਰਕ ਤਾਂ ਫਰਕ ਹੀ ਹੈ, 2 ਘੰਟੇ ਸਾਡੇ ਹੋਰ ਲੰਘਦੇ ਆ। ਸੋਮਵਾਰ ਨੂੰ ਤੁਹਾਡੀ ਸੇਵਾ 'ਚ ਗੁਰੂ ਪਾਤਸ਼ਾਹ ਕਿਰਪਾ ਕਰੇ ਸਿਹਤ ਠੀਕ ਹੋ ਰਹੀ ਹੈ। ਸੋਮਵਾਰ ਨੂੰ ਲੋਕ ਸੱਥ ਵੀ ਸਜਣੀ ਸ਼ੁਰੂ ਹੋਏਗੀ। 12 ਵਜੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ ਮੈਂ 1550 'ਤੇ। ਉੱਧਰਲੇ ਪਾਸਿਓਂ ਵੀ ਮੁੜ ਕੇ ਖੇਲਾ ਪਰਿਵਾਰ ਦੇ ਫੋਨ ਕਿ ਇਹਨੂੰ ਸ਼ੁਰੂ ਕਰੋ। ਹੁਣ ਉਸ ਨੂੰ ਉਹਦਾ ਇੱਕ ਆਪਣਾ ਰੰਗ ਹੈ, ਆਪਣੀ ਇੱਕ ਜਗ੍ਹਾ ਹੈ। ਲੋਕ ਸੱਥ ਪਿਛਲੇ 11 ਵਰ੍ਹਿਆਂ ਤੋਂ ਤੁਹਾਡੇ ਲਈ ਸੱਜ ਰਹੀ ਹੈ। ਸੋ ਸੋਮਵਾਰ ਨੂੰ 12 ਵਜੇ 1550 AM 'ਤੇ KRPI ਰੇਡੀਓ 'ਤੇ ਵੀ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ। ਅਤੇ ਫਿਰ ਬਸ ਚੱਲੀ ਜਾਣੀ ਗੱਲ। ਉਹਦਾ ਆਪਣਾ ਸਵਾਦ ਹੈ, ਹਰਜੀਤ ਸਿੰਘ ਗਿੱਲ ਸ਼ੋਅ ਦੀ ਆਪਣੀ ਗੱਲ ਹੈ। ਦੋਨੇ ਹੀ ਸ਼ੋਅ ਤੁਹਾਡੇ ਲਈ ਸੋਮਵਾਰ ਨੂੰ ਤੁਹਾਡੀ ਸੇਵਾ 'ਚ ਹਾਜ਼ਰ ਕਰਾਂਗਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਸਿਹਤ ਠੀਕ ਰਹੇ। ਤੁਹਾਡੇ ਜਿਹੜੇ ਸਾਰਿਆਂ ਦੇ ਆਸ਼ੀਰਵਾਦ ਅਤੇ ਅਰਦਾਸਾਂ, ਧੰਨਵਾਦ। ਤੇਰੇ ਵਾਂਗ ਹਵਾ ਵਿੱਚ ਵਲ ਪੈਂਦੇ ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ। ਤੇਰੇ ਵਾਂਗ ਹਵਾ ਵਿੱਚ ਵਲ ਪੈਂਦੇ ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ। ਜਦ ਤੇਰਾ ਹਵਾ ਨੂੰ ਨਾ ਦਸੀਏ ਉਹਦੀ ਗੋਦੀ ਤਰੇਲ ਦੇ ਫਲ ਪੈਂਦੇ। ਤੈਨੂੰ ਢੱਕੀ ਦੇ ਵਿੱਚ ਭਾਲਣ ਅਸੀਂ ਨਾਲ ਸ਼ਦਾਈਆਂ ਰਲ ਪੈਂਦੇ। ਤੇਰੀ ਸੂਰਤ ਸਾਡੇ ਨੈਣੀ ਤੱਕ ਲੁੱਕ ਫੁੱਲਾਂ ਥੱਲੇ ਬਲ ਪੈਂਦੇ। ਸਾਡੇ ਸਬਰ ਹੁਸਨ ਦੀ ਕਾਂਗ ਚੜ੍ਹੀ ਲੱਖਾਂ ਢਾਬਾਂ ਦੇ ਕੰਬ ਜਲ ਪੈਂਦੇ। ਅਸੀਂ ਹਨੇਰਾ ਨੂੰ ਮਚਕੋੜਦੇ ਹਾਂ ਜਦ ਰੂਪ ਤੇਰੇ ਦੇ ਛਲ ਪੈਂਦੇ। ਜਦ ਰਾਹ ਨਾ ਸਾਨੂੰ ਲੱਭਦਾ ਕੋਈ ਤਦ ਸੀਨੇ ਸਾਡੇ ਸੱਲ ਪੈਂਦੇ।
ਸਾਡੀ ਖੇਡ ਨੂੰ ਚਾਲੂ ਰੱਖਣ ਲਈ ਤੇਰੇ ਦੀਵੇ ਅੰਬਰੀ ਵਲ ਪੈਂਦੇ, ਤੇਰੇ ਵਾਂਗ ਹਵਾ ਵਿੱਚ ਵਲ ਪੈਂਦੇ, ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ, ਅਸੀਂ ਰੋਹੀਆਂ ਦੇ ਵੱਲ ਚੱਲ ਪੈਂਦੇ। ਕਿਸੇ ਜਾਂਗਲੀ ਨਾਰ ਨੂੰ ਸਰਦਾਰ ਹਰਿੰਦਰ ਸਿੰਘ ਮਹਿਬੂਬ ਲਿਖਦੇ ਨੇ। ਸਰਦਾਰ ਨਵਕਿਰਨ ਸਿੰਘ ਪੱਤੀ ਖਬਰਾਂ ਦੇਸ਼ ਪੰਜਾਬ ਦੀਆਂ ਲੈ ਕੇ ਸਿੰਘੂ ਬਾਰਡਰ ਤੋਂ ਹਾਜ਼ਰ ਨੇ ਤੇ ਮੇਰੇ ਇਸ ਸੈਗਮੈਂਟ ਦੇ ਸਪਾਂਸਰ ਹਨ ਇਨਵੈਸਟਾ ਪ੍ਰਾਈਮ ਰਿਐਲਿਟੀ ਦੇ ਸਰਦਾਰ ਸਤਿੰਦਰਪਾਲ ਸਿੰਘ ਬਰਾੜ। ਇਨਵੈਸਟਾ ਪ੍ਰਾਈਮ ਰਿਐਲਿਟੀ 604 906 74 13 ਫਰੇਜ਼ਰ ਵੈਲੀ ਲੋਅਰ ਮੇਨਲੈਂਡ 'ਚ ਕਿਤੇ ਵੀ ਕੋਈ ਜਾਇਦਾਦ ਖਰੀਦਣੀ ਵੇਚਣੀ, ਕੋਈ ਜਾਇਦਾਦ ਇਕੱਠੀ ਕਰਨੀ, ਟਾਊਨ ਹਾਊਸ ਕੰਡੋ ਦੇ ਵੱਡੀ ਸਾਈਟ ਲੈਂਡ ਅਸੈਂਬਲੀ 604 906 74 13 ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਤਿੰਦਰਪਾਲ ਸਿੰਘ ਬਰਾੜ। ਸਰਦਾਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਿੰਘੂ ਬਾਰਡਰ ਦਿੱਲੀ ਤੋਂ ਮੈਂ ਤੁਹਾਡਾ ਸਾਰਿਆਂ ਨੂੰ ਜਿਹੜੀ ਫਤਿਹ ਬੁਲਾਉਣਾ ਜੀ। ਧੰਨਵਾਦ ਬਹੁਤ ਬਹੁਤ। ਤੇ ਖਬਰਾਂ ਸੰਘਰਸ਼ ਦੀਆਂ ਅਗਲਾ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਤੋਂ ਪਹਿਲਾਂ ਗੱਲਬਾਤ ਕਿੱਥੇ ਖੜੀ, ਕਿੱਥੇ ਟੁੱਟੀ, ਹੋ ਕੀ ਰਿਹਾ? ਕੱਲ ਇੱਕ ਬੜੇ ਦਾਨਸ਼ਮੰਦ ਸੱਜਣ ਨੇ ਗੱਲ ਕੀਤੀ, ਕਹਿੰਦੇ 20 30 31 ਜਥੇਬੰਦੀਆਂ ਨੇ, ਕਿਤੇ 8-10 ਜਿਹੜੇ ਕਮਜ਼ੋਰੇ ਨੇ ਅੰਦਰ ਬਾੜ ਕੇ ਕਿਤੇ ਟੈਚੀ ਨੋਟਾਂ ਦਾ ਹੀ ਨਾ ਦੇ ਦੇਣ, ਕਿਤੇ ਕੋਈ ਗੜਬੜ ਤਾਂ ਨਹੀਂ ਹੋ ਜੂ। ਕਿਹੋ ਜੀ ਗੱਲਬਾਤ ਚੱਲ ਰਹੀ ਹੈ ਇੱਥੇ? ਗਿੱਲ ਸਾਹਿਬ, ਗੱਲਬਾਤ ਇਹ ਚੱਲ ਰਹੀ ਹੈ ਜੀ ਕਿ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਅੱਜ ਮੀਟਿੰਗ ਸੀ। ਮੈਂ ਖੁਦ ਅਚਾਨਕ ਉਸ ਮੀਟਿੰਗ ਦੇ ਵਿੱਚ ਕਿਸੇ ਸਬੱਬ ਦੇ ਨਾਲ ਗਿਆ ਔਰ ਮੈਂ ਦੇਖਿਆ ਕਿ ਉਸ ਮੀਟਿੰਗ ਦੇ ਵਿੱਚ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਸਾਰਿਆਂ ਨੂੰ ਇਹ ਪਤਾ ਹੈ ਕਿ ਹੁਣ ਐਜੂਕੇਸ਼ਨ ਸਿਰਫ ਉਹਨਾਂ ਦੇ ਹੱਥ ਦੇ ਵਿੱਚ ਨਹੀਂ। ਐਜੂਕੇਸ਼ਨ ਜਿਹੜਾ ਇੱਕ ਸਲੋਗਨ ਹੁੰਦਾ ਗਿੱਲ ਸਾਹਿਬ, ਟੂ ਦਾ ਮਾਸਟੇਜ ਫਰੋਮ ਦਾ ਮਾਸਟੇਜ, ਕਿ ਲੋਕਾਂ ਦੇ ਹੱਥ ਦੇ ਵਿੱਚ ਹੈ। ਅੱਛਾ, ਹੁਣ ਲੋਕ ਜਿਹੜੇ ਉਹਨਾਂ ਦੇ ਹੱਥ ਦੇ ਵਿੱਚ ਐਜੂਕੇਸ਼ਨ ਹੈ ਔਰ ਇਸ ਐਜੂਕੇਸ਼ਨ ਦੇ ਵਿੱਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਮਿੱਤਰ ਸ਼ਾਹ ਨੂੰ ਵੀ ਮਿਲਦਾ ਨਾ, ਆਪਾਂ ਅੱਗੇ ਚੱਲ ਕੇ ਵਿਸਤਾਰ ਸਹਿਤ ਗੱਲ ਵੀ ਕਰਾਂਗੇ, ਉਹ ਵੀ ਉਹਦੇ ਕੰਨ 'ਚ ਫੂਕ ਮਾਰ ਕੇ ਗਿਆ ਵੀ ਹੁਣ ਐਜੂਕੇਸ਼ਨ ਨਿਕਲ ਚੁੱਕੀ ਹੈ, ਇਹ ਐਜੂਕੇਸ਼ਨ ਹੁਣ ਲੋਕਾਂ ਦੀ ਬਣ ਚੁੱਕੀ ਹੈ ਔਰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੀ ਪਤਾ ਹੈ। ਦੇਖੋ ਜਿਹੜੀਆਂ ਮੈਂ ਕਿਉਂਕਿ ਮੂਹਰਲੇ ਕਾਫਲਿਆਂ ਦੇ ਵਿੱਚ ਸੀ, ਸਾਰਾ ਕੁਛ ਮੈਂ ਅੱਖੀਂ ਦੇਖਿਆ ਕਿ ਇੱਥੇ ਜਿਹੜਾ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੋੜ ਕੇ ਲਿਆਉਣ ਵਾਲੇ ਸੀ ਉਹ ਲੋਕ ਸੀ ਔਰ ਇੱਥੇ ਡਟਣ ਵਾਲੇ ਕੌਣ ਸੀ? ਉਹ ਲੋਕ ਸੀ। ਔਰ 2 ਕਿਸਾਨ ਆਗੂ ਗਿੱਲ ਸਾਹਿਬ 31 ਚੋਂ ਖੜੇ, ਮੈਂ ਇਸ ਗੱਲ ਦਾ ਗਵਾਹਾਂਗਾ। ਔਰ 31 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ 2 ਕਿਸਾਨ ਆਗੂ ਅਰਗੇ, ਸਭ ਤੋਂ ਪਹਿਲਾਂ ਇੱਕ ਸਰਜੀਤ ਸਿੰਘ ਫੂਲ ਸਭ ਤੋਂ ਪਹਿਲਾਂ ਅੜਨ ਵਾਲਾ ਸੀ, ਦੂਸਰਾ ਸੀ ਨਿਰਭੈ ਸਿੰਘ ਢੁੱਡੀ ਕੇ, ਜਿਨ੍ਹਾਂ ਨੇ ਕਿਹਾ ਸੀ ਕਿ ਇੱਥੇ ਹੀ ਅੜਨਾ ਹੈਗਾ, ਇੱਥੇ ਹੀ ਖੜਨਾ ਹੈਗਾ। ਔਰ ਉਸ ਤੋਂ ਬਾਅਦ ਬਾਕੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਅੜੀਆਂ। ਤਾਂ ਇਹ ਜਿਹੜੇ ਲੋਕਾਂ ਦੀ ਕਚਹਿਰੀ ਆ, ਲੋਕਾਂ ਦੀ ਕਚਹਿਰੀ ਦੇ ਵਿੱਚ ਅੱਜ ਇਹ ਫੈਸਲਾ ਹੋ ਚੁੱਕਿਆ ਕਿ 8 ਦਸੰਬਰ ਨੂੰ ਪੂਰਾ ਭਾਰਤ ਬੰਦ ਕੀਤਾ ਜਾਊ। ਔਰ ਇੱਥੇ ਗਿੱਲ ਸਾਹਿਬ ਹੁਣ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗੱਲ ਇਹ ਚੱਲਦੀ ਸੀ ਵੀ ਪੰਜਾਬ ਤੇ ਹਰਿਆਣਾ ਆ ਗਏ, ਕੇਂਦਰ ਸਰਕਾਰ ਦੇ ਵਿੱਚੋਂ ਕੁਛ ਕਨਸੂਹਾਂ ਆ ਰਹੀਆਂ ਸੀ ਵੀ ਪੰਜਾਬ ਤੇ ਹਰਿਆਣਾ ਨੂੰ ਜਿਹੜਾ ਉਹ MSP ਦਿੱਤੀ ਜਾ ਸਕਦੀ ਆ। ਪਰ ਅੱਜ ਪੱਛਮੀ ਬੰਗਾਲ ਵੀ ਇੱਥੇ ਆ ਗਿਆ, ਯੂਪੀ ਵਾਲਿਆਂ ਨੇ ਗਾਜ਼ੀਆਬਾਦ ਬਾਰਡਰ ਕੱਲ੍ਹ ਘੇਰ ਲਿਆ, ਤੋ ਦਿੱਲੀ ਹੁਣ ਪੰਜਾਬ ਤੇ ਹਰਿਆਣਾ ਵਾਲਿਆਂ ਨੇ ਨਹੀਂ, ਯੂਪੀ ਵਾਲਿਆਂ ਨੇ ਵੀ ਗਾਜ਼ੀਆਬਾਦ ਬਾਰਡਰ ਤੋਂ ਘੇਰ ਲਿਆ, ਉਧਰੋਂ ਨੋਇਡਾ ਵਾਲਾ ਘੇਰ ਲਿਆ, ਉਧਰੋਂ ਪੱਛਮੀ ਬੰਗਾਲ ਤੋਂ ਬਾਅਦ ਰਾਜਸਥਾਨ ਪਿੱਛੇ ਆ ਗਿਆ, ਤਾਮਿਲਨਾਡੂ ਵਾਲੇ ਪਹਿਲਾਂ ਹੀ ਆਲਰੇਡੀ ਆ ਚੁੱਕੇ ਨੇ ਦਿੱਲੀ। ਸੋ ਇਹ ਜਿਹੜੀ ਐਜੀਟੇਸ਼ਨ ਆ ਹੁਣ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਦੀ ਬਣ ਚੁੱਕੀ ਆ ਔਰ ਇਹਦਾ ਸਿਹਰਾ ਪੰਜਾਬ ਤੇ ਸੱਜ ਚੁੱਕਿਆ। ਸਟੇਜਾਂ ਸੱਜਦੀਆਂ ਨੇ, ਸਟੇਜਾਂ ਤੇ ਸਟੇਜ ਫੈਕਟਰੀ ਵੀ ਪੰਜਾਬ ਦੇ, ਬੁਲਾਰੇ ਵੀ ਪੰਜਾਬ ਦੇ। ਔਰ ਜੇ ਕੋਈ ਬਾਹਰਲੇ ਸੂਬੇ ਦਾ ਬੋਲਦਾ ਤਾਂ ਉਹ ਇਹੀ ਕਹਿੰਦਾ ਵੀ ਸਾਨੂੰ ਇਹੀ ਆਸ ਸੀ, ਸਰਦਾਰ ਜੀ ਆਏਂਗੇ, ਹਮਾਰੇ ਬੜੇ ਭਾਈ ਆਏਂਗੇ ਔਰ ਇਹ ਨਰਿੰਦਰ ਮੋਦੀ ਦੀ ਜਿਹੜੀ ਹੱਕ ਦੇ ਉੱਤੇ ਚੜ੍ਹਨਗੇ। ਸੋ ਇਹ ਜਿਹੜਾ ਐਜੂਕੇਸ਼ਨ ਹੈ, ਇਸ ਐਜੂਕੇਸ਼ਨ ਦੇ ਵਿੱਚ ਗਿੱਲ ਸਾਹਿਬ ਇਹਨਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜਾ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਉਸ ਤੋਂ ਪਹਿਲਾਂ ਜਿਹੜਾ 5 ਦਸੰਬਰ ਨੂੰ ਅਰਥੀਆਂ ਫੂਕਣ ਦਾ ਸੱਦਾ ਦਿੱਤਾ ਗਿਆ। ਔਰ ਹੁਣ ਇਸ ਐਜੂਕੇਸ਼ਨ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਇਹ ਕਹਿ ਦਿੱਤਾ ਗਿਆ ਕਿ ਇੱਕ ਫੈਸਲਾ ਹੋਵੇ। 8-8 ਘੰਟੇ 6-6 ਘੰਟੇ ਦੀਆਂ ਡਿਸਕਸ਼ਨਾਂ ਦਾ ਕੀ ਮਤਲਬ? ਸੋ ਕਿਸਾਨ ਜਥੇਬੰਦੀਆਂ ਨੇ ਇਹ ਵੀ ਤੈਅ ਕਰ ਲਿਆ ਗਿੱਲ ਸਾਹਿਬ ਕਿ ਕੱਲ ਨੂੰ ਉਹ ਜਾਣਗੀਆਂ ਔਰ ਜਾ ਕੇ ਸਰਕਾਰ ਨੂੰ ਸਿਰਫ 2 ਟੁੱਕ, ਔਰ ਤੈਅ ਇਹ ਵੀ ਹੋਇਆ ਵੀ ਬੈਠਣਾ ਨਹੀਂ ਹੈ ਸੀਟਾਂ ਦੇ ਉੱਤੇ, ਜਿਵੇਂ ਪਹਿਲਾਂ ਇਹ ਤੈਅ ਹੋਇਆ ਸੀ ਨਾ ਕਿ ਉੱਥੇ ਰੋਟੀ ਨਹੀਂ ਖਾਣੀ, ਰੋਟੀ ਆਪ ਦੀ ਲੈ ਕੇ ਜਾਣੀ ਹੈ ਔਰ ਆਪ ਦੀ ਰੋਟੀ ਜਿਹੜੀ ਉੱਥੇ ਖਾ ਕੇ ਮੁੜਨਾ।
ਸੋ ਅੱਜ ਇਹ ਤੈਅ ਹੋ ਗਿਆ ਕਿਸਾਨ ਜਥੇਬੰਦੀਆਂ ਦੀ 30 ਦੀ ਮੀਟਿੰਗ ਦੇ ਵਿੱਚ, ਪੰਜਾਬ ਵਾਲੀਆਂ ਦੀ ਦੇ ਵਿੱਚ, ਜੀ, ਤੇ ਕੱਲ ਨੂੰ ਜਾ ਕੇ ਉੱਥੇ ਕੁਰਸੀਆਂ ਤੇ ਨਹੀਂ ਬੈਠਣਾ, ਸਿਰਫ ਜਾ ਕੇ ਇਹ 2 ਤੁਕ ਕਹਿਣਾ ਕਿ ਖੇਤੀ ਕਾਨੂੰਨ ਵਾਪਸ ਲੈਣੇ ਹੋ ਜਾਂ ਨਹੀਂ ਲੈਂਦੇ, ਸਾਨੂੰ ਇਹ ਦੱਸੋ। ਜੀ ਅੱਛਾ, ਹੁਣ ਜਿਹੜੀ ਗੱਲ RSS ਨੇ ਬਾਂਹ ਮਰੋੜੀ ਹੋਈ ਹੈ, RSS ਨੂੰ ਪਤਾ ਹੈ ਕਿ ਸਾਡਾ ਜਿਹੜਾ ਕਨਸੈਪਟ ਹੈ ਹਿੰਦੂ ਰਾਸ਼ਟਰ ਦਾ ਬਣਾਉਣ ਦਾ, ਉਹਦੇ ਵਿੱਚ ਖਲਲ ਪੈ ਗਈ। ਅਸੀਂ ਇਹ ਬੰਦੇ ਨੂੰ ਬਣਾਇਆ ਸੀ, ਇਹਨੂੰ ਪਹਿਲੀ ਟਰਮ ਇਹਨੂੰ ਦੇ ਦਿੱਤੀ, ਇਹ ਕਹਿੰਦਾ ਰਿਹਾ ਵੀ ਮੈਨੂੰ ਇੱਕ ਵਾਰ ਹੋਰ ਜਿੱਤ ਲੈਣ ਦਿਓ, ਰਾਮ ਮੰਦਿਰ ਬਣਾ ਦੂੰ, ਤੁਹਾਡੇ ਏਜੰਡੇ ਤੇ ਕੰਮ ਕਰੂੰ। RSS ਕਹੇ ਤਾਂ ਸਿੱਖ ਸਦਾ ਹੀ ਲੈਂਦੇ ਨੇ ਵੀ ਸਾਡੇ 'ਚ ਦਖਲਅੰਦਾਜ਼ੀ ਕਰਦੀ ਆ, ਪਰ ਉਹ ਕੰਨ ਭੰਨਦੀ ਆ। ਉਹ ਕਹਿੰਦੇ ਅਸੀਂ ਇਹਨਾਂ ਨਾਲ ਸਿੱਧੇ ਖਲਜਗਣ 'ਚ ਨਹੀਂ ਪੈਣਾ, ਬਾਕੀ ਭਾਰਤ ਅਸੀਂ ਜਿੱਤ ਲੈਣਾ, ਸਿੱਖਾਂ ਦੇ ਨਾਲ ਅਸੀਂ ਪੰਗੇ 'ਚ ਨਹੀਂ ਪੈਣਾ। ਕਰਨਗੇ ਜਦੋਂ ਉਹ ਇੱਕ ਦੇਸ਼, ਇੱਕ ਝੰਡਾ, ਇੱਕ ਭਾਸ਼ਾ ਤੇ ਹਿੰਦੂਤਵਾ ਦੀ ਗੱਲ, ਉਹ ਹਿੰਦੁਸਤਾਨ ਦੀ ਗੱਲ ਕਰਦੇ ਆ, ਓਬਵੀਅਸਲੀ ਉਹਦੇ ਵਿੱਚ ਸਿੱਖਾਂ ਨੇ ਵੀ ਰਹਿਣਾ। ਪਰ ਇਹ ਮੈਨੂੰ ਪਤਾ ਲੱਗਿਆ ਕਿ RSS ਬਹੁਤ ਖਫਾ ਹੈ ਮੋਦੀ ਤੋਂ। ਜੇ ਮੋਦੀ ਇਸ ਦੇ ਵਿੱਚ ਹਾਰਦਾ ਹੈ, ਕਿਉਂਕਿ RSS ਇਹ ਕਹਿ ਰਹੀ ਹੈ, ਦਿਲੋਂ ਦੁਖੀ ਹੈ ਵੀ ਤੁਸੀਂ ਆਮ ਲੋਕਾਂ ਦੀ ਗੱਲ ਕਰਦਾ, ਹਿੰਦੂਤਵਾ ਦਾ ਏਜੰਡਾ ਤੇ ਦੇਸ਼ ਬਣਾਉਣਾ ਸੀ, ਤੂੰ ਤਾਂ ਅਡਾਨੀ ਅੰਬਾਨੀ ਦੀ ਗੋਦੀ 'ਚ ਬਹਿ ਗਿਆ ਜਾ ਕੇ। ਅਸੀਂ ਅਡਾਨੀ ਅੰਬਾਨੀ ਤੋਂ ਕੀ ਲੈਣਾ, ਦਿੰਦੇ ਹੋਣਗੇ ਦਾਨ ਦੂਨ ਕੋਈ RSS ਵਾਲਿਆਂ ਨੂੰ ਵੀ, ਪਰ ਉਹ ਦਿਲੋਂ ਦੁਖੀ ਨੇ, ਇਹ ਗੱਲ ਦਾ ਪਤਾ ਲੱਗਿਆ। ਮੋਹਨ ਭਾਗਵਤ ਔਖਾ। ਸੋ ਇਹ ਹੁਣ ਮੋਦੀ ਦੀ ਕੀ ਸਿਚੁਏਸ਼ਨ ਹੈ, ਮੋਦੀ ਕਿਵੇਂ ਚੱਲ ਰਿਹਾ ਹੈ। ਮੋਦੀ ਤੇ ਅਮਿਤ ਸ਼ਾਹ ਦੋਨੇ ਹਾਲੇ ਤੱਕ ਮੱਥੇ ਨਹੀਂ ਲੱਗੇ ਲੋਕਾਂ ਦੇ। ਜੇ ਇਹ ਕਾਨੂੰਨ ਵਾਪਸ ਲੈ ਲੈਂਦੇ ਨੇ, ਮੈਨੂੰ ਮੋਦੀ ਤੇ ਅਮਿਤ ਸ਼ਾਹ ਦੇ ਰਾਜਨੀਤਿਕ ਪਤਨ ਦਾ ਵੀ ਗੱਲ ਦਿਖਦਾ, ਕਿਉਂਕਿ ਹੋਰ BJP ਦੇ ਹਾਈ ਪ੍ਰੋਫਾਈਲ ਜਿਹੜੇ ਨੇਤਾ ਨੇ ਉਹ ਚੁੱਪ ਕਰੇ ਬੈਠੇ ਨੇ, ਟਿਕੇ ਬੈਠੇ ਨੇ। ਡੋਵਾਲ ਦੀ ਕੋਈ ਗੱਲ ਨਹੀਂ ਸੁਣੀ, ਅਜੀਤ ਡੋਵਾਲ ਨਹੀਂ ਤਾਂ ਇਹੋ ਜਿਹੇ ਇਕੱਠਾਂ ਦੇ ਵਿੱਚ ਸਾਹਮਣੇ ਆ ਕੇ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰਦਾ, ਉਹਨੂੰ ਪ੍ਰੋਬਲਮ ਸੋਲਵਰ ਕਹਿੰਦੇ ਆ। ਸੋ ਕੀ ਸੋਚਦੇ ਹੋ ਤੁਸੀਂ, ਇਹ ਗੱਲ ਮੋਦੀ ਲਈ ਕੀ ਤੇ ਅਮਿਤ ਸ਼ਾਹ ਲਈ ਕੀ ਹੋ ਰਿਹਾ? ਗਿੱਲ ਸਾਹਿਬ, ਗੱਲ ਤਾਂ ਇਹ ਹੈ ਜੀ ਕਿ ਇਤਿਹਾਸ ਜਦੋਂ ਵੀ ਲਿਖਿਆ ਜਾਂਦਾ ਹੈ ਤਾਂ ਪੰਜਾਬੀ ਕੌਮ ਦਾ ਲਿਖਿਆ ਜਾਂਦਾ ਹੈ। ਪੰਜਾਬੀ ਕੌਮ ਦੇ ਸਿਰ ਸਿਹਰਾ ਸਜਦਾ। ਸਿਕੰਦਰ ਦੁਨੀਆ ਜਿੱਤਦਾ ਆਇਆ, ਉਹ ਪੋਰਸ ਜੱਟ ਮੂਹਰੇ ਹੋ ਕੇ ਖੜ ਗਿਆ, ਉਹ ਕਹਿੰਦਾ ਆ ਜਾ ਅੱਗੇ ਲੰਘ, ਔਰ ਉਹ ਮੂਹਰੇ ਖੜ ਗਿਆ। ਇੰਦਰਾ ਗਾਂਧੀ ਨੇ ਪੂਰੇ ਦੇਸ਼ 'ਚ ਤਹਿਲਕਾ ਮਚਾਇਆ, ਪੰਜਾਬੀ ਮੂਹਰੇ ਆ ਖੜੇ, ਕਹਿੰਦੇ ਆ ਜਾ। ਹੁਣ ਨਰਿੰਦਰ ਮੋਦੀ ਨੇ ਜਦੋਂ ਪੂਰੇ ਦੇਸ਼ ਦੇ ਵਿੱਚ ਹਿੰਦੂਤਵ ਦਾ ਏਜੰਡਾ ਲਾਗੂ ਕੀਤਾ, ਪੂਰੇ ਦੇਸ਼ 'ਚ ਫਿਰਕੂਪੁਣਾ ਲਾਗੂ ਕੀਤਾ, ਪੀਏ ਦੇ ਉੱਤੇ ਅੰਦੋਲਨ ਚੱਲਿਆ ਮੁਸਲਮਾਨ ਭਾਈਚਾਰੇ ਦਾ, ਕਰੋਨਾ ਕਹਿ ਕੇ ਰੋਲਤਾ, ਪੰਜਾਬੀ ਆ ਖੜੇ ਹੋਏ। ਕੋਸ਼ਿਸ਼ ਕੀਤੀ ਮੀਡੀਆ ਦੇ ਰਾਹੀਂ, ਜਿਹੜਾ ਗੋਦੀ ਮੀਡੀਆ 'ਚ ਭਜਾਇਆ, ਇੱਥੋਂ ਰਿਪਬਲਿਕਨ TV ਵਾਲੀ ਕੁੜੀ ਖੜੀ ਸੀ, ਗੋ ਬੈਕ, ਮੇਰੇ ਕੋਲ ਰਿਕਾਰਡਿੰਗ ਪਈ ਹੈ ਗਿੱਲ ਸਾਹਿਬ, ਉਹਨਾਂ ਨੇ ਗੋ ਬੈਕ ਕਰਕੇ ਭਜਾਈ ਰਿਪਬਲਿਕਨ ਇੰਡੀਆ ਦੀ ਪੱਤਰਕਾਰ ਕੁੜੀ। ਸੋ ਗੋਦੀ ਮੀਡੀਆ ਨੇ, ਭਾਰਤੀ ਜਨਤਾ ਪਾਰਟੀ ਦੀ ਹਕੂਮਤ ਨੇ ਬੜੀ ਕੋਸ਼ਿਸ਼ ਕੀਤੀ ਕਿਤੇ ਇਹਨੂੰ ਇਹ ਕਹਿਣ ਦੀ ਕਿ ਖਾਲਿਸਤਾਨੀਆਂ ਦਾ ਅੰਦੋਲਨ ਹੈ, ਕਿਤੇ ਇਹ ਕਹਿਣ ਦੀ ਕਿ ਨਾਰਕਿਸਟਾਂ ਦਾ ਅੰਦੋਲਨ ਹੈ, ਕਿਤੇ ਇਹ ਕਹਿਣ ਦੀ ਕਿ ਸਿਰਫ ਪੰਜਾਬੀਆਂ ਦਾ, ਹਰਿਆਣੇ ਵਾਲੇ ਇਹਦੇ 'ਚ ਨਹੀਂ, ਕਿਤੇ ਇਹ ਕਹਿਣ ਦੀ ਕਿ ਕਿਸਾਨ ਤਾਂ ਹੈ ਹੀ ਨਹੀਂ, ਤਾਂ ਕਾਂਗਰਸ ਦਾ ਅੰਦੋਲਨ ਹੈ, ਕਿਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜਾ ਵਿਰੋਧੀ ਪਾਰਟੀਆਂ ਨੂੰ ਐਪਰੀਸ਼ੀਏਟ ਕਰ ਰਹੀਆਂ। ਪਰ ਹੁਣ ਜਦੋਂ ਹਿੱਕ ਤੇ ਆ ਚੜੇ, ਹਰਿਆਣੇ ਦੇ ਇਹਨਾਂ ਦੀ ਸਰਕਾਰ ਡਾਮਾਡੋਲ ਨਜ਼ਰ ਆ ਰਹੀ ਹੈ, ਡਿੱਗਦੀ ਨਜ਼ਰ ਆ ਰਹੀ ਹੈ। ਖਾਪ ਪੰਚਾਇਤਾਂ ਬੈਠੀਆਂ ਗਿੱਲ ਸਾਹਿਬ ਇੱਥੇ, ਉਹ ਕਹਿੰਦੀਆਂ ਨੇ, ਸਪਸ਼ਟ ਕਹਿਤਾ ਚਟਾਲਿਆਂ ਨੂੰ ਵੀ ਜਾਂ ਤਾਂ ਵੋਟਾਂ ਮੰਗਣ ਆਇਓ ਜਾਂ ਸਰਕਾਰ ਦੇ ਵਿੱਚੋਂ ਬਾਹਰ ਆ ਜਾਓ। ਖਾਪ 40 ਪੰਚਾਇਤਾਂ ਬੈਠੀਆਂ ਇੱਥੇ, ਔਰ ਉਹਨਾਂ ਨੇ ਗਿੱਲ ਸਾਹਿਬ ਜਿਸ ਤਰ੍ਹਾਂ ਦੇ ਲੰਗਰ ਲਾਏ, ਕਿਉਂਕਿ ਖਾਪ ਪੰਚਾਇਤਾਂ ਨੇ ਆ ਕੇ ਵੀ ਇੱਥੇ ਲੋਕਾਂ ਨੂੰ ਅੱਜ ਦੁੱਧ ਵੀ ਜਿਹੜਾ ਮੂੰਗਫਲੀਆਂ ਵੀ ਉਹਨਾਂ ਨੇ ਹਰ ਤਰ੍ਹਾਂ ਦੇ ਫਲ ਫਰੂਟ ਆਮ ਕਰਤੇ ਖਾਪ ਪੰਚਾਇਤਾਂ ਨੇ, ਉਹਨਾਂ ਨੇ ਵੀ ਸਪਸ਼ਟ ਕਹਿਤਾ। ਸੋ ਇਸ ਹਾਲਤ ਦੇ ਵਿੱਚ ਹੁਣ RSS ਨੂੰ ਆਪਦਾ ਪਤਨ ਹੁੰਦਾ ਦਿਖਾਈ ਦੇ ਰਿਹਾ, ਉਹਨਾਂ ਦਾ ਏਜੰਡਾ ਹਿੰਦੂਤਵ ਦਾ ਲਾਗੂ ਹੁੰਦਾ ਨਜ਼ਰ ਨਹੀਂ ਆ ਰਿਹਾ। ਤਾਂ ਉਹਦੇ ਚੋਂ ਹੁਣ ਜਿਹੜੇ ਕਾਨੂੰਨ ਨੇ ਗਿੱਲ ਸਾਹਿਬ, ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਜਿਹੜਾ ਜਿਹੜੀ ਉਹ ਤਾਂ ਹੈ ਹੀ ਹੈ, ਉਹਦੇ ਨਾਲ ਨਰਿੰਦਰ ਮੋਦੀ ਦਾ ਕ੍ਰਾਈਸਿਸ ਖੜਾ ਹੋ ਗਿਆ। ਜੇ ਲੈਂਦੇ ਨੇ ਤਾਂ ਨਰਿੰਦਰ ਮੋਦੀ ਦਾ ਪਤਨ ਹੈ, ਉਹ ਜਿਹਨੂੰ ਕਹਿੰਦੇ ਉਹ ਤਾਂ ਜੀ ਹਾਰਦਾ ਹੀ ਨਹੀਂ, ਉਹ ਤਾਂ ਜੀ ਪਿੱਛੇ ਮੁੜਦਾ ਹੀ ਨਹੀਂ, ਉਹ ਤਾਂ ਜੀ ਫੈਸਲੇ ਹੀ ਬੜੇ ਵਧੀਆ ਲੈਂਦਾ, ਉਹਦੇ ਤਾਂ ਫੈਸਲੇ ਹੀ ਕਮਾਲ ਦੇ ਹੁੰਦੇ ਨੇ, ਉਹ ਤਾਂ ਪਤਨ ਹੈ। ਇੱਕ ਤਾਂ ਇਹ ਹੈ। ਦੂਸਰਾ ਇਹ ਕਿ RSS ਨੂੰ ਲੱਗਦਾ ਕਿ ਹੁਣ ਨਰਿੰਦਰ ਮੋਦੀ ਜਿਹੜਾ ਉਹ ਬੀਤੇ ਦੀ ਗੱਲ ਹੋ ਚੁੱਕਾ ਹੈ, ਨਾ 15-15 ਲੱਖ ਖਾਤਿਆਂ 'ਚ ਆਇਆ, ਨਾ ਖਾਊਂਗਾ ਨਾ ਖਾਣੇ ਦੂੰਗਾ ਦੀ ਗੱਲ ਕਰਦਾ, ਨਹੀਂ ਰੋਟੀ ਨਹੀਂ ਰੋਟੀ ਹਰ ਕੇ ਲੈ ਗਏ, ਕਰੋੜਾਂ ਲੁੱਟ ਕੇ
ਔਰ ਉਹ ਜਿਹੜਾ ਨਰਿੰਦਰ ਮੋਦੀ ਆ ਅੱਜ ਉਹਦਾ ਪਤਨ ਹੁੰਦਾ ਨਜ਼ਰ ਆ ਰਿਹਾ। ਔਰ ਬੀਜੇਪੀ ਦਾ ਕਿਸਾਨ ਆਗੂ ਦੀ ਜਿਹੜੀ ਲੇਟੈਸਟ ਮੀਟਿੰਗ ਹੋਈ ਉਹ 'ਚ ਉਹਨਾਂ ਨੇ ਕਿਹਾ ਖੇਤੀਬਾੜੀ ਮੰਤਰੀ ਨੂੰ ਵੀ ਤੇਰਾ ਜਿਹੜਾ ਤੁਰਨ ਦਾ ਢੰਗ, ਬੈਠਣ ਦਾ ਢੰਗ, ਤੇਰਾ ਜਿਹੜਾ ਮਤਲਬ ਜੈਸਚਰ ਹੈ ਉਹ ਇਹ ਦੱਸ ਰਿਹਾ ਹੈਗਾ ਕਿ ਤੇਰੇ ਹੱਥ ਬਸ ਕੁਛ ਨਹੀਂ। ਔਰ ਉੱਥੇ ਗਿੱਲ ਸਾਹਿਬ ਉਹਨਾਂ ਨੇ ਅਗਲੀ ਗੱਲ ਜਿਹੜੀ ਕਹੀ, ਉਹਨੂੰ ਕਿਹਾ ਵੀ ਤੂੰ ਦੱਸ ਵੀ ਖੇਤੀ ਕਾਨੂੰਨ ਸਹੀ ਹਨ ਜਾਂ ਨਹੀਂ, ਤੂੰ ਦੱਸ। ਸਾਨੂੰ ਪਤਾ, ਤੈਨੂੰ ਵੀ ਪਤਾ ਹੈ। ਕਿਸਾਨ ਆਗੂ ਕਹਿੰਦੇ ਬੜਾ ਟੈਕਟੀਕਲੀ ਉਹਨਾਂ ਨੇ ਗਿੱਲ ਸਾਹਿਬ ਹੈਂਡਲ ਕੀਤਾ ਕਿ ਸਾਨੂੰ ਪਤਾ ਤੈਨੂੰ ਗਲਤ ਲੱਗਦਾ, ਪਰ ਤੁਸੀਂ ਬਾਂਹ ਮਰੋੜ ਮੋਦੀ ਨੇ ਇਸ ਕਰਕੇ ਕਹਿਣੀ, ਪਰ ਤੂੰ ਦੱਸ ਗਲਤ ਨੇ। ਔਰ ਉਹਨੇ ਕਿਹਾ ਨਹੀਂ ਗਿੱਲ ਸਾਹਿਬ ਵੀ ਤਾਂ ਇਹਦੇ ਚੋਂ ਇਉਂ ਲੱਗਦਾ ਕਿ ਬੀਜੇਪੀ ਦੀ ਇੱਕ ਲੌਬੀ ਜਿਹੜੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਗੁਜਰਾਤੀ ਜੋੜੀ ਨੇ ਪੂਰੇ ਤੱਕ ਦੀ ਜਿਹੜੀ ਹੈ ਨਵਕਰਨ ਤੁਹਾਡੀ ਆਵਾਜ਼ ਕੱਟੀ ਜਾ ਰਹੀ ਹੈ ਜੀ। ਜੀ ਨਵਕਰਨ ਆਵਾਜ਼ ਕੱਟੀ ਜਾ ਰਹੀ ਹੈ ਤੁਹਾਡੀ ਕਿਤੇ ਕਿਤੇ, ਫਿਰ ਟਰਾਈ ਕਰਦੇ ਹਾਂ। ਅੱਛਾ, ਮੈਨੂੰ ਇਹ ਦੱਸਿਓ ਕਿ ਅਮਿਤ ਸ਼ਾਹ ਤੇ ਕੈਪਟਨ ਵਾਲੀ ਮੀਟਿੰਗ 'ਚ ਕੀ ਗੱਲ ਨਿਕਲੀ ਬਾਹਰ? ਕੈਪਟਨ ਨੇ ਦੱਸ ਦਿੱਤਾ ਮੈਂ ਕੀ ਗੱਲ ਕਰਕੇ ਆਇਆ? ਜੀ ਗਿੱਲ ਸਾਹਿਬ ਦੇਖੋ, ਕੈਪਟਨ ਅਮਰਿੰਦਰ ਸਿੰਘ ਤੇ ਅਮਿਤ ਸ਼ਾਹ ਦੀ ਜਿਹੜੀ ਮੀਟਿੰਗ ਹੋਈ ਆ ਤੇ ਬਹੁਤ ਸਵਾਲ ਉੱਠ ਰਹੇ ਨੇ। ਕੈਪਟਨ ਅਮਰਿੰਦਰ ਨੂੰ ਲੋਕਾਂ ਨੇ ਸਿੱਧੇ ਤੌਰ ਤੇ ਪੁੱਛਣਾ ਸ਼ੁਰੂ ਕਰਤਾ ਵੀ ਇਹ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇਹਦੇ ਮੁੰਡੇ ਦੀ ਬਾਂਹ ਮਰੋੜੀ ਹੈ ਤਾਂ ਮਿਲਣ ਗਿਆ। ਔਰ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਕੈਪਟਨ ਅਮਰਿੰਦਰ ਜਿਹੜਾ ਕਹਿ ਰਿਹਾ ਹੈਗਾ ਕਿ ਇੱਥੇ ਜਿਹੜਾ ਲਾ ਐਂਡ ਆਰਡਰ ਦਾ ਮਸਲਾ ਜੀ, ਰਾਸ਼ਟਰਵਾਦ ਦਾ ਮਸਲਾ, ਇਹ ਰਾਸ਼ਟਰੀ ਸੁਰੱਖਿਆ ਲਈ ਖਤਰਾ ਖੜਾ ਹੋ ਗਿਆ। ਔਰ ਇਹ ਤੇ ਕੈਪਟਨ ਅਮਰਿੰਦਰ ਨੂੰ ਭੇਜਣਾ ਸ਼ੁਰੂ ਕਰਤਾ ਵਾ। ਕੈਪਟਨ ਅਮਰਿੰਦਰ ਇਸ ਕਰਕੇ ਗਿਆ ਕਿਉਂਕਿ ਗ੍ਰਹਿ ਵਿਭਾਗ ਮੇਰੇ ਕੋਲ ਆ, ਖੇਤੀਬਾੜੀ ਵਿਭਾਗ ਮੇਰੇ ਕੋਲ ਆ। ਔਰ ਕੈਪਟਨ ਅਮਰਿੰਦਰ ਹੁਣ ਮੁੱਕਰ ਰਿਹਾ, ਕਹਿੰਦਾ ਮੈਂ ਤਾਂ ਇਹ ਬਿਆਨ ਹੀ ਨਹੀਂ ਦਿੱਤਾ ਵੀ ਦੇਸ਼ ਦੇ ਜਿਹੜਾ ਰਾਸ਼ਟਰੀ ਸੁਰੱਖਿਆ ਲਈ ਖਤਰਾ ਗਾ। ਤੋ ਇਸ ਮਸਲੇ ਦੇ ਉੱਤੇ ਕੈਪਟਨ ਅਮਰਿੰਦਰ ਚਾਹੇ ਹੁਣ ਲੱਖ ਤਾਰਾਂ ਮਾਰੇ, ਲੇਕਿਨ ਹਕੀਕਤ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੱਗਦਾ ਹੈ ਕਿ ਇਸ ਐਜੀਟੇਸ਼ਨ ਦੇ ਵਿੱਚ ਜਿਹੜਾ ਇੱਕ ਗੁਲਦਸਤਾ ਬਣ ਗਈ ਐਜੀਟੇਸ਼ਨ, ਜਿਸ ਐਜੀਟੇਸ਼ਨ ਦੇ ਵਿੱਚ ਪ੍ਰਵਾਸੀ ਭਾਰਤੀ ਵੀ ਨੇ, ਜਿਸ ਐਜੀਟੇਸ਼ਨ ਦੇ ਵਿੱਚ ਖਾਲਿਸਤਾਨੀ ਵੀ ਨੇ, ਨੈਕਸਲਾਈਟ ਵੀ ਨੇ, ਖੱਬੇ ਪੱਖੀ ਵੀ ਨੇ, ਹਰਿਆਣਵੀ ਵੀ ਨੇ। ਔਰ ਇਹ ਗੁਲਦਸਤਾ ਜਿਹੜਾ ਇਹਨਾਂ ਨੂੰ ਰਾਸ ਨਹੀਂ ਆ ਰਿਹਾ ਗਿੱਲ ਸਾਹਿਬ, ਨਾ ਕੈਪਟਨ ਨੂੰ ਰਾਸ ਆ ਰਿਹਾ, ਨਾ ਮੋਦੀ ਨੂੰ ਰਾਸ ਆ ਰਿਹਾ, ਔਰ ਨਾ ਅਮਿਤ ਸ਼ਾਹ ਨੂੰ ਰਾਸ ਆ ਰਿਹਾ। ਸੋ ਇਹਨਾਂ ਦੀਆਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਉਹ ਇਹ ਦੱਸ ਰਹੀਆਂ ਕਿ ਇੱਕ ਹੀ ਨੇ। ਔਰ ਇੱਧਰੋਂ ਐਜੀਟੇਸ਼ਨ ਚੱਲਣੀ, ਉੱਧਰੋਂ ਕੇਜਰੀਵਾਲ ਦੇ ਵੱਲੋਂ ਇੱਕ ਕਾਨੂੰਨ ਨੋਟੀਫਾਈ ਕਰਨਾ, ਉਹਦੇ ਚੋਂ ਇਹਨਾਂ ਸਾਰਿਆਂ ਦੀਆਂ ਚੂੜਾਂ ਹਿੱਲ ਚੁੱਕੀਆਂ। ਇਹਨਾਂ ਨੂੰ ਇਹ ਗੁਲਦਸਤਾ ਰਾਸ ਨਹੀਂ ਆ ਰਿਹਾ ਕਿਉਂਕਿ ਇਹਨਾਂ ਨੂੰ ਪਾਰਟੀ ਤੇ ਰਾਜਨੀਤੀ ਕਰਦੇ ਨੇ, ਕਦੇ ਖੱਬੇ ਪੱਖੀ ਤੇ ਖਾਲਿਸਤਾਨੀ ਆਪਸ ਵਿੱਚ ਖੜਾ ਤੇ, ਕਦੇ ਹਰਿਆਣਵੀ ਤੇ ਪੰਜਾਬੀ ਆਪਸ ਦੇ ਵਿੱਚ ਖੜਾ ਤੇ, ਕਦੇ ਨੌਜਵਾਨ ਤੇ ਬਜ਼ੁਰਗ ਆਪਸ ਦੇ ਵਿੱਚ ਖੜਾ ਤੇ। ਪਰ ਇਹ ਗੁਲਦਸਤਾ ਜਿਹੜਾ ਇਹ ਗੁਲਦਸਤਾ ਹੁਣ ਕੁਛ ਲੈ ਕੇ ਘਰਾਂ ਨੂੰ ਮੁੜੂ ਜੀ। ਅੱਛਾ, ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸੰਘਰਸ਼ ਦੇ ਵਿੱਚ ਜਿਹੜੇ ਕੋਈ ਸ਼ਹੀਦ ਹੋਏ ਨੇ ਉਹਨਾਂ ਨੂੰ ਲੱਖ ਰੁਪਈਆ ਦੇਣਾ ਜੀ। ਬਿਲਕੁਲ ਗਿੱਲ ਸਾਹਿਬ, ਇਹਨਾਂ ਨੂੰ ਵੈਸੇ ਪਹਿਲਾਂ ਕਹਿ ਦੇਣਾ ਚਾਹੀਦਾ ਸੀ ਇਸ ਤੋਂ। ਬੀਬੀ ਜਗੀਰ ਕੌਰ ਨਵੀਂ ਪ੍ਰਧਾਨ ਬਣੀ ਹੈ, ਸੋ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਇਸ ਕਿਸਾਨ ਐਜੀਟੇਸ਼ਨ ਦੇ ਵਿੱਚ, ਚਾਹੇ 2 ਮਾਨਸਾ ਦੇ ਸ਼ਹੀਦ ਹੋਏ ਨੇ, ਇੱਕ ਧਨੌਲੇ ਤੋਂ ਸ਼ਹੀਦ ਹੋਇਆ, ਇੱਕ ਬਰਨਾਲਾ ਤੋਂ ਸ਼ਹੀਦ ਹੋਇਆ, ਹੋਰ ਵੱਖ-ਵੱਖ ਥਾਵਾਂ ਤੋਂ ਜਿਹੜੇ ਕਿਸਾਨ ਸ਼ਹੀਦ ਹੋਏ ਨੇ, 7 ਕਿਸਾਨਾਂ ਦੀ ਫਿਲਹਾਲ ਨਿਸ਼ਾਨਦੇਹੀ ਹੁਣ ਤੱਕ ਜਿਹੜੀ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ। ਔਰ 7 ਕਿਸਾਨਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦਾ ਉਹ ਕਹਿੰਦੇ ਅਸੀਂ ਜਿਹੜਾ ਮੁਆਵਜ਼ਾ ਉਹ SGPC ਦੇ ਵੱਲੋਂ ਉਹ ਦੇਵਾਂਗੇ। ਤੇ ਚੰਗੀ ਗੱਲ ਹੈ, SGPC ਨੂੰ ਦੇਣਾ ਚਾਹੀਦਾ ਕਿਉਂਕਿ ਕਿਸਾਨ ਸਿੱਖ ਵੀ ਨੇ, ਪੰਜਾਬੀ ਵੀ ਨੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਡੇ ਪੰਜਾਬੀ ਦਿਲ ਖੋਲ੍ਹ ਕੇ ਦਾਨ ਦਿੰਦੇ ਨੇ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਦਾਨ ਨੂੰ ਪਹੁੰਚਾਇਆ ਜਾਂਦਾ ਹੈ, ਸੋ ਉਹਨਾਂ ਨੂੰ ਦੇਣਾ ਚਾਹੀਦਾ, ਹੋਰ ਵੀ ਵੱਧ ਦੇਣਾ ਚਾਹੀਦਾ, 1-1 ਲੱਖ ਹੀ ਕਿਉਂ। ਔਰ ਇੱਥੇ ਵੀ ਕਿਸਾਨਾਂ ਦੇ ਲਈ, ਇਹ ਪੰਜਾਬੀ ਕਿਸਾਨ ਨੇ, ਇਹਨਾਂ ਲਈ ਵੱਧ ਤੋਂ ਵੱਧ ਜਿਹੜਾ ਸਹਿਯੋਗ ਆ ਉਹ SGPC ਨੂੰ ਪਹੁੰਚਾਉਣਾ ਚਾਹੀਦਾ। ਇਹ ਵੀ ਕਿਹਾ ਗਿਆ ਹੈਗਾ ਕਿ ਪਖਾਨਿਆਂ ਦਾ ਪ੍ਰਬੰਧ ਆ ਜਿਹੜਾ ਟਾਇਲਟਸ ਦਾ, ਉਹ ਔਰਤਾਂ ਦੇ ਲਈ SGPC ਕਰੂਗੀ। ਪਰ ਮੈਨੂੰ ਲੱਗਦਾ ਸਾਰਿਆਂ ਲਈ ਕਰਨਾ ਚਾਹੀਦਾ। ਜੇ ਕੇਜਰੀਵਾਲ ਦੇ ਦਰਾਂ ਤੇ ਬੈਠੇ ਨੇ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਪੰਜਾਬੀ ਹਰਿਆਣਵੀ, ਕੇਜਰੀਵਾਲ ਨਹੀਂ ਕਰ ਰਿਹਾ, ਚਲੋ ਹਰਿਆਣੇ ਤੇ ਸੈਂਟਰ ਨੇ ਤਾਂ ਕਰਨਾ ਹੀ ਕੀ ਹੈ, ਤਾਂ SGPC ਨੂੰ ਆਪਣੀ ਨੂੰ ਜ਼ਰੂਰ ਕਰਨਾ ਚਾਹੀਦਾ ਗਿੱਲ ਸਾਹਿਬ ਜੀ। ਅੱਛਾ, ਇੱਕ ਮੈਨੂੰ ਇਹ ਦੱਸਿਓ, ਲੋਕ ਪੁੱਛ ਰਹੇ ਨੇ, ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਦੇ ਅਫੀਸ਼ੀਅਲ ਫੇਸਬੁੱਕ ਤੇ ਉਹਨਾਂ ਨੇ ਇੱਕ ਗੱਲ ਲਿਖੀ ਕਿ ਜਿਹੜੇ ਇਹ ਕਾਨੂੰਨਾਂ ਦੇ ਖਿਲਾਫ ਤੁਸੀਂ ਲੋਕੋ ਬੈਠੇ ਹੋ, ਇਹ ਕਾਨੂੰਨਾਂ ਦੀ ਤਾਂ ਨੋਟੀਫਿਕੇਸ਼ਨ ਆਲਰੇਡੀ ਦੇਤੀ ਆਪਣੇ ਨੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ। ਉਹਨੇ ਕਹਿਤਾ ਮੈਂ ਵਿਧਾਨ ਸਭਾ 'ਚ ਪਾਸ ਕਰਨਾ। ਤੇ ਆਮ ਆਦਮੀ ਪਾਰਟੀ ਦਾ ਇਹਦੇ ਤੇ ਕੀ ਸਟੈਂਡ ਆ? ਤੇ ਭਗਵੰਤ ਮਾਨ ਨੂੰ ਨਹੀਂ ਘੱਟ ਦਿਖਦੇ ਆ, ਤੇ ਉਹ ਕੀ ਕਹਿੰਦੇ ਆ ਇਹਦੇ ਬਾਰੇ? ਗਿੱਲ ਸਾਹਿਬ, ਅਜੇ ਤੱਕ ਪੰਜਾਬ ਪਾਰਟੀ ਕੁਛ ਨਹੀਂ ਬੋਲੀ।
ਵਾਕਈ ਇਹ ਗੱਲ ਦਰੁਸਤ ਹੈ ਕਿ ਕੇਜਰੀਵਾਲ ਨੇ 3 ਕਾਨੂੰਨਾਂ 'ਚ ਇੱਕ ਕਾਨੂੰਨ ਨੋਟੀਫਾਈ ਕਰਤਾ ਔਰ ਭਾਰਤੀ ਜਨਤਾ ਪਾਰਟੀ ਦੇ ਰਾਜਾਂ 'ਚ ਤਾਂ ਅਜੇ ਨੋਟੀਫਾਈ ਹੋਇਆ ਨਹੀਂ, ਕੇਜਰੀਵਾਲ ਨੇ ਪਹਿਲਾਂ ਕਰਤਾ। ਸੋ ਇਹ ਸਿੱਧੇ ਤੌਰ ਦੇ ਉੱਤੇ ਆ ਕਿ ਕੇਜਰੀਵਾਲ ਜਦੋਂ ਦਿੱਲੀ ਦੇ ਦਰਾਂ ਤੇ ਪੰਜਾਬੀ ਕਿਸਾਨ ਬੈਠੇ ਨੇ, ਹਰਿਆਣਵੀ ਬੈਠੇ ਨੇ, ਦਿੱਲੀ ਵਾਲੇ ਵੀ ਬੈਠੇ ਨੇ, ਅੱਜ ਦਿੱਲੀ ਵਾਲੇ ਵੀ ਮਿਲੇ ਨੇ ਮੈਨੂੰ, ਔਰ ਪੱਛਮੀ ਬੰਗਾਲ ਦੀਆਂ ਕੁੜੀਆਂ ਦੀ ਮੈਂ ਵੀਡੀਓ ਬਣਾਈ ਗੱਲ ਸਾਹਿਬ, ਇੱਥੇ ਇੰਟਰਨੈਟ ਬਹੁਤ ਸਲੋ ਕਰਤਾ ਜਾਣ ਬੁੱਝ ਕੇ, ਤਾਂ ਉਹਦੇ ਚੋਂ ਭਾਵੇਂ ਲਾਈਵ ਨਹੀਂ ਹੋ ਰਿਹਾ ਕੁਛ, ਭਾਵੇਂ ਕੁਛ ਜਿਹੜਾ ਉਹ ਐਕਸਪੀਰੀਅਨ ਨਹੀਂ ਭੇਜਿਆ ਜਾ ਰਿਹਾ, ਪਰ ਰਿਕਾਰਡਿੰਗ ਹੋ ਰਹੀ ਹੈ। ਤਾਂ ਉਹਦੇ ਵਿੱਚ ਇਹ ਸਾਹਮਣੇ ਆਇਆਗਾ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਹੁਣ ਪੰਜਾਬ ਵਾਲਿਆਂ ਨੂੰ ਡਿਸਾਈਡ ਕਰਨਾ ਪਊ ਕਿ ਉਹ ਕਿਸਾਨਾਂ ਨਾਲ ਨੇ ਕਿ ਕੇਜਰੀਵਾਲ ਨਾਲ। ਕੇਜਰੀਵਾਲ ਨੇ ਤਾਂ ਡਿਸਾਈਡ ਕਰ ਲਿਆ ਕਿ ਉਹ ਬੀਜੇਪੀ ਦੇ ਨਾਲ ਹੈ, ਉਹ ਕੇਂਦਰ ਦੇ ਨਾਲ ਹੈ, ਉਹ ਰਾਸ਼ਟਰਵਾਦ ਦੇ ਨਾਲ ਹੈ। ਤਾਂ ਹੁਣ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦਾ ਜੁੰਟ ਹੈ, ਖਾਸ ਕਰਕੇ ਭਗਵੰਤ ਮਾਨ ਹੈ, ਹਰਪਾਲ ਚੀਮਾ ਹੈ, ਜਾਂ ਹੋਰ ਵੱਖ-ਵੱਖ ਰਾਜਨੀਤਿਕ ਆਗੂ ਨੇ ਆਮ ਆਦਮੀ ਪਾਰਟੀ ਦੇ, ਉਹ ਡਿਸਾਈਡ ਕਰਨ ਕਿ ਉਹ ਕਿਹਦੇ ਨਾਲ ਨੇ। ਉਹ ਅਸਲ ਦੇ ਵਿੱਚ ਅੱਜ ਕੱਲ੍ਹ ਗੱਲ ਸਾਹਿਬ ਬੜੀ ਚੁਸਤੀ ਮਾਰ ਰਹੇ ਨੇ ਕਿ ਇੱਕ ਚੁੱਪ 100 ਸੁੱਖ, ਉਹ ਚੁੱਪ ਕਰਕੇ ਘਰੇ ਬੈਠ ਗਏ। ਉਹ ਪੰਜਾਬ ਅੱਜ ਜਦੋਂ ਇੰਨੀ ਠੰਡ ਦੇ ਵਿੱਚ ਇੱਥੇ ਟਰਾਲੀਆਂ ਦੇ ਵਿੱਚ ਬੈਠਾ ਤਾਂ ਆਮ ਆਦਮੀ ਪਾਰਟੀ ਨੂੰ ਇਸ ਮਸਲੇ ਦੇ ਉੱਤੇ ਸਪਸ਼ਟ ਕਰਨਾ ਚਾਹੀਦਾ, ਕਰਨਾ ਹੀ ਪਊ ਉਹਨਾਂ ਨੂੰ। ਜੀ ਕੰਗਣਾ ਰਣੌਤ ਨੂੰ ਉਈਓ ਪਹਾੜੀ ਚੜਾਤਾ ਪਿਛਲੇ ਦਿਨਾਂ 'ਚ। ਖੈਰ ਉਹਨੇ ਜਾਣ ਕੇ ਪੁੱਠੀ ਗੱਲ ਕੀਤੀ ਸੀ, ਪਹਿਲੇ ਦਿਨੋਂ ਹੀ ਕਰ ਰਹੀ ਆ, ਕਦੇ ਸ਼ਿਵ ਸੈਨਾ ਦੇ ਖਿਲਾਫ, ਕਦੇ ਕਿਤੇ ਤੇ ਕਦੇ ਕਿਤੇ। ਹੁਣ ਟਵੀਟ ਜੀ ਉਹਨੇ ਡਿਲੀਟ ਕਰਤਾ, ਫਿਰ ਕਰਤਾ ਗੱਲ ਸਾਹਿਬ, ਕਰਾਤਾ ਪੰਜਾਬੀਆਂ ਨੇ। ਇਹ ਤਾਂ ਪੰਜਾਬੀ ਟਰੈਕਟਰ ਚਲਾਉਂਦੇ ਕਿਤੇ ਚਲਾਏ ਨਹੀਂ ਸੀ ਟਵੀਟ, ਔਰ ਹੁਣ ਜਦੋਂ ਟਵੀਟ ਕੀਤੇ, ਖਾਸ ਕਰਕੇ ਪੰਜਾਬੀ ਜਿਹੜੇ ਪ੍ਰਵਾਸੀ ਭਾਰਤੀ ਨੇ ਉਹਨਾਂ ਨੇ ਕੀਤੇ, ਔਰ ਜਦੋਂ ਟਵੀਟਾਂ ਦੀ ਆਈ ਹਨੇਰੀ ਪੂਰੀ ਦੁਨੀਆ ਹਿਲਾ ਕੇ ਰੱਖਤੀ, ਟ੍ਰੈਂਡਿੰਗ ਸਭ ਤੋਂ ਮੂਹਰੇ ਗਈ, ਔਰ ਦਿਲਜੀਤ ਦੋਸਾਂਝ ਵਰਗੇ ਗਾਇਕ ਜਿਹੜੇ ਉਹ ਬੋਲੇ। ਹੋਰ ਬੜਾ ਬਾਲੀਵੁੱਡ ਆਪਣੇ ਪੰਜਾਬ ਦੇ ਗਾਇਕਾਂ ਨੂੰ ਬੋਲਣਾ ਪਿਆ, ਅੱਜ ਕੱਲ੍ਹ ਦਾ ਗੁਰਦਾਸ ਮਾਨ ਵੀ ਬੋਲਣ ਲੱਗ ਗਿਆ। ਤਾਂ ਉਹਦੀ ਜੋ ਕੰਗਣਾ ਰਣੌਤ ਨੂੰ ਡਿਲੀਟ ਕਰਨਾ ਪਿਆ ਉਹ ਟਵੀਟ। ਔਰ ਜਿਹੜੀ ਉਹ ਬੇਬੇ ਦੀ ਗੱਲ ਕਰਦੀ ਸੀ ਵੀ ਸ਼ਹੀਨ ਬਾਗ ਵਾਲੀ ਦਾਦੀ ਵਾਂਗੂ, ਕਹਿੰਦੀ 100 ਰੁਪਇਆ ਲੈ ਕੇ ਆ ਗਈ, ਬੇਬੇ ਨੇ ਵੀ ਮਾਰੀ ਬਰਕ, ਬੇਬੇ ਕਹਿੰਦੀ 500 ਲੈ ਲਈ, ਆ ਜਾ ਮੇਰੇ ਖੇਤ ਵੱਟ ਤੇ। ਔਰ ਉਸ ਤੋਂ ਬਾਅਦ ਗਿੱਲ ਸਾਹਿਬ ਹੁਣ ਬਹੁਤ ਸਾਰੇ ਜਿਹੜੇ ਪ੍ਰਵਾਸੀ ਭਾਰਤੀ ਵੀਰ ਨੇ ਉਹ ਉਸ ਬੀਬੀ ਦਾ ਸਨਮਾਨ ਕਰ ਰਹੇ ਨੇ, SGPC ਵੀ ਸਨਮਾਨ ਕਰ ਰਹੀ ਆ। ਔਰ ਅੱਜ ਮੈਨੂੰ ਨਿਊਜ਼ੀਲੈਂਡ ਤੋਂ ਵੀ ਆਪਣੇ ਮਿੱਤਰਾਂ ਦਾ ਫੋਨ ਆਇਆ ਸੀ, ਤਰਨਦੀਪ ਹੁਣਿਆਂ ਦਾ, ਉਹ ਕਹਿੰਦੇ ਅਸੀਂ ਨਿਊਜ਼ੀਲੈਂਡ ਤੋਂ 골ਡ ਮੈਡਲ ਪਾਉਣ ਆਉਣਾ ਬੇਬੇ ਦੇ। ਔਰ ਉਹ ਬੇਬੇ ਜਿਹੜੀ ਆਪਣੀ, ਜਿਸ ਨੂੰ 100 ਰੁਪਇਆ ਲੈ ਕਹਿਣ ਤੇ ਉਹਨੇ ਜਲੀਲ ਕੀਤਾ ਸੀ ਕੰਗਣਾ ਰਣੌਤ ਨੇ, ਕੰਗਣਾ ਰਣੌਤ ਜਲੀਲ ਹੋ ਰਹੀ ਹੈ ਅੱਜ 100 ਰੁਪਏ ਦੀ ਗੱਲ ਕਰਕੇ, ਔਰ ਕੰਗਣਾ ਰਣੌਤ ਨੂੰ ਟਵੀਟ ਡਿਲੀਟ ਕਰਨਾ ਪਿਆ। ਇਹ ਪਹਿਲੀ ਵਾਰ ਹੋਇਆ, ਇਹ ਪੰਜਾਬੀ ਕਿਸਾਨਾਂ ਦੀ ਜਿੱਤ ਹੈ ਔਰ ਸਾਡੇ ਪ੍ਰਵਾਸੀ ਵੀਰਾਂ ਦੀ ਜਿੱਤ ਹੈ, ਜਿਨ੍ਹਾਂ ਨੇ ਟਵੀਟ ਉੱਥੋਂ ਜਿਹੜਾ ਉਹ ਚਲਾਇਆ, ਟ੍ਰੈਂਡਿੰਗ ਕੀਤੀ, ਔਰ ਇੱਥੋਂ ਆਪਣੇ ਨੌਜਵਾਨਾਂ ਨੇ ਟਵੀਟ ਕਰਤੇ। ਸੋ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਸਲਾ ਵੀ ਗਿਆ, ਔਰ ਕੰਗਣਾ ਰਣੌਤ ਆ ਜਿਹੜੀ ਉਹਨੂੰ ਬੈਕਫੁੱਟ ਦੇ ਉੱਤੇ ਵੀ ਜਾਣਾ ਪਿਆ। ਕੀ ਗੱਲ ਸਾਹਿਬ, ਆਪ ਤਾਂ ਡੁੱਬੇ, ਜਜ਼ਮਾਨ ਵੀ ਨਾਲ ਡੋਬ ਲਏ। ਮੈਨੂੰ ਇਉਂ ਲੱਗਦਾ ਹੈ ਜਿਵੇਂ ਸੁਖਬੀਰ ਸਿੰਘ ਬਾਦਲ, ਉਹ ਕਹਿੰਦੇ ਮੈਂ ਅਨੈਲੋ ਨਾਲ ਵੀ ਗੱਲ ਕਰਨੀ ਹੈ, ਸ਼ਿਵ ਸੈਨਾ ਨਾਲ ਵੀ ਗੱਲ ਕਰਨੀ ਹੈ, ਤੇ ਮੈਂ ਮਮਤਾ ਬੈਨਰਜੀ ਨਾਲ ਵੀ ਗੱਲ ਕਰਨੀ ਹੈ। ਦੁਸ਼ਯੰਤ ਚੌਟਾਲਾ ਜੇ ਪਰਾਂ ਹੋ ਜਾਂਦਾ ਹੈ ਤਾਂ ਖੱਟਰ ਸਰਕਾਰ ਡਿੱਗੂਗੀ ਜੀ। ਇਹ ਗੱਲ ਚੱਲ ਰਹੀ ਆ। ਮੈਨੂੰ ਇਉਂ ਲੱਗਦਾ ਵੀ ਵੱਡੇ ਬਾਦਲ ਉਹਨਾਂ ਦਾ ਜਦ BJP ਇਹ ਛੱਡ ਕੇ ਤੁਰੇ ਤੇ ਵੱਡੇ ਬਾਦਲ ਉਹਨਾਂ ਦਾ ਬਾਲਾਸਰ ਜਾ ਕੇ ਡੇਰਾ ਲਾਉਣਾ ਤੇ ਚੌਟਾਲਿਆਂ ਨੂੰ ਮਿਲਣਾ, ਇਹ ਦੱਸਦਾ ਸੀ ਕਿ ਇਹਨਾਂ ਨੇ ਦੂਸਰੇ ਦੁੰਜੂ ਹੁਣ ਹੱਥ ਪਾਉਣਾ BJP ਨੂੰ, ਵੀ ਜੇ ਸਾਨੂੰ ਖਰਾਬ ਕਰੋਗੇ ਤਾਂ ਯਾਦ ਰੱਖ ਲਿਓ ਮੈਂ ਵੀ ਖਰਾਬ ਕਰੂੰ। ਸੋ ਚੌਟਾਲਾ ਪਰਿਵਾਰ ਲਗਭਗ ਤੈਅ ਕਰੀ ਬੈਠਾ ਜੀ ਵੀ ਪਰਾਂ ਹੋ ਜਾਣਗੇ। ਗਿੱਲ ਸਾਹਿਬ ਦੇਖੋ, ਇੱਥੇ 40 ਖਾਸ ਪੰਚਾਇਤਾਂ ਬੈਠੀਆਂ ਨੇ, ਮੈਂ ਗੱਲ ਕੀਤੀ, ਉਹ ਕਹਿੰਦੇ ਵੀ ਅਸੀਂ ਤਾਂ ਸਪਸ਼ਟ ਕਹਿਤਾ ਚੌਟਾਲਿਆਂ ਨੂੰ ਵਾਪਸ ਆਉਣਾ ਹੀ ਪੜੇਗਾ। ਉਹ ਕਹਿੰਦੇ ਉਹਨਾਂ ਨੂੰ ਇਹ ਲੱਗਦਾ ਵੀ ਪੰਜਾਬੀ ਸਭ ਤੋਂ ਮੂਹਰੇ ਨਿਕਲ ਗਏ, ਪੰਜਾਬੀਆਂ ਨੇ ਬਾਦਲ ਤੇ ਚੌਟਾਲੇ ਨੂੰ ਬਰਾਬਰ ਦੇਖ ਰਹੇ ਨੇ, ਵੀ ਬਾਦਲਾਂ ਨੂੰ ਪੰਜਾਬੀਆਂ ਨੇ ਭਾਜਪਾ ਚੋਂ ਬਾਹਰ ਆਉਣ ਲਈ ਮਜਬੂਰ ਕਰਤਾ, ਅਸੀਂ ਹਰਿਆਣੇ ਵਾਲੇ ਨੂੰ ਕਰ ਨਹੀਂ ਸਕੇ। ਸੋ ਹੁਣ ਇਹਨਾਂ ਨੇ ਕੰਸਨਟਰੇਟ ਚੌਟਾਲਿਆਂ ਤੇ ਕੀਤਾ ਹੋਇਆਗਾ, ਔਰ ਚੌਟਾਲਿਆਂ ਦੀ ਪਾਰਟੀ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਅਸਤੀਫੇ ਵੀ ਦੇ ਰਹੇ ਨੇ, ਇੱਥੇ ਵੀ ਆ ਰਹੇ ਨੇ ਅਸਤੀਫੇ ਦੇ ਕੇ ਦਿੱਲੀ ਦੇ ਵਿੱਚ, ਨੈਸ਼ਨਲ ਮੀਡੀਆ ਕਵਰ ਨਹੀਂ ਕਰ ਰਿਹਾ, ਬਹੁਤ ਸਾਰੇ ਆਗੂ ਆ ਰਹੇ ਨੇ। ਹੁਣ ਸਥਿਤੀ ਗੱਲ ਸਾਹਿਬ ਇੱਥੇ ਜਾ ਪਹੁੰਚੀ ਹੈ ਕਿ ਚੌਟਾਲਿਆਂ ਦੇ ਮੁੰਡੇ ਨੇ ਡਿਸਾਈਡ ਕਰਨਾ ਹੈ ਕਿ ਉਹਦੇ ਜਿਹੜਾ ਉਹਨਾਂ ਦੀ ਕਿਉਂਕਿ ਬਾਂਹ ਮਰੋੜੀ ਹੋਈ ਹੈ, ਵੀ ਉਹਦਾ ਬਾਪੂ ਤੇ ਉਹਦਾ ਦਾਦਾ ਉਹਨਾਂ ਨੂੰ ਸਜ਼ਾ ਹੋਈ ਹੈ, ਉਹਨਾਂ ਨੂੰ ਜ਼ਮਾਨਤ ਮਿਲੀ ਹੋਈ ਹੈ ਪਿਓ ਨੂੰ, ਉਹਨੂੰ ਜੇਲ੍ਹ 'ਚ ਦੁਬਾਰੇ ਭਾਜਪਾ ਕਰ ਸਕਦੀ ਆ। ਉਹਨੇ ਡਿਸਾਈਡ ਕਰਨਾ ਹੈ ਕਿ ਉਹ ਕਿਸਾਨਾਂ ਨਾਲ ਹੈ, ਉਹਨੇ ਆਪਦਾ ਭਵਿੱਖ ਬਚਾਉਣਾ ਹੈ, ਜਾਂ ਸਿਰਫ ਆਪਦੇ ਬਾਪੂ ਨੂੰ ਇਸ ਡਰ ਦੇ ਵਿੱਚ ਵੀ ਉਹ ਜੇਲ੍ਹ ਦੇ ਵਿੱਚ ਨਾ ਚਲਿਆ ਜਾਵੇ ਭਾਜਪਾ ਦੀ ਹਮਾਇਤ ਦੇਣੀ ਹੈ। ਮੈਂ ਦਾਅਵੇ ਨਾਲ ਕਹਿਣਾ ਗਿੱਲ ਸਾਹਿਬ ਚੌਟਾਲਿਆਂ ਨੂੰ, ਜੇ ਦੁਸ਼ਯੰਤ ਚੌਟਾਲਾ ਅਸਤੀਫਾ ਦੇਵੇ BJP 'ਚੋਂ ਫੌਰੀ, ਇੱਥੇ ਆ ਜੇ ਕਿਸਾਨਾਂ ਦੀ ਗੋਦ ਦੇ ਵਿੱਚ ਪੰਜਾਬ ਤੇ ਹਰਿਆਣੇ ਵਾਲਿਆਂ ਦੀ, ਉਹਦੇ ਪਿਓ ਨੂੰ ਲੈ ਕੇ ਇੱਥੇ ਆ ਕੇ ਮਾਫੀ ਮੰਗ ਲਏ ਜੇ ਅਸੀਂ ਗਲਤ ਕੀਤਾ BJP ਦੇ ਨਾਲ ਰਹਿ ਕੇ, ਹੁਣ ਅਸੀਂ ਤੁਹਾਡੇ ਕੋਲੇ ਆ,
ਔਰ ਇਹ ਕਿਸਾਨ ਉਹਨੂੰ ਕਦੇ ਉਹਦੇ ਪਿਓ ਨੂੰ ਜੇਲ੍ਹ ਨਹੀਂ ਜਾਣ ਦੇਣਗੇ, ਮੈਂ ਸਪਸ਼ਟ ਕਹਿਣਾ। ਔਰ ਇਹੀ ਉਹਨਾਂ ਦਾ ਭਵਿੱਖ ਆ ਚਟਾਲਿਆਂ ਦਾ। ਜੇ ਚਟਾਲੇ ਅੱਜ ਵੀ ਕਿਸਾਨਾਂ ਦੇ ਪੱਖ 'ਚ ਨਾ ਖੜੇ, ਅੱਜ ਵੀ ਭਾਜਪਾ ਦੇ ਪੱਖ 'ਚ ਖੜ ਗਏ, ਤਾਂ ਆਉਣ ਵਾਲੇ ਭਵਿੱਖ ਦੇ ਵਿੱਚ ਉਹਦਾ ਬਾਪ ਵੀ ਜੇਲ੍ਹ ਜਾਊ ਔਰ ਉਹਦਾ ਭਵਿੱਖ ਵੀ ਤਬਾਹ ਹੋਊਗਾ। ਔਰ ਇਹ ਪਤਾ ਲੱਗਿਆ ਵੀ ਭਾਜਪਾ ਵਾਲਿਆਂ ਨੇ ਉਹਨੂੰ ਵੀ ਚੰਗੇ ਟੈਚੀ ਦਿੱਤੇ ਹੋਏ ਨੇ ਨੋਟਾਂ ਦੇ, ਉਹਨੂੰ ਮਹਿਕਮੇ ਵੀ ਐਕਸਾਈਜ਼ ਕਰਕੇ ਦਿੱਤੇ ਹੋਏ ਨੇ ਜਿੱਥੋਂ ਉਹ ਚੰਗੀ ਕਮਾਈ ਕਰ ਰਿਹਾ। ਭਾਵੇਂ ਉਹਨੂੰ ਲਾਲਚ ਹੋਵੇ, ਪਰ ਜਿਹੜੇ ਜਾਟ ਵੀ ਆ ਚੜੇ ਨੇ ਗਿੱਲ ਸਾਹਿਬ ਹਿੱਕ ਦੇ ਉੱਤੇ, ਖੱਟਰ ਦੀ ਦੇ ਉੱਤੇ, ਜਿਹੜੇ ਖਾਪ ਪੰਚਾਇਤਾਂ ਜਿਹੜੀਆਂ ਨੇ ਉਹ ਬੋਲਤੀਆਂ ਖਾਪ ਪੰਚਾਇਤਾਂ ਨਾਲ। ਹਾਲਾਂਕਿ ਆਪਣੇ ਪੰਜਾਬੀ ਭਾਈਚਾਰਾ ਕਦੇ ਵੀ ਸਹਿਮਤ ਨਹੀਂ ਹੋਇਆ ਪਿਛਲੇ ਸਮੇਂ ਤੋਂ ਉਹਨਾਂ ਦੇ ਫੈਸਲਿਆਂ ਤੋਂ, ਲੇਕਿਨ ਹੁਣ ਜਿੱਡੀ ਵੱਡੀ ਤਾਦਾਦ ਦੇ ਵਿੱਚ ਇੱਥੇ ਆਏ ਨੇ ਲੰਗਰ ਲੈ ਕੇ, ਜਿੱਡੀ ਵੱਡੀ ਤਾਦਾਦ ਦੇ ਵਿੱਚ ਉਹਨਾਂ ਨੇ ਚਟਾਲਿਆਂ ਨੂੰ ਧਮਕੀ ਦਿੱਤੀ ਆ, ਇਹਦੇ ਤੋਂ ਲੱਗਦਾ ਹੀ ਹੈਗਾ ਕਿ ਉਹਨਾਂ ਦਾ ਸਰਕਾਰ ਕਿਸੇ ਵੀ ਸਮੇਂ ਟਿਕ ਸਕਦੀ ਹੈ। ਲੱਗਦਾ ਨਹੀਂ ਕਿ ਇੱਕ ਹਫ਼ਤੇ ਤੋਂ ਵੱਧ ਇਹਨਾਂ ਦੀ ਸਰਕਾਰ ਚੱਲੂ ਜੀ। ਅੱਛਾ, ਸਾਡੇ ਪ੍ਰਧਾਨ ਮੰਤਰੀ ਦੇ ਸੁਨੇਹੇ ਨੂੰ ਮੋਰਚੇ 'ਚ ਕਿਸਾਨ ਕਿਵੇਂ ਲੈ ਰਹੇ ਨੇ? ਕਿਉਂਕਿ ਟਰੂਡੋ ਦੀ ਜਿੱਤ ਦੇ ਲਈ ਬੜੇ ਅਖੰਡ ਪਾਠ ਜਿਹੜੇ ਇੱਥੇ ਰਖਾਏ ਸੀ ਲੋਕਾਂ ਨੇ, ਹੁਣ ਉਹਨਾਂ ਦੇ ਬਿਆਨ ਜਿਹੜਾ ਉਹਨਾਂ ਨੇ ਦਿੱਤਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਤੇ ਕਿਸਾਨਾਂ ਦੇ ਹੱਕ 'ਚ, ਉਹਦੇ ਲਈ ਕੀ ਗੱਲ ਚੱਲਦੀ ਹੈ? ਗਿੱਲ ਸਾਹਿਬ ਬਹੁਤ ਵਧੀਆ ਗੱਲ ਚੱਲ ਰਹੀ ਹੈ। ਇੰਟਰਨੈਸ਼ਨਲ ਮੀਡੀਆ ਦੇ ਵਿੱਚ ਮਸਲਾ ਚੱਲਿਆ ਗਿਆ। ਇੱਕ ਇਹ ਚੰਗੀ ਗੱਲ ਹੋ ਗਈ ਕਿ ਜਿਹੜਾ ਜਸਟਿਨ ਟਰੂਡੋ ਦੇ ਬਿਆਨ ਦੇ ਨਾਲ ਅੰਤਰਰਾਸ਼ਟਰੀ ਮੀਡੀਆ ਨੂੰ ਕਵਰ ਕਰਨ ਲੱਗ ਗਿਆ, ਉਹਦੇ ਵਿੱਚ ਚਰਚਾ ਚਲੀ ਗਈ। ਔਰ ਉਹਨਾਂ ਤੋਂ ਬਾਅਦ ਇੰਗਲੈਂਡ, ਫਰਾਂਸ, ਜਰਮਨ, ਹੋਰ ਵੱਖ-ਵੱਖ ਮੁਲਕਾਂ ਦੇ ਵਿੱਚੋਂ ਇਸ ਮਸਲੇ ਉੱਤੇ ਆਵਾਜ਼ ਉੱਠਣੀ ਸ਼ੁਰੂ ਹੋ ਗਈ। ਔਰ ਮਨੋਬਲ ਦੀ ਗੱਲ ਹੁੰਦੀ ਹੈ ਕਿ ਹਾਂ ਦਾ ਨਾਅਰਾ, ਜਿਹੜਾ ਮਲੇਰਕੋਟਲੇ ਵਾਲੇ ਨਵਾਬ ਦੇ ਵਸਦੇ ਕਿਹਾ ਜਾਂਦਾ ਕਿ ਹਾਂ ਦਾ ਨਾਅਰਾ ਮਾਰਿਆ ਉਹਨੇ, ਤਾਂ ਇਸ ਐਜੀਟੇਸ਼ਨ ਦੇ ਵਿੱਚ ਹਾਂ ਦਾ ਨਾਅਰਾ ਮਾਰਨ ਦਾ ਸਵਾਲ ਹੈ ਕਿ ਤੁਸੀਂ ਇੱਕ ਲਕੀਰ ਖਿੱਚੀ ਗਈ ਹੈ। ਇੱਕ ਪਾਸੇ ਕਿਸਾਨ ਖੜਾ ਹੈ, ਇੱਕ ਪਾਸੇ ਹਕੂਮਤ ਖੜੀ ਹੈ। ਤੁਸੀਂ ਕਿਸਾਨ ਨਾਲ ਹੋ ਜਾਂ ਹਕੂਮਤ ਨਾਲ ਹੋ। ਤੁਹਾਡੇ ਟਰੂਡੋ ਨੇ ਭਾਵੇਂ ਦਬਾਅ, ਮੈਂ ਨਹੀਂ ਕਹਿੰਦਾ ਕਿ ਟਰੂਡੋ ਕੋਈ ਇੰਨਾ ਹੀ ਉਹ ਹੈਗਾ ਕਿ ਉਹਨੂੰ ਕਿਸਾਨਾਂ ਨਾਲ ਹਮਦਰਦੀ ਹੈ, ਉਹਦੇ ਵਿੱਚ ਪੰਜਾਬੀ ਭਾਈਚਾਰੇ ਦਾ ਦਬਾਅ, ਜਿਹੜੇ ਸਾਡੇ ਪ੍ਰਵਾਸੀ ਵੀਰ ਨੇ ਗਿੱਲ ਸਾਹਿਬ ਤੁਹਾਡੇ ਵਰਗੇ, ਉਹਨਾਂ ਦਾ ਦਬਾਅ ਹੈਗਾ ਕਿ ਉਹਨੂੰ ਟਰੂਡੋ ਨੂੰ ਬੋਲਣਾ ਪਿਆ ਤੇ ਭਾਰਤੀ ਹਕੂਮਤ ਦੇ ਖਿਲਾਫ। ਤੋਂ ਹੁਣ ਕਿਸਾਨ ਇਹਨੂੰ ਬੜਾ ਵਧੀਆ ਲੈ ਰਹੇ ਨੇ, ਕਿਸਾਨ ਬੱਲੇ ਬੱਲੇ ਕਰ ਰਹੇ ਨੇ, ਜੈ ਜੈਕਾਰ ਕਰ ਰਹੇ ਨੇ ਪ੍ਰਵਾਸੀ ਵੀਰਾਂ ਦੀ, ਉਹਨਾਂ ਦੇ ਹੌਸਲੇ ਦੀ, ਦ੍ਰਿੜਤਾ ਦੀ। ਤਾਂ ਕਿਸਾਨ ਜਥੇਬੰਦੀਆਂ ਜਾਂ ਇੱਥੋਂ ਦੇ ਚੇਤਨ ਕਿਸਾਨਾਂ ਨੂੰ ਪਤਾ ਹੈ ਕਿ ਟਰੂਡੋ ਦੇ ਬਿਆਨ ਪਿੱਛੇ ਉਹ ਲੱਖਾਂ ਪੰਜਾਬੀ ਨੇ, ਉਹ ਪੰਜਾਬੀ ਭਾਈਚਾਰਾ ਸਾਡਾ, ਜਿਨ੍ਹਾਂ ਦੀਆਂ ਚਾਹੇ ਵੋਟਾਂ ਕਹਿ ਲਈਏ, ਚਾਹੇ ਦਬਾਅ ਕਹਿ ਲਈਏ, ਜਿਹਦੇ ਕਰਕੇ ਟਰੂਡੋ ਬੋਲਿਆ। ਲੇਕਿਨ ਭਾਰਤ ਸਰਕਾਰ ਨੂੰ ਰਾਸ ਨਹੀਂ ਆ ਰਿਹਾ। ਅੱਜ ਕੈਨੇਡਾ ਦਾ ਹਾਈ ਕਮਿਸ਼ਨਰ ਤਲਬ ਕਰ ਲਿਆ ਭਾਰਤ ਵਾਲਿਆਂ ਨੇ, ਧਮਕੀ ਦਿੱਤੀ ਆ ਸਿੱਧੀ ਗਿੱਲ ਸਾਹਿਬ ਕੇਂਦਰ ਸਰਕਾਰ ਨੇ ਤੁਹਾਡੇ ਹਾਈ ਕਮਿਸ਼ਨਰ ਨੂੰ, ਇੱਥੇ ਤਲਬ ਕਰਕੇ ਕੈਨੇਡਾ ਵਾਲੇ ਨੂੰ। ਉਹਨੂੰ ਕਹਿੰਦੇ ਭਾਰਤ ਦੇ ਅੰਦਰੂਨੀ ਮਸਲਿਆਂ 'ਚ ਦਖਲ ਦੇਣਾ ਬੰਦ ਕਰੋ। ਜੇ ਤੁਸੀਂ ਭਾਰਤ ਦੇ ਅੰਦਰੂਨੀ ਮਸਲਿਆਂ 'ਚ ਅਗਲੀ ਵਾਰ ਏਦਾਂ ਹੀ ਦਖਲ ਦਿੱਤਾ ਤਾਂ ਅਸੀਂ ਕੋਈ ਸਖਤ ਸਟੈਪ ਆ ਜਿਹੜਾ ਉਹ ਚੱਕਾਂਗੇ। ਸਿੱਧੇ ਤੌਰ ਦੇ ਉੱਤੇ ਧਮਕੀਆਂ ਨੇ ਜਿਹੜੀਆਂ ਉਹ ਦਿੱਤੀਆਂ ਨੇ। ਇਹ ਟਰੰਪ ਨੂੰ ਸ਼ਿਕਾਇਤ ਵੀ ਲਾਉਣਗੇ ਮੈਨੂੰ ਲੱਗਦਾ ਮੋਦੀ ਹੋਣੀ, ਵੀ ਤੁਹਾਡੇ ਜਿਹੜੇ ਨੇ ਕੈਨੇਡਾ ਵਾਲੇ ਪ੍ਰਧਾਨ ਮੰਤਰੀ ਬੋਲਦੇ ਨੇ। ਹਾਲਾਂਕਿ ਕਮਲਾ ਹੈਰਿਸ ਵੀ ਹੁਣ ਬੋਲਦੀ ਹੈ, ਉਹਨੇ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਜਿਹੜਾ ਉਹ ਹਾਂ ਦਾ ਨਾਅਰਾ ਮਾਰਿਆ ਹੈਗਾ। ਸੋ ਇੱਕ ਚੰਗੇ ਸੰਕੇਤ ਨੇ ਇਸ ਮਸਲੇ ਦੇ ਉੱਤੇ ਜੀ। ਆਖਰ ਦੇ ਵਿੱਚ ਆਸਟ੍ਰੇਲੀਆ ਦੀ ਦੁਰਘਟਨਾ ਬਾਰੇ ਦੱਸੋ ਜੀ, ਇੱਕ ਬੜੀ ਮਾੜੀ ਖਬਰ ਆ ਰਹੀ ਹੈ। ਨਵਕਰਨ ਸਾਹਿਬ, ਮੈਂ ਕਿਹਾ ਆਸਟ੍ਰੇਲੀਆ ਦੀ ਦੁਰਘਟਨਾ ਬਾਰੇ ਦੱਸੋ ਜੀ, ਬੜੀ ਮਾੜੀ ਖਬਰ ਆ ਰਹੀ ਆ ਉੱਥੋਂ। ਨਵਕਰਨ ਜੀ ਗੱਲ ਸਾਹਿਬ, ਮੈਂ ਕਿਹਾ ਆਸਟ੍ਰੇਲੀਆ ਦੀ ਖਬਰ ਬਾਰੇ ਵੀ ਦੱਸੋ ਜੀ ਅਖੀਰ ਦੇ ਵਿੱਚ। ਜੀ ਗੱਲ ਸਾਹਿਬ, ਆਸਟ੍ਰੇਲੀਆ ਤੋਂ ਇੱਕ ਬਹੁਤ ਮੰਦਭਾਗੀ ਖਬਰ ਆ ਜਿਹੜੀ ਉਹ ਸਾਹਮਣੇ ਆਈ ਹੈ। ਆਸਟ੍ਰੇਲੀਆ ਦੇ ਵਿੱਚ ਅੱਜ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਇੱਕ ਜਿਹੜਾ ਜਗਰਾਉਂ ਨੇੜਲੇ ਪਿੰਡ ਦੇ ਨੌਜਵਾਨ ਸੋਹਲ ਜਗੀਰ ਦਾ ਨੌਜਵਾਨ ਹੈ, ਉਹਦੀ ਪਤਨੀ ਤੇ 19 ਦਿਨਾਂ ਦੀ ਮਾਸੂਮ ਬੱਚੀ ਦੀ ਅੱਗ ਦੀ ਲਪੇਟ ਦੇ ਵਿੱਚ ਝੁਲਸਣ ਕਰਕੇ ਮੌਤ ਹੋਈ ਹੈ। ਅਚਾਨਕ ਪਤਾ ਲੱਗਿਆ ਘਰ ਨੂੰ ਅੱਗ ਲੱਗੀ ਹੈ ਔਰ ਇਸ ਜਿਹੜਾ ਪ੍ਰਵਾਸੀ ਪੰਜਾਬੀ ਪਰਿਵਾਰ ਹੈ, ਮੁੰਡਾ, ਉਹਦੀ ਪਤਨੀ ਤੇ 19 ਦਿਨਾਂ ਦੀ ਬੱਚੀ, ਤਿੰਨਾਂ ਦੀ ਝੁਲਸ ਕੇ ਮੌਤ ਹੋਈ ਹੈ। ਸੋ ਬੜੀ ਮੰਦਭਾਗੀ ਖਬਰ ਹੈ ਗਿੱਲ ਸਾਹਿਬ। ਜੀ ਗਿੱਲ ਸਾਹਿਬ, ਧੰਨਵਾਦ ਬਹੁਤ ਬਹੁਤ। ਤੇ ਹੁਣ ਤੁਸੀਂ ਇੱਥੇ ਬਾਰ ਐਤਵਾਰ ਇੱਥੇ ਰੁਕਣਾ ਜਾਂ ਪੰਜਾਬ ਜਾਣਾ? ਜੀ ਗਿੱਲ ਸਾਹਿਬ ਇੱਥੇ ਸ਼ਨੀਵਾਰ ਐਤਵਾਰ ਜਿਹੜਾ ਉਹ ਮੈਂ ਰੁਕਾਂਗਾ, ਸੋਮਵਾਰ ਜਾਵਾਂਗਾ ਔਰ ਕੁਛ ਦਿਨ ਜਿਹੜੇ ਉਹ ਫਿਰ ਪਿੰਡ ਲਾਵਾਂਗਾ। ਫਿਰ ਜੇ ਲੋੜ ਪਈ ਤਾਂ ਜਦੋਂ ਵੀ ਇੱਥੇ ਮੈਂ ਕਹਿਣਾ ਕਿਸਾਨਾਂ ਨੂੰ ਕਿ ਹਾਜ਼ਰ ਹੋਵਾਂਗਾ ਉਹਦੀ। ਠੀਕ ਹੈ, ਕੋਸ਼ਿਸ਼ ਕਰਦੇ ਹਾਂ। ਕੱਲ ਦੀ ਮੀਟਿੰਗ ਦੇ ਉੱਤੇ ਕਾਫੀ ਕੁਛ ਨਿਰਭਰ ਕਰਦਾ, ਕੱਲ ਦੀ ਮੀਟਿੰਗ ਕਿਹੋ ਜਿਹੀ ਹੈ। ਉਹ ਬੜਾ ਲੱਗਿਆ ਹੋਇਆ ਗਿੱਲ ਸਾਹਿਬ, ਬੜੇ ਗੁਲਦਸਤੇ ਦੇ ਵਿੱਚ ਰੰਗ ਨੇ
ਔਰ ਪੰਜਾਬੀਆਂ ਤੇ ਹਰਿਆਣਵੀਆਂ ਤੇ ਹੋਰ ਵੱਖ-ਵੱਖ ਸਟੇਟਾਂ ਦੀ ਸਾਂਝ ਪਕੇਰੀ ਹੋ ਰਹੀ ਹੈ। ਹਕੂਮਤ ਦੇ ਖਿਲਾਫ ਇੱਕ ਵੱਡੀ ਲਲਕਾਰ ਸਾਹਮਣੇ ਆ ਰਹੀ ਹੈ ਕਿਸਾਨਾਂ ਦੀ, ਔਰ ਬੜੀ ਦ੍ਰਿੜਤਾ ਤੇ ਹੌਸਲੇ ਦੇ ਨਾਲ ਕਿਸਾਨ ਐਜੂਕੇਸ਼ਨ ਹੈ ਜਿਹੜੀ ਉਹ ਅੱਗੇ ਵਧ ਰਹੀ ਆ। ਕੀ ਗੱਲ ਸਾਹਿਬ, ਧੰਨਵਾਦ ਬਹੁਤ ਬਹੁਤ। ਤੇ ਕੱਲ ਨੂੰ ਆਪਾਂ ਇਨ ਟੱਚ ਰਹਾਂਗੇ। ਜਿਹੜੀ ਵੀ ਇਨਫੋਰਮੇਸ਼ਨ ਤੁਸੀਂ ਦਿਓਗੇ ਆਪਾਂ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਉਸ ਨੂੰ ਪੋਸਟ ਕਰਾਂਗੇ 600 AM ਸ਼ੇਰੇ ਪੰਜਾਬ ਰੇਡੀਓ ਤੇ। ਧੰਨਵਾਦ, ਸ਼ੁਭ ਸ਼ਾਮਾਂ ਤੇ ਚੜ੍ਹਦੀ ਕਲਾ ਚ ਰਹੋ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਦਾ ਫੇਰ ਇੱਕ ਵਾਰ ਧੰਨਵਾਦ। ਸੰਘਰਸ਼ ਦੇ ਬਾਰੇ ਕੋਈ ਗੱਲਬਾਤ ਤੁਸੀਂ ਕਿਸਾਨ ਮੋਰਚੇ ਬਾਰੇ ਕਰਨੀ ਚਾਹੋ ਤਾਂ ਕਰ ਸਕਦੇ ਹੋ ਹੁਣ, ਤੇ ਅਗਲੇ ਘੰਟੇ ਦੇ ਵਿੱਚ ਫਿਰ ਆਪਾਂ ਖਬਰਾਂ ਤੇ ਦੇਸ਼ ਪੰਜਾਬ ਦੀ ਜਿਹੜੀ ਮੇਰਾ ਪਿੰਡ ਮੇਰੇ ਖੇਤ ਸ਼ੁੱਕਰਵਾਰ ਨੂੰ ਹੁੰਦਾ ਹੈ ਉਹ ਆਪਾਂ ਫਿਰ ਗੱਲਬਾਤ ਕਰਾਂਗੇ। ਰਾਜਸਥਾਨੀ ਸਾਹਿਬ ਤੁਸੀਂ ਏਅਰ ਤੇ ਹੋ ਜੀ, ਲਾਈਨ ਨੰਬਰ 1। ਹਾਂਜੀ, ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦੇਖੋ, ਇਹ ਤੇ ਮੇਰੇ ਵਿਚਾਰ ਹੈਗੇ ਆ ਰਾਜਸਥਾਨੀ ਦੇ ਵੀ, ਵਿਨਾਸ਼ ਕਾਲੇ ਬੁੱਧੀ ਵਿਪਰੀਤ। ਹਿੰਦੀ ਪੜ੍ਹਿਆ ਮੈਂ। ਜਦੋਂ ਤੁਸੀਂ ਕੋਈ ਵੀ ਇਨਸਾਨ, ਚਾਹੇ ਰਾਖਸ਼ ਸੀਗਾ ਚਾਹੇ ਰਾਵਣ ਸੀ, ਜਦੋਂ ਬੁੱਧੀ ਭ੍ਰਿਸ਼ਟ ਹੋ ਜਾਂਦੀ ਨਾ ਉਹ ਫਿਰ ਉਹਦਾ ਵਿਨਾਸ਼ ਹੋ ਜਾਂਦਾ ਹੈਗਾ। ਤਾਂ ਵਿਨਾਸ਼ ਕਾਲੇ ਬੁੱਧੀ ਵਿਪਰੀਤ। ਤਾਂ ਸਾਰੀ ਨਵਕਿਰਨ ਦੀ ਅਸੀਂ ਤੁਹਾਡੀ ਸਾਰੀ ਸੁਣੀ ਅਸੀਂ ਗੱਲਬਾਤ, ਤੇ ਉਹਦੇ ਵਿੱਚ ਸਿੱਟਾ ਇਹ ਨਿਕਲਦਾ ਹੈਗਾ ਵੀ ਦੇਖੋ ਬੜਾ ਸੋਹਣਾ ਦੇਸ਼ ਵਸ ਰਿਹਾ ਸੀ। ਕਰੋਨਾ ਦਾ ਸਾਰੇ ਵਿਸ਼ਵ 'ਚ ਹਾਹਾਕਾਰ ਮੱਚੀ ਪਈ ਸੀ। ਇਹ ਆਰਡੀਨੈਂਸ ਬਿੱਲ ਤਾਂ ਉਦੋਂ ਪਾਸ ਕਰੀਦੇ ਆ ਜਦੋਂ ਕੋਈ ਸੰਕਟ ਹੋ ਜਾਏ ਜਾਂ ਵੀ ਕੋਈ ਜ਼ਰੂਰੀ ਹੋ ਜਾਏ ਵੀ ਇਹ ਬਿੱਲ ਪਾਸ ਕਰਨਾ। ਆਰਡੀਨੈਂਸ ਦਾ ਮਤਲਬ ਇਹ ਹੁੰਦਾ ਹੈਗਾ। ਤੇ ਉਹਨਾਂ ਨੇ ਬੈਠੇ ਬਿਠਾਏ ਇਹ ਗੱਲ ਛੇੜ ਲਈ, ਧਰਤੀ ਪੁੱਤਰਾਂ ਨਾਲ ਕਿਸਾਨਾਂ ਦਾ ਮਸਲਾ ਖੜਾ ਕਰ ਦਿੱਤਾ। ਜਿਹੜੀ ਇੰਦਰਾ ਗਾਂਧੀ ਸੀ ਜਦੋਂ ਬੁੱਧੀ ਭ੍ਰਿਸ਼ਟ ਹੋਈ, ਐਮਰਜੈਂਸੀ ਲਾਤੀ, ਕਾਲ ਤੱਕ ਢਾਤਾ, ਤੇ ਉਹਦਾ ਰਿਜ਼ਲਟ ਦੇਖ ਲਓ ਵੀ ਕੀ ਨਿਕਲਿਆ ਹੈਗਾ। ਤੇ ਕਿਤੇ ਦੀ ਕਿਤੇ ਗੱਲ ਚਲੇਗੀ। ਸੋ ਉਹ ਇਹ ਹੁਣ ਬਹੁਤ ਇਹਨਾਂ ਮੋਦੀ ਨੂੰ ਮਿਲਿਆ ਸੀਗਾ ਦੂਸਰੇ ਇਲੈਕਸ਼ਨ ਦੇ ਵਿੱਚ 386 ਸੀਟਾਂ ਸਿੱਧੀਆਂ ਆਈਆਂ ਸੀਗੀਆਂ, ਤੇ ਉਹਦੇ ਵਿੱਚ ਜਿੱਦਾਂ ਵੀ ਬੱਲੇ ਬੱਲੇ ਹੋ ਗਈ ਸੀ ਵੀ ਇੰਨਾ ਸਮਰਥਨ ਸਾਰੀਆਂ ਸਟੇਟਾਂ 'ਚ। 25 ਦੀਆਂ 25 ਰਾਜਸਥਾਨ ਦੀਆਂ, 25 ਦੀਆਂ 25 ਮੱਧ ਪ੍ਰਦੇਸ਼ ਦੀਆਂ, ਤੇ ਗੁਜਰਾਤ ਦੀਆਂ 25 ਦੀਆਂ 25 MP ਦੀਆਂ ਸੀਟਾਂ। ਤੇ ਹੁਣ ਇਹ ਜਿਹੜਾ ਬਿੱਲ ਪਾਸ ਕੀਤਾ ਇਹ ਹੁਣ ਜਨ ਅੰਦੋਲਨ ਬਣ ਗਿਆ। ਮਤਲਬ ਕਿਸਾਨਾਂ ਦਾ ਨਹੀਂ ਰਹਿੰਦਾ ਹੋਇਆ ਵੀ ਇਹ, ਮੈਂ ਇਹਨੂੰ ਸ਼ਾਇਦ ਤੁਸੀਂ ਮੇਰੇ ਨਾਲ ਛੋਟੇ ਉਮਰ ਦੇ ਵਿੱਚ ਜਦੋਂ ਪਹਿਲੀ ਕ੍ਰਾਂਤੀ ਆਈ ਹੈ ਜੈ ਪ੍ਰਕਾਸ਼ ਨਾਰਾਇਣ ਨੇ ਲਿਆਂਦੀ ਸੀ ਭਾਰਤ ਦੇ ਵਿੱਚ, ਵੀ ਉਸ ਕ੍ਰਾਂਤੀ ਦੇ ਵਿੱਚ ਮਹਾਰਾਜ ਦੇਸਾਈ ਪ੍ਰਧਾਨ ਮੰਤਰੀ ਬਣਿਆ, ਪਰ ਉਹ ਚੱਲੀ ਨਹੀਂ ਕ੍ਰਾਂਤੀ, ਬੈਠ ਗਈ ਥੱਲੇ। ਤੇ ਫਿਰ ਇਹ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਸ਼ਾਸਤਰੀ ਜੀ ਨੇ ਲਾਇਆ ਜੀ। ਉਦੋਂ ਬਾਅਦ ਚੌਧਰੀ ਚਰਨ ਸਿੰਘ ਜੀ ਨੇ ਪਹਿਲੀ ਰੈਲੀ ਕੀਤੀ ਕਿਸਾਨਾਂ ਦੀ, ਉਹਦੇ ਵਿੱਚ ਮੈਂ ਗਿਆ। ਉਧਰ ਰਾਜਸਥਾਨ ਤੋਂ ਅਸੀਂ ਆਏ ਸੀ ਜਾਟਾਂ ਦੇ ਨਾਲ। ਅੱਛਾ ਜੀ। ਤੇ ਇਹਦੇ ਵਿੱਚ ਹੁਣ ਇਹ ਹੋ ਗਿਆ ਹੈਗਾ, ਉਹ ਜਿਹੜੀ ਰੈਲੀ ਸੀਗੀ ਉਹ ਇਹ ਜਿਹੜੀ ਕੁਰਸੀ ਹੈ ਨਾ, ਜੇ ਤਾਂ ਚੌਧਰੀ ਸਿਆਣਾ ਹੁੰਦਾ, ਬਹੁਤ ਹੀ ਵਿਦਵਾਨ ਬੰਦਾ ਸੀਗਾ, ਵੀ ਕੁਰਸੀ ਨੂੰ ਨਾ ਲੋਚਦਾ, ਗ੍ਰਹਿ ਮੰਤਰੀ ਬਣਾਤਾ ਸੀ ਉਹਨੂੰ। ਤੇ ਉਹ ਪੰਗਾ ਉਹਨੇ ਸਿਰਫ ਇਹ ਕਿਸਾਨ ਅੰਦੋਲਨ ਦਾ ਉਹਨੇ ਚਲਾਇਆ, ਮਤਲਬ ਇੱਕ ਕਿਰਨ ਤਾਂ ਉਹ ਛੱਡ ਗਿਆ ਕਿਸਾਨਾਂ ਦੀ, ਖੜਾ ਕਰਕੇ ਕਿਸਾਨ ਘਾਟ ਵੀ ਬਣਾ ਗਿਆ ਮਨ ਲੱਗਿਆ, ਪਰ ਉਹ ਕੁਰਸੀ ਨੂੰ ਲੋਚਦਾ ਸੀ ਵੀ ਮੈਂ ਪ੍ਰਧਾਨ ਮੰਤਰੀ ਬਣਾ ਦੇਸ਼ ਦਾ। ਤੇ ਉਹ ਰੈਲੀ ਫੇਲ ਹੋ ਗਈ, ਜਾਟ ਰੈਲੀ ਬਣਾ ਦਿੱਤੀ ਗਈ। ਹੁਣ ਅੱਜ ਦਾ ਸਮਾਂ ਹੈਗਾ, ਇਹ ਜਿਹੜੀ ਪੰਜਾਬ ਆਗੂ ਹੋ ਕੇ ਮੂਹਰੇ ਆਇਆ ਭਾਰਤ ਦੇ ਵਿੱਚ, ਕਿਸਾਨ ਅੰਦੋਲਨ ਦੇ ਵਿੱਚ ਆਗੂ ਬਣ ਗਿਆ ਪੰਜਾਬ ਜਿੱਦਾਂ ਪਈ ਜੀ। ਜਿੱਦਾਂ ਕਿ ਪਹਿਲਾਂ ਵੀ ਆਪਾਂ ਆਗੂ ਰਹੇ ਹੈਗੇ ਆ ਸਾਰੇ ਮੂਵਮੈਂਟਾਂ 'ਚ, ਪਿਛਲੀਆਂ ਹਿਸਟਰੀ ਇਹੀ ਦੱਸਦੀ ਆ। ਤੇ ਹੁਣ ਫਿਰ ਆਗੂ ਬਣ ਗਿਆ ਇਹ। ਹੁਣ ਇਹ ਜਨ ਅੰਦੋਲਨ ਬਣ ਗਿਆ, ਸਾਰੇ ਭਾਰਤ ਦੇ ਵਿੱਚ ਫੈਲ ਗਿਆ। ਹੋਰ ਸੰਗਠਨ ਨਾਲ ਆ ਗਏ। ਟਰੱਕ ਯੂਨੀਅਨ ਦੇਖੋ, ਬਹੁਤ ਵੱਡੀ ਯੂਨੀਅਨ ਹੈ। ਉਹਨੇ ਜਿਹੜਾ ਬਿਆਨ ਦਿੱਤਾ ਕੱਲ, ਤੇ ਰਮਾਣਾ ਸਾਹਿਬ ਕਰ ਰਹੇ ਸੀਗੇ ਉਹਦੇ ਨਾਲ ਗੱਲਬਾਤ, ਤੇ 8 ਤਰੀਕ ਦਿੱਤੀ। 8 ਤਰੀਕ ਨੂੰ ਅਸੀਂ ਬੰਦ ਸਭ ਕੁਛ, ਹਾਂਜੀ, ਚੱਕਾ ਜਾਮ ਕਰ ਦਿਆਂਗੇ 8 ਤਰੀਕ ਨੂੰ ਸਾਰੇ ਭਾਰਤ ਦਾ। ਤੇ ਅੱਡ ਕਿਸਾਨਾਂ ਨੇ ਵੀ ਹਰੇਕ ਸਟੇਟ, ਮਹਾਰਾਸ਼ਟਰ, ਮੱਧ ਪ੍ਰਦੇਸ਼ ਦੇ ਵਿੱਚ ਜਾਂ ਜਿੱਥੇ ਵੀ, ਬਿਹਾਰ ਜਾਂ ਰਾਜਸਥਾਨ ਵੀ, ਉਹ ਆਪਣੀਆਂ ਸਟੇਟਾਂ 'ਚ ਕਰਨਗੇ। ਤਾਂ ਬੜਾ ਹੜਕੰਬ ਜਿਹਾ ਮੱਚ ਗਿਆ ਸਾਰੇ ਦੇਸ਼ ਦੇ ਵਿੱਚ, ਜਨ ਅੰਦੋਲਨ ਬਣ ਗਿਆ ਇਹ ਕਿਸਾਨ ਨਾ ਹੁੰਦਾ ਹੋਇਆ। ਅਗਰ ਅਸੀਂ ਇਹਦੇ 'ਚ ਸਫਲ ਹੁੰਦੇ ਹੈਗੇ ਆ, ਤੇ ਜਿਹੜਾ ਸਾਡੇ ਤੇ ਲੈਵਲ ਲੱਗਿਆ ਸੀਗਾ, ਇੰਦਰਾ ਨੇ ਲਾਇਆ ਸੀ ਵੀ ਇਹ ਦੇਸ਼ ਧਰੋਹੀ ਕੌਮ ਹੈਗੀ ਹੈ ਭਾਰਤ ਦੇ ਵਿੱਚ, ਸਿੱਖ ਕੌਮ, ਸਾਨੂੰ ਅਲੱਗ ਥਲੱਗ ਕਰ ਦਿੱਤਾ ਗਿਆ ਸੀਗਾ। ਬਹੁਤ ਬੁਰਾ ਹਾਲ ਹੋਇਆ। ਸਾਡੀ ਜਿਹੜੀ ਇੰਨੇ ਸਦੀਆਂ ਦੀ ਸਾਡੀ ਕੁਰਬਾਨੀ ਨੂੰ ਅਣਗੌਲਿਆ ਕਰਕੇ ਸਾਨੂੰ ਗਦਾਰ ਘੋਸ਼ਿਤ ਕਰਤਾ ਇੰਦਰਾ ਗਾਂਧੀ ਨੇ, ਤੇ ਨਫ਼ਰਤ ਪੈਦਾ ਕਰਕੇ, ਤੇ ਉਹਦਾ ਮੁੰਡਾ ਜਿੱਤ ਗਿਆ ਵੋਟਾਂ ਲੈ ਕੇ, ਰਾਜੀਵ ਗਾਂਧੀ।
ਉਹ ਅਸੀਂ ਸਾਰਾ ਧੋਣਾ ਧੋ ਦਿਆਂਗੇ ਜੇ ਅਸੀਂ ਸਫਲ ਹੋ ਗਏ ਇਹਦੇ ਵਿੱਚ। ਸਫਲ ਹੋਵਾਂਗੇ ਰਾਜਸਥਾਨੀ ਸਾਹਿਬ। ਮੈਂ ਖਬਰਾਂ ਤੋਂ ਪਹਿਲਾਂ ਇੱਕ ਹੋਰ ਕਾਲਰ ਲੈਣਾ ਚਾਹੁੰਦਾ, ਤੁਸੀਂ ਫੇਰ ਇੱਕ ਵਾਰ ਆਉਣਾ ਜੀ। ਫੇਰ ਅਮਰਜੀਤ ਸਿੰਘ ਸੰਧੂ ਜੀ, ਤੁਸੀਂ ਏਅਰ ਤੇ ਹੋ। ਸਰਦਾਰ ਹਰਜੀਤ ਸਿੰਘ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਬਾਈ ਜੀ। ਮੈਂ ਤੇ ਇੱਥੇ ਇੱਕ ਗੱਲ ਇਹ ਕਹਿਣਾ, ਜਿਹੜੀ ਹੁਣ ਇੰਡੀਅਨ ਸਰਕਾਰ ਨੇ ਸਾਡੇ ਅੰਬੈਸਡਰ ਨੂੰ ਤਲਬ ਕੀਤਾ, ਉਹਦੇ ਬਾਰੇ ਮੇਰਾ ਇਹ ਹੈਗਾ ਵੀ ਇੱਥੇ ਫਿਰ ਦੁਬਾਰੇ ਜੋ ਵੀ ਤੁਹਾਡੇ ਪ੍ਰੋਗਰਾਮ ਨੇ ਉਹਦੇ ਮੁਤਾਬਕ ਆਪਾਂ ਨੂੰ ਕਰਨਾ ਚਾਹੀਦਾ। ਇੰਡੀਆ ਦਾ ਕਲਬ ਇੱਕ ਸਵਾਲ। ਦੂਜਾ ਸਵਾਲ ਕਿ ਉਹ ਆਪਣੇ ਰਾਸ਼ਟਰਪਤੀ ਨੂੰ ਯੂਐਸਏ ਨੂੰ ਵੀ ਤਲਬ ਕਰਨ, ਉਹਨਾਂ ਦੇ ਅੰਬੈਸਡਰ ਵੀ ਤਲਬ ਕਰਨਗੇ। 2 ਸਵਾਲ। ਤੀਜਾ ਸਵਾਲ ਰਾਜਸਥਾਨੀ ਜੀ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਬੀਜੇਪੀ ਹੁਣ ਛੱਡਤੀ ਹਜੇ ਬੀਜੇਪੀ ਚ? 3 ਸਵਾਲ ਰਾਜਸਥਾਨੀ ਜੀ, ਇੱਕ ਸਵਾਲ ਜਵਾਬ ਦੇ ਕੇ ਜਾਣ ਵੀ ਤੁਸੀਂ ਸਟਿਲ ਬੀਜੇਪੀ ਚ ਹੋ ਅਤੇ ਛੱਡ ਚੁੱਕੇ ਹੋ। ਥੈਂਕ ਯੂ। ਧੰਨਵਾਦ ਜੀ। ਹੁਣ ਉਹ ਐਕਟਿਵ ਨਹੀਂ ਜੀ ਵਾਲਾ ਹੈ ਕਿਉਂਕਿ ਉਮਰ ਦੇ ਹਿਸਾਬ ਨਾਲ, ਪਰ ਸਾਰੀ ਜ਼ਿੰਦਗੀ ਉਹ ਨਾਲ ਹੀ ਰਹੇ ਨੇ। ਇਹ ਤੇ ਮਤਲਬ ਮੈਂ ਜਿਵੇਂ ਸੋਚਦਾ। ਹੁਣ ਖਬਰਾਂ ਦਾ ਸਮਾਂ ਹੋ ਗਿਆ। ਸਰ ਜੋਗਿੰਦਰ ਸਿੰਘ ਜੀ, ਮੇਰੇ ਕੋਲ ਖਬਰਾਂ ਤੋਂ ਬਾਅਦ ਤੁਸੀਂ ਪਲੀਜ਼ ਫੋਨ ਕਰਿਓ ਤੇ ਫਿਰ ਆਪਾਂ ਗੱਲਬਾਤ ਕਰਦੇ। ਸੋ ਖਬਰਾਂ ਤੋਂ ਬਾਅਦ ਬਾਕੀ ਕਾਲਰਾਂ ਨਾਲ ਮੈਂ ਗੱਲਬਾਤ ਕਰਾਂਗਾ। ਕਾਲਰ ਨੇ ਜੀ, ਉਹਨਾਂ ਨਾਲ ਮੈਂ ਗੱਲਬਾਤ ਕਰਦਾ ਤੇ ਉਸ ਤੋਂ ਬਾਅਦ ਇੱਕ ਸੈਗਮੈਂਟ ਜਿਹੜੀ 10 ਮਿੰਟ ਦੀ ਹੈ ਮਦਰ ਇੰਡੀਆ ਤੋਂ ਨਰੇਸ਼ ਸ਼ੁਕਲਾ ਜੀ ਨਾਲ, ਉਹ ਕਰਾਂਗੇ। ਅਮਿਤ ਔਜਲਾ ਸਾਡਾ ਨੌਜਵਾਨ ਮੁੰਡਾ ਇੱਥੇ ਦਾ ਪੁੱਤਰ, ਕੱਲ ਵੀ ਮੈਂ ਗੱਲ ਕਰਦਾ ਹਟਿਆ ਤੇ ਉਹਦੇ ਮਨ ਦੇ 'ਚ ਕੋਈ ਬਲਬਲੇ ਸੀ। ਕੱਲ ਕਹਿੰਦੇ ਮੈਨੂੰ ਪਤਾ ਨਾ ਲੱਗਿਆ, ਹੁਣ ਮੇਰੇ ਨਾਲ ਹੈ। ਹੈਲੋ ਅਮਿਤ, ਸਤਿ ਸ੍ਰੀ ਅਕਾਲ। ਅਮਿਤ। ਹਾਂਜੀ ਗਿੱਲ ਸਾਹਿਬ, ਹਾਂਜੀ ਹਾਂਜੀ ਆ ਰਹੀ ਹੈ। ਸਤਿ ਸ੍ਰੀ ਅਕਾਲ। ਹਾਂਜੀ ਗਿੱਲ ਸਾਹਿਬ, ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਹੁਣ ਦਿੱਲੀ ਦੇ ਵਿੱਚ ਟਾਈਮ ਦੇ ਵਿੱਚ ਹੁਣ ਜਿਹੜੇ ਕਿਸਾਨ ਜਿਹੜੇ ਪੀਸਫੁਲ ਪ੍ਰੋਟੈਸਟ ਕਰਦੇ ਆ, ਉਹਨਾਂ ਨੂੰ ਹੁਣ ਟੈਰਰਿਸਟ ਦਾ ਲੇਬਲ ਦਿੰਦੇ ਆ। ਇਹ ਸ਼ੁਰੂ ਤੋਂ ਹੀ ਜਿਹੜੀ ਗੌਰਮੈਂਟ ਆ ਤੇ ਜਿਹੜੇ RSS ਦੇ ਬੰਦੇ ਆ, ਉਹ ਸ਼ੁਰੂ ਤੋਂ ਹੀ ਇਹ ਕਹਿੰਦੇ ਆਉਂਦੇ ਆ ਵੀ ਹਨਾ, ਜਦੋਂ ਸਿੱਖ ਆਪਦੇ ਹੱਕਾਂ ਲਈ ਖੜਦੇ ਨੇ ਉਦੋਂ ਟੈਰਰਿਸਟ ਬਣ ਜਾਂਦੇ ਆ। ਜੋ ਤੁਹਾਡੇ ਹੱਕਾਂ ਵਾਸਤੇ ਉਦਮ ਸਿੰਘ ਬਣ ਕੇ, ਭਗਤ ਸਿੰਘ ਬਣ ਕੇ ਤੇ ਸਾਡੇ ਹੋਰ ਜਿਹੜੇ ਨੌਜਵਾਨ ਸ਼ਹੀਦ ਆ, ਉਦੋਂ ਫਿਰ ਉਹ ਫਰੀडम ਫਾਈਟਰ ਬਣ ਜਾਂਦੇ ਨੇ। ਠੀਕ ਹੈ ਕਿ ਨਹੀਂ? ਤੇ ਇਹੋ ਜਿਹੜੇ ਹੁਣ ਇਹ ਚਾਹੁੰਦੇ ਆ, ਹੁਣ ਬਹੁਤ ਸਾਰੀਆਂ ਟਵੀਟਾਂ, ਬਹੁਤ ਸਾਰੀਆਂ ਵੀਡੀਓ ਨਿਕਲੀਆਂ ਹੋਈਆਂ ਕਿ ਮੋਦੀ ਨੇ ਆਪਦੇ ਬੰਦੇ ਵੀ ਵਿੱਚ ਵਾੜ ਦਿੱਤੇ ਆ। ਅੱਜ ਸਵੇਰੇ ਹੀ ਮੈਂ ਵੀਡੀਓ ਦੇਖ ਰਿਹਾ ਸੀਗਾ ਵੀ ਉਹਦੇ ਵਿੱਚ ਮੋਦੀ ਨੇ ਆਪਦੇ ਬੰਦੇ ਵਾੜ ਕੇ ਉਹਨਾਂ ਨੂੰ ਸਿੰਘਾਂ ਦਾ ਰੂਪ ਦੇ ਕੇ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਆ। ਆਪਾਂ ਆਪਣੀ ਜਿਹੜਾ ਸੰਘਰਸ਼ ਆ ਜਾਰੀ ਰੱਖਣਾ ਵਾ। ਆਪਾਂ ਹੁਣ ਇਹਨਾਂ ਨੇ ਆਪਾਂ ਨੂੰ ਲਲਕਾਰਨ ਦੀ ਬਹੁਤ ਕੋਸ਼ਿਸ਼ ਕਰਨੀ ਆ, ਪਰ ਆਪਾਂ ਆਪਣਾ ਪੀਸਫੁਲ ਪ੍ਰੋਟੈਸਟ ਰੱਖਣਾ ਆ। ਆਪਾਂ ਹੁਣੇ ਮੈਂ ਖਬਰ ਸੁਣਦਾ ਆ ਰਿਹਾ ਸੀ ਵੀ ਕਹਿੰਦੇ ਜਿਹੜੀ ਆਮ ਜਨਤਾ ਆ ਉਹਨੂੰ ਪ੍ਰੋਬਲਮ ਹੋ ਰਹੀ ਹੈ ਦਿੱਲੀ ਦੇ ਪ੍ਰੋਟੈਸਟ ਕਰਕੇ, ਵੀ ਜਿਹੜੇ ਕਿਸਾਨ ਆ ਉਹਨਾਂ ਨੂੰ ਹਟਾਉਣਾ ਵਾ। ਹੁਣ ਜੇ ਹੁਣ ਕਿਸਾਨ ਹੁਣ ਪਿੱਛੇ ਹਟ ਗਏ ਆ, ਫਿਰ ਤਾਂ ਆਮ ਜਨਤਾ ਨੂੰ ਤਾਂ ਪ੍ਰੋਬਲਮ ਆਉਣੀ ਆ ਕਰਕੇ where are they gonna get their food? ਠੀਕ ਹੈ ਕਿ ਨਹੀਂ? ਬਿਲਕੁਲ। ਹੁਣ ਬਿਲਕੁਲ ਐਂਡ ਤੇ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਵੀ ਦਿੱਲੀ ਦੇ ਜਾਂ RSS ਦੇ ਬੰਦੇ ਨੇ, ਉਹਨਾਂ ਨੂੰ ਵੀ ਹੁਣ ਨਹੀਂ ਮੌਸਮ ਬੁੱਲੇ ਦੇ ਗੀਤਾਂ ਦਾ, ਹੁਣ ਤੂੰ ਸ਼ਗਨ ਦੀ ਰੁੱਤ ਸੁਣੇਗਾ। ਹੁਣ ਨਹੀਂ ਪਾਉਣੇ ਵੈਣ ਸਾਡੀਆਂ ਮਾਵਾਂ ਨੇ, ਹੁਣ ਤੂੰ ਉਹਦੇ ਪੁੱਤ ਸੁਣੇਗਾ। ਜਿਉਂਦਾ ਰਹਿ ਪੁੱਤਰਾ, ਜਿਉਂਦਾ ਰਹਿ ਅਮਿਤ। ਥੈਂਕ ਯੂ ਗੱਲ ਸਾਹਿਬ, ਥੈਂਕ ਯੂ। ਅਮਿਤ ਔਜਲਾ ਇਹ ਇੱਥੇ ਦੇ ਜੰਮੇ ਪਲਿਆ ਜਿਨ੍ਹਾਂ ਨੂੰ ਕਹਿੰਦੇ ਸੀ ਇਹਨਾਂ ਨੂੰ ਪਤਾ ਨਹੀਂ ਹੈ ਸਭ ਕੁਝ। ਵੇਖ ਲਓ, ਇਸ ਤਰ੍ਹਾਂ ਕਹਾਣੀ ਬਣਦੀ ਹੈ। ਕੱਲ ਵੀ ਪ੍ਰੋਗਰਾਮ ਤੋਂ ਬਾਅਦ ਅਮਿਤ ਦਾ ਫੋਨ ਆਇਆ, ਕਹਿੰਦਾ ਅੰਕਲ ਮੈਂ ਰਹਿ ਗਿਆ। ਮੈਂ ਕੱਲ ਨੂੰ ਸਹੀ, ਫਿਰ ਗੱਲੇ ਨਹੀਂ ਕੋਈ। ਹੁਣ ਮੇਰੇ ਨਾਲ ਨਰੇਸ਼ ਸ਼ੁਕਲਾ ਜੀ ਨੇ, ਖਾਸਾ ਚਿਰ ਹੋ ਗਿਆ ਨਰੇਸ਼ ਸ਼ੁਕਲਾ ਜੀ ਨਾਲ ਗੱਲਬਾਤ ਨਹੀਂ ਕੀਤੀ। ਬਹੁਤ ਖੁਸ਼ ਰਹਿਣ ਵਾਲੇ ਇਨਸਾਨ ਨੇ ਤੇ ਗੱਲਬਾਤ ਬੜੀ ਵਧੀਆ ਹੁੰਦੀ ਹੈ ਸ਼ੁਕਲਾ ਜੀ ਨਾਲ। ਸ਼ੁਕਲਾ ਜੀ ਸਵਾਗਤ, ਸਤਿ ਸ੍ਰੀ ਅਕਾਲ। ਹਾਂਜੀ ਭਾਜੀ, ਪ੍ਰੋਗਰਾਮ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਮੇਰਬਾਨ ਸਤਿ ਸ੍ਰੀ ਅਕਾਲ। ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸ਼ੁਕਲਾ ਜੀ, ਕਈ ਮਹੀਨੇ ਹੋ ਗਏ ਗੱਲਬਾਤ ਨਹੀਂ ਹੋਈ। ਤੁਸੀਂ ਕਿਵੇਂ ਹੋ? ਚੜ੍ਹਦੀ ਕਲਾ? ਹਾਂਜੀ ਬਿਲਕੁਲ ਚੜ੍ਹਦੀ ਕਲਾ ਜੀ, ਬਿਲਕੁਲ ਆਨੰਦ ਪ੍ਰਸੰਨ ਹੈ, ਸਭ ਕੁਝ ਠੀਕ ਠਾਕ ਹੈ ਸੋ ਫਾਰ ਜੀ। ਵੈਰੀ ਗੁੱਡ। ਅੱਛਾ, ਸਭ ਤੋਂ ਪਹਿਲਾਂ ਮੈਨੂੰ ਕਾੜੇ ਬਾਰੇ ਦੱਸਿਓ। ਹਲੇ ਵੀ ਕਾੜਾ ਹੈ ਆਪਣੇ ਕੋਲ?
ਹਾਂਜੀ ਬਿਲਕੁਲ ਕਾੜਾ ਹੈਗਾ, ਕਾੜੇ ਦਾ ਬਹੁਤ ਹੀ ਅੱਛਾ ਰਿਸਪੌਂਸ ਆ ਰਿਹਾ ਹੈਗਾ ਬਿਕਾਜ਼ ਕਾੜਾ ਜਿਹੜਾ ਅਸੀਂ ਬਣਾਇਆ ਸੀ ਇਹ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਦਾ ਹੈਗਾ, ਪਲੱਸ ਤੁਹਾਨੂੰ ਰਾਤ ਨੂੰ ਨੀਂਦ ਵੀ ਅੱਛੀ ਆਉਂਦੀ ਹੈਗੀ ਆ, ਬੜਾ ਈਜ਼ੀ ਟੂ ਯੂਜ਼ ਹੈਗਾ। ਇਹਦੇ ਵਿੱਚ ਅਸੀਂ ਤਕਰੀਬਨ 17 ਆਈਟਮਾਂ ਔਰਗੈਨਿਕ ਪਾਈਆਂ, ਮੈਂ ਥੋੜ੍ਹੀਆਂ ਆਈਟਮਾਂ ਦੱਸਵਾਂ ਜਿਹਦੇ ਵਿੱਚ ਇਕੱਠੀਆਂ ਕਰਨੀਆਂ ਔਰਗੈਨਿਕ ਆਈਟਮਾਂ ਬਹੁਤ ਔਖੀਆਂ ਹੋ ਜਾਂਦੀਆਂ। ਸੌਂਫ, ਮਲੱਠੀ, ਬਨਾਕਸ਼ਾ, ਮਨੱਕਾ, ਜੀਰਾ, ਅਜਵੈਨ, ਕਾਲੀ ਮਿਰਚ, ਸੁੰਡ, ਧਨੀਆ, ਦਾਲਚੀਨੀ, ਹਲਦੀ, ਪੁਦੀਨਾ, ਗਲੋਏ, ਤੁਲਸੀ, ਬੜੀ ਇਲਾਇਚੀ, ਲੌਂਗ, ਇਹ ਕਾਫੀ ਆਈਟਮਾਂ ਇਹ 'ਚ ਪਾਈਆਂ ਅਸੀਂ। ਇਹਨੂੰ ਵਾਸਤੇ 3 ਕੱਪ ਪਾਣੀ ਦੇ ਰਾਤ ਨੂੰ ਸੌਣ ਤੋਂ ਪਹਿਲਾਂ ਪਾਓ। ਅੱਧਾ ਟੀਸਪੂਨ, ਹਾਫ ਟੀਸਪੂਨ ਛੋਟਾ ਪਾਣਾ, ਉਹਦੇ ਵਿੱਚ ਜਦੋਂ ਕੱਢ ਕੇ 3 ਕੱਪਾਂ ਦਾ 1.5 ਕੱਪ ਰਹਿ ਜਾਏ ਤੁਸੀਂ ਉਹਨੂੰ ਚਾਹ ਵਾਂਗੂ ਪੁਣ ਕੇ ਪੀਓ। ਉਹਦੇ ਵਿੱਚ ਤੁਸੀਂ ਖੰਡ ਜਾਂ ਦੁੱਧ ਨਹੀਂ ਪਾਉਣਾ, ਗੁੜ ਪਾ ਸਕਦੇ ਆ। ਬਹੁਤ ਹੀ ਅੱਛਾ ਪ੍ਰੋਡਕਟ ਆ, ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਦਾ ਹੈਗਾ। ਬਹੁਤ ਵਧੀਆ ਚੀਜ਼ਾਂ ਹੀ ਸਾਰੀਆਂ ਬਹੁਤ ਵਧੀਆ ਨੇ। ਅੱਛਾ ਹੁਣ ਆਈਏ ਆਪਾਂ ਭਲਾ ਕਦ ਪਹਿਲਾ ਜਿਹੜਾ ਹੇਅਰ ਡਾਈ ਸ਼ੈਂਪੂ ਕਦ ਲਿਆਂਦਾ ਸੀ? 3 ਸਾਲ ਹੋ ਗਏ ਜੀ ਸ਼ੁਕਲਾ ਜੀ? 4 ਸਾਲ ਹੋ ਗਏ ਜੀ। 4 ਸਾਲ ਤੋਂ ਪਹਿਲਾਂ 4 ਸਾਲ ਤਕਰੀਬਨ ਹੋ ਗਿਆ। ਮੈਂ ਹਰਬਲ ਹੇਅਰ ਡਾਈ ਸ਼ੈਂਪੂ ਪੈਕਟਾਂ 'ਚ ਲੈ ਕੇ ਆਂਦਾ ਸੀਗਾ, ਜਿਹੜਾ ਕਿ ਬਹੁਤ ਹੀ ਅੱਛਾ ਰਿਸਪੌਂਸ ਸੀ, ਬਹੁਤ ਅੱਛਾ ਲੋਕਾਂ ਨੇ ਪਸੰਦ ਕੀਤਾ। ਲੇਕਿਨ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਪਰਿਵਰਤਨ ਦੁਨੀਆ ਦੇ ਵਿੱਚ ਹੁੰਦਾ ਰਹਿੰਦਾ ਹੈਗਾ। ਫਿਰ ਉਸ ਤੋਂ ਬਾਅਦ ਲੋਕਾਂ ਨੇ ਭੈਣ ਭਰਾਵਾਂ ਨੇ ਕੰਪਲੇਂਟ ਕੀਤੀ ਵੀ ਤੁਸੀਂ ਇਹਨੂੰ ਸ਼ੈਂਪੂ ਪੈਕਟ ਖੋਲਦੇ ਸਾਡਾ ਵੇਸਟ ਹੋ ਜਾਂਦਾ ਹੈਗਾ, ਇਹ ਥੋੜਾ ਜਿਹਾ ਰੰਗ ਵੀ ਕਾਲਾ ਕਰ ਦਿੰਦਾ ਹੈਗਾ ਔਰ ਸਕਿਨ ਵੀ ਟੱਚ ਕਰਦਾ। ਉਸ ਤੋਂ ਬਾਅਦ ਅਸੀਂ ਫਿਰ ਇੱਕ ਬੋਟਲ ਤਿਆਰ ਕਰਤੀ ਆ, ਨਾ ਤਾਂ ਤੁਹਾਨੂੰ ਹੁਣ ਪੈਕਟ ਖੋਲਣਾ ਪੈਂਦਾ ਹੈਗਾ, ਨਾ ਤੁਹਾਨੂੰ ਮਿਕਸ ਕਰਨਾ ਪੈਂਦਾ ਹੈਗਾ। ਤੁਸੀਂ ਬਸ ਗਲਾਵ ਪਾਓ, ਬਾਲ ਗਿੱਲੇ ਕਰੋ, ਟੱਬ ਵਿੱਚ ਜਾਓ, ਖੂਬ ਹੱਥ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਲ ਲਓ। ਜਦੋਂ ਪੂਰੀ ਝੱਗ ਹੋ ਜਾਣੀ ਤੁਹਾਡੇ ਬਾਲਾਂ 'ਚ ਤੁਸੀਂ ਉਹਨੂੰ ਵਾਸ਼ ਕਰ ਦਿਓ। ਵਾਸ਼ ਕਰਨ ਤੋਂ ਬਾਅਦ ਤੁਹਾਨੂੰ ਦੁਬਾਰਾ ਸੋਪ ਸ਼ੈਂਪੂ ਲਾਉਣ ਦੀ ਵੀ ਲੋੜ ਨਹੀਂ, ਇਹਦੇ ਵਿੱਚ ਆਇਲ ਕੰਡੀਸ਼ਨਰ ਸ਼ੈਂਪੂ ਪਾਇਆ ਹੈਗਾ। ਤੇ ਉਸ ਤੋਂ ਬਾਅਦ ਤੁਹਾਨੂੰ ਦਾੜੀ ਦੇ ਵਿੱਚ 8 ਤੋਂ 10 ਦਿਨ, ਬਾਲਾਂ ਦੇ ਵਿੱਚ ਤਕਰੀਬਨ 3 ਤੋਂ 4 ਵੀਕਾਂ ਨਿਕਲ ਜਾਂਦੀਆਂ ਹੈਗੀਆਂ। ਜਿੰਨੀ ਲੋੜ ਹੈ ਤੁਸੀਂ ਉਨਾ ਹੀ ਯੂਜ਼ ਕਰ ਸਕਦੇ ਆ, ਇਹਦੇ ਵਿੱਚ ਕੋਈ ਵੇਸਟ ਨਹੀਂ ਹੁੰਦੀ। ਉਸ ਵੇਲੇ ਸਾਡੇ ਕੋਲ ਚੋਇਸ ਬਹੁਤ ਹੀ ਨਹੀਂ ਸੀ, ਇੱਕੋ ਹੀ ਕਲਰ ਹੁੰਦਾ ਸੀ। ਹੁਣ ਤਾਂ ਬਹੁਤ ਕਲਰ ਸਾਡੇ ਕੋਲ ਆ ਗਏ ਹੈਗੇ ਆ, ਤੁਹਾਡੇ ਕੋਲ ਬਹੁਤ ਜ਼ਿਆਦਾ ਚੋਇਸ ਹੈਗੀ ਆ। ਸ਼ੁਕਲਾ ਜੀ ਜਿਹੜੀ ਬੋਟਲ ਹੈ ਹੁਣ, ਹਾਂਜੀ ਬੋਟਲ ਦਾ ਸਾਈਜ਼ ਕੀ ਹੈ ਜੀ? ਵੱਡੀ ਆ, ਛੋਟੀ ਹੈ, ਕਿੰਨੀ ਹੈ? ਹਾਂਜੀ ਪਹਿਲਾਂ ਸਾਈਜ਼ ਹੁੰਦਾ ਸੀ ਬੋਟਲ ਦਾ 180 ml, ਹੁਣ ਹੈਗਾ ਸਾਈਜ਼ ਦਾ ਵੱਡਾ ਕਰਕੇ 400 ml ਕਰ ਦਿੱਤਾ ਹੈਗਾ। ਵੱਡਾ ਸਾਈਜ਼ ਆ, ਤਕਰੀਬਨ ਇੱਕ ਬੋਟਲ ਤੁਸੀਂ ਵਿੱਚ 2 ਵਾਰੀ ਵੀ ਯੂਜ਼ ਕਰੋ ਜਾਂ ਮਹੀਨੇ 'ਚ 3 ਵਾਰੀ ਯੂਜ਼ ਕਰੋ, ਤੁਹਾਡੇ 4-5 ਮਹੀਨੇ ਆਰਾਮ ਨਾਲ ਨਿਕਲ ਜਾਂਦੇ ਹੈਗੇ ਇਹਦੇ ਨਾਲ। ਅੱਛਾ ਨਾਲ ਇਹ ਬਿਊਟੀ ਵਾਲੀਆਂ ਹੋਰ ਸੁੰਦਰਤਾ ਦੀਆਂ ਗੱਲਾਂ ਕਰ ਲਈਏ। ਫੇਸ ਪੈਕ ਤੇ ਇੱਕ ਤੁਹਾਡੇ ਜਿਹੜੇ ਸਾਬਣ ਨੇ ਬਹੁਤ ਖੁਸ਼ਬੂਦਾਰ ਨੇ, ਮੁਸ਼ਕਨ ਬੂਟੀ ਵਾਲੇ ਸਾਬਣ ਨੇ, ਉਹ ਕਿਹੜੇ ਕਿਹੜੇ ਆ? ਹਾਂਜੀ ਸਾਡੇ ਕੋਲ ਤਕਰੀਬਨ 30-35 ਡਿਫਰੈਂਟ ਟਾਈਪ ਆਰਗੈਨਿਕ ਸੋਪ ਹੈਗੇ, ਜਿਹਦੇ ਵਿੱਚ ਤੁਸੀਂ ਰੋਜ਼, ਚੰਦਨ, ਲੈਵੈਂਡਰ, ਜੈਸਮਿਨ, ਤੁਸੀਂ ਸਾਰੇ ਡਿਫਰੈਂਟ ਲਾਈਮ ਸੋਪ ਹੈਗੇ ਸਾਡੇ ਕੋਲ, ਤੁਲਸੀ ਦੇ, ਸ਼ਿਕਾਕਾਈ, ਕੋਕੋਨਟ, ਬਹੁਤ ਡਿਫਰੈਂਟ ਟਾਈਪ ਦੇ ਸੋਪ ਹੈਗੇ ਆ। ਇਹ ਬੜੇ ਅੱਛੇ ਪ੍ਰੋਡਕਟਸ ਆ। ਬਿਊਟੀ ਸੋਪ ਵੀ ਆ ਆਰਗੈਨਿਕ ਹੋਣ ਦੇ ਨਾਲ, ਤੁਹਾਡੀ ਜਿਹੜੀ ਹਰਬਲ ਸੋਪ ਵੀ ਹੈਗੀ, ਤੁਹਾਡੀ ਸਕਿਨ ਨੂੰ, ਤਵਚਾ ਨੂੰ ਤੁਹਾਡੀ ਪੂਰਾ ਸੁੰਦਰ ਕਰਦੇ ਹੈਗੇ ਆ। ਔਰ ਸ਼ਿਕਾਕਾਈ ਸਪੈਸ਼ਲੀ ਆਮਲਾ ਤੁਹਾਡੇ ਬਾਲਾਂ ਦੇ ਵਿੱਚ ਕੋਈ ਵੀ ਸਿਕਰੀ ਆ ਜਾਂ ਕੋਈ ਤੁਹਾਡੇ ਬਾਲ ਝੜਦੇ ਆ ਉਹਨੂੰ ਵੀ ਕਾਫੀ ਇਹ ਹੈਲਪ ਕਰਦੇ ਹੈਗੇ ਆ ਕੇ ਦੱਸੋ ਤੁਹਾਨੂੰ ਕੀ ਪ੍ਰੋਬਲਮ ਹੈ, ਤੁਹਾਨੂੰ ਮੈਂ ਉਹ ਸਹੀ ਪ੍ਰੋਡਕਟ ਦਊਂਗਾ ਤਾਂ ਕਿ ਉਹ ਤੁਹਾਡੇ ਪ੍ਰੋਪਰ ਉਹ ਆਵੇ ਯੂਜ਼। ਕਈ ਭੈਣ ਭਰਾ ਮੈਨੂੰ ਫੋਨ ਕਰਦੇ ਕਿ ਸਾਡੇ ਬਾਲ ਝੜਦੇ ਆ, ਬਾਲ ਸਿਕਰੀ ਆ, ਤੁਸੀਂ ਆਓ ਪਹਿਲਾਂ ਫ੍ਰੀ ਸੈਂਪਲ ਲੈ ਕੇ ਜਾਓ, ਬਾਏ ਨਾ ਕਰੋ, ਪਹਿਲਾਂ ਫ੍ਰੀ ਸੈਂਪਲ ਲੈ ਜਾਓ, ਤੁਹਾਨੂੰ ਅੱਛਾ ਲੱਗਦਾ ਤੁਸੀਂ ਨੈਕਸਟ ਟਾਈਮ ਬਾਏ ਕਰ ਸਕਦੇ ਹੈਗੇ। ਸ਼ੁਕਲਾ ਜੀ ਵਟਣਾ ਪਿੰਡਾਂ ਦੇ ਵਿੱਚ ਮਾਮਾ ਬਣਾ ਕੇ ਦਿੰਦੀਆਂ, ਉਹ ਵਟਣਾ ਬੜਾ ਹੀ ਵਧੀਆ ਚੀਜ਼, ਉਹਦੇ ਵਿੱਚ ਹਲਦੀ ਪਾ ਦਿੰਦੀਆਂ, ਦਹੀਂ ਪਾ ਦਿੰਦੀਆਂ, ਵੇਸਣ ਪਾ ਦਿੰਦੀਆਂ, ਹੁਣ ਵੀ ਬਣਾ ਕੇ ਦਿੰਦੀਆਂ ਮਾਮਾ। ਤੇ ਵਟਣਾ ਜਿਹੜਾ ਜਾਂ ਮਲਤਾਨੀ ਮਿੱਟੀ, ਇਹ ਪੈਕਸ ਦੇ ਹੁਣ ਇਹਨਾਂ ਨੂੰ ਪੈਕਿੰਗ ਦੇ ਵਿੱਚ ਲੈ ਕੇ ਆਉਂਦੇ ਹੋ ਜੀ? ਹਾਂਜੀ ਬਿਲਕੁਲ, ਬਟਨਾ ਆਪਾਂ ਪੰਜਾਬੀ 'ਚ ਬਟਨਾ ਕਹਿੰਦੇ ਆ, ਉਪਟਨ ਹਿੰਦੀ ਵਿੱਚ ਯੂਜ਼ ਕਰਦੇ ਆ ਸ਼ਬਦ ਇਹ। ਇਹਦੇ ਵਿੱਚ ਸਾਰਾ ਹੀ ਅਸੀਂ ਹੁਣ ਪ੍ਰੋਡਕਟ ਜਿਹੜੀ ਮੁਲਤਾਨੀ ਮਿੱਟੀ ਹੈਗੀ ਆ, ਕੋਕੋਨਟ ਹੈ, ਜਿਹੜੇ ਸਾਰੇ ਹਰਬ ਅਸੀਂ ਇਹਦੇ ਵਿੱਚ ਪਾਤੇ ਹੈਗੇ ਆ। ਤੁਸੀਂ ਆਪਣੇ ਇਹਨੂੰ ਬੜਾ ਈਜ਼ੀ ਯੂਜ਼ ਕਰਨਾ ਹੈਗਾ। 2 ਜਾਂ 3 ਚਮਚ ਤੁਸੀਂ ਇਹਨੂੰ ਕੌਲੀ 'ਚ ਪਾ ਕੇ ਤੁਸੀਂ ਦੁੱਧ ਦੇ ਵਿੱਚ ਦੁੱਧ ਪਾਉਣਾ ਹੈਗਾ, ਪਾਣੀ ਨਹੀਂ ਪਾਉਣਾ, ਰੋਜ਼ ਵਾਟਰ ਨਹੀਂ ਪਾਉਣਾ, ਦੁੱਧ ਦੇ ਵਿੱਚ ਉਹਨੂੰ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਾਓ ਔਰ ਤਕਰੀਬਨ 4 ਜਾਂ 5 ਮਿੰਟ ਲੱਗ ਜਾਂਦੇ, ਤੁਹਾਡਾ ਚਿਹਰਾ ਡਰਾਈ ਹੋ ਜਾਂਦਾ ਹੈਗਾ। ਔਰ ਉਸ ਤੋਂ ਬਾਅਦ ਉਹਨੂੰ ਵਾਸ਼ ਕਰ ਦਿਓ। ਵਿਦਨ 2-3 ਵੀਕ ਵਿੱਚ ਤੁਸੀਂ ਖੁਦ ਨੋਟਿਸ ਕਰੋਗੇ ਤੁਹਾਡੀ ਜਿਹੜੀਆਂ ਰਿੰਕਲਸ, ਝੁਰੀਆਂ ਪੈਣ ਤੋਂ ਵੀ ਬਚਾ ਕਰਦਾ ਹੈਗਾ, ਤੁਹਾਡਾ ਚਿਹਰਾ ਗਲੋ ਕਰਦਾ, ਇੱਕਦਮ ਤੁਹਾਨੂੰ ਗਲੋ ਕਰਦਾ, ਤੁਸੀਂ ਯੂ ਲੁੱਕ ਮੋਰ ਫਰੈਸ਼ ਐਂਡ ਯੰਗ। ਸਿਹਤ ਦੀ ਗੱਲ ਕਰ ਲਈਏ, ਹਿੰਗ ਠੰਡ ਦੇ ਵਿੱਚ ਬੜੀ ਚੰਗੀ ਆ।
ਹਿੰਗ ਨੂੰ ਕਿਹੜੀ ਤਰੀਕੇ ਨਾਲ ਲਿਆਉਣੋ? ਹਿੰਗ ਦੀ ਗੋਲੀ ਜਾਂ ਪੁਦੀਨਾ ਇਸ ਸਮੇਂ ਬੜਾ ਵਧੀਆ ਹੈ, ਇਹ ਵੀ ਆਪਣੇ ਕੋਲ ਹੁੰਦਾ ਸਮਾਨ ਜੀ? ਹਾਂਜੀ ਬਿਲਕੁਲ, ਹਿੰਗ ਦੀ ਗੋਲੀ ਹਾਜ਼ਮੇ ਵਾਸਤੇ ਵੀ ਵਧੀਆ ਹੁੰਦੀ ਹੈਗੀ ਆ, ਪੁਦੀਨੇ ਦੀ ਗੋਲੀ ਵੀ ਆਪਣੇ ਕੋਲ ਹੈਗੀ ਆ। ਗੈਸ ਪ੍ਰੋਬਲਮ ਹੈ, ਹਾਜ਼ਮੀ ਪ੍ਰੋਬਲਮ ਹੈ, ਤੁਸੀਂ ਹਿੰਗ ਦੀਆਂ ਗੋਲੀਆਂ 2 ਖਾਣੇ ਤੋਂ ਬਾਅਦ 2 ਤਾਂ 3 ਗੋਲੀਆਂ ਤੁਸੀਂ ਖਾ ਲਓ। ਬਹੁਤ ਹੀ ਅੱਛੇ ਪ੍ਰੋਡਕਟਸ ਹੈਗੇ ਆ, ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਅ ਕਰਦੀਆਂ ਹੈਗੀਆਂ। ਕਈ ਵਾਰੀ ਘੱਟ ਵੱਧ ਬੰਦਾ ਖਾ ਲੈਂਦਾ ਹੈਗਾ, ਚੀਜ਼ ਕੋ ਅੱਛੀ ਟੇਸਟੀ ਬਣੀ ਹੁੰਦੀ ਆ, ਜ਼ਿਆਦਾ ਖਾ ਲੈਂਦਾ, ਜਾਂ ਤੁਸੀਂ ਟਾਈਮ ਸਿਰ ਨਹੀਂ ਖਾਂਦੇ, ਕੋਈ ਤੁਹਾਡਾ ਫਿਕਸ ਟਾਈਮ ਨਹੀਂ ਹੈ ਲੰਚ ਦਾ ਜਾਂ ਡਿਨਰ ਦਾ, ਅਗਰ ਤੁਸੀਂ ਇਹ ਹਿੰਗ ਦੀ ਗੋਲੀ ਜਾਂ ਪੁਦੀਨੇ ਦੀ ਗੋਲੀ ਖਾਓਗੇ ਤੁਹਾਨੂੰ ਕਾਫੀ ਆਰਾਮ ਮਿਲਦਾ ਹੈਗਾ, ਕਈ ਬਿਮਾਰੀਆਂ ਤੋਂ ਤੁਸੀਂ ਬਚ ਜਾਂਦੇ ਹੈਗੇ। ਸ਼ੁਕਲਾ ਜੀ, ਸਿਹਤ ਲਈ ਹੋਰ ਅਸ਼ਵਗੰਧਾ ਵਗੈਰਾ ਤੇ ਬੜੇ ਪ੍ਰੋਡਕਟਸ ਤੁਸੀਂ ਆਪ ਮਦਰ ਇੰਡੀਆ ਬਣਵਾ ਕੇ ਲਿਆਉਂਦੀ ਆ, ਉਹਨਾਂ ਬਾਰੇ ਵੀ ਦੱਸੋ ਜੀ। ਹਾਂਜੀ ਬਿਲਕੁਲ, ਸਾਡੇ ਕੋਲ ਹਰ ਸੋਪ ਆਪਣੇ ਸੋਪ ਦੇ ਨਾਲ ਸਾਡੀ ਮਦਰ ਇੰਡੀਆ ਦੀ ਅਗਰਬੱਤੀ ਹੈਗੀ ਆ ਸਾਡੇ ਕੋਲ, ਜਿਹਦੇ ਵਿੱਚ ਕਾਲਾ ਧੂੰਆਂ ਨਹੀਂ ਹੈ, ਕੈਮੀਕਲਸ ਕੋਈ ਨਹੀਂ ਹੈਗੇ ਆ। ਫੇਸ ਵਾਸ਼ ਆ, ਫੇਅਰਨੈਸ ਕਰੀਮ ਹੈਗੀ ਆ। ਅਗਰ ਤੁਹਾਡੇ ਬਾਲ ਝੜਦੇ ਸ਼ੈਂਪੂ, ਸਾਡੇ ਕੋਲ ਨਵਾਂ ਸ਼ੈਂਪੂ ਬਣਾਇਆ ਹੈਗਾ ਜਿੰਜਰ ਤੇ ਹਨੀ, ਬਹੁਤ ਹੀ ਅੱਛਾ ਸ਼ੈਂਪੂ ਆ, ਇਹ ਵੀ ਤੁਸੀਂ ਲੈ ਸਕਦੇ ਹੈਗੇ ਆ। ਬਾਕੀ ਹਰਬ ਦੇ ਵਿੱਚ ਤੁਹਾਨੂੰ ਤੁਲਸੀ ਆ, ਚਾਹੇ ਉਹ ਨੀਮ ਦੇ, ਚਾਹੇ ਆਮਲਾ, ਅਸ਼ਵਗੰਧਾ, ਮੇਥੀ ਪਾਊਡਰ, ਜਿੰਨੇ ਵੀ ਸਾਰੇ ਪਾਊਡਰ ਤੁਹਾਨੂੰ ਸਾਡੇ ਕੋਲੋਂ ਮਿਲ ਸਕਦੇ ਹੈਗੇ ਆ। ਸਾਰੇ ਆਰਗੈਨਿਕ ਆ, ਅਪਰੂਵ ਬਾਈ ਦੀ ਗਵਰਨਮੈਂਟ ਆਫ ਕੈਨੇਡਾ, ਔਰ ਸਾਨੂੰ ਤਕਰੀਬਨ ਹੁਣ 9 ਅਕਤੂਬਰ ਨੂੰ ਦਿਸ ਇਜ਼ ਮਾਈ 47 years ਇਨ ਬਿਜ਼ਨਸ, 47 ਸਾਲ ਹੋ ਗਏ ਹੈਗੇ ਆ। ਜੋ ਵੀ ਅਸੀਂ ਚੀਜ਼ ਵੇਚਦੇ ਆ ਜਾਂ ਤੁਹਾਨੂੰ ਕਹਿੰਦੇ ਹੈਗੇ ਬਿਲਕੁਲ ਸੱਚਾਈ ਹੁੰਦਾ ਹੈਗਾ, ਉਹਦੇ ਵਿੱਚ ਕੁਝ ਵੀ ਪ੍ਰੋਬਲਮ ਨਹੀਂ ਹੁੰਦੀ। ਔਰ ਸਾਡੇ ਕੋਲ ਸਪੈਸ਼ਲੀ ਹਲਦੀ ਦਾ ਪਾਊਡਰ ਬਹੁਤ ਹੀ ਅੱਛਾ ਆਰਗੈਨਿਕ ਹੈਗਾ, ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਹਾਫ ਟੀਸਪੂਨ ਲਾਓ, ਜਿਹੜੀਆਂ ਕਿ ਆਪਣੀ ਹੱਡੀਆਂ ਵੀਕਸ ਐਂਡ ਸ਼ਰਿੰਕ ਹੁੰਦੀਆਂ ਹੈਗੀਆਂ ਆਫਟਰ 45, ਉਹਨੂੰ ਕਾਫੀ ਤੁਹਾਨੂੰ ਲਾਹੇਵੰਦ ਦਿੰਦੀਆਂ ਹੈਗੀਆਂ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਚਾਬੀ ਚੱਕਣ ਲੱਗੇ ਜਾਂ ਸਾਬਣ ਚੱਕਣ ਲੱਗੇ ਸਾਡੇ ਦਰਦਾਂ ਸ਼ੁਰੂ ਹੋ ਜਾਂਦੀਆਂ, ਦਰਦ ਹੋ ਗਈ ਹੈ, ਉਹ ਦਰਦਾਂ ਨਹੀਂ ਹੈ ਕਿ ਤੁਹਾਡੀਆਂ ਹੱਡੀਆਂ ਵੀਕ ਤੇ ਸ਼ਰਿੰਕ ਹੁੰਦੀਆਂ ਹੈਗੀਆਂ, ਉਹਨੂੰ ਹੱਡੀਆਂ ਨੂੰ ਸਟਰੋਂਗ ਕਰਨ ਵਾਸਤੇ ਹਲਦੀ ਦਾ ਸੇਵਨ ਜ਼ਰੂਰ ਕਰੋ। ਜ਼ਰੂਰੀ ਨਹੀਂ ਮਦਰ ਇੰਡੀਆ ਸਟੋਰ ਤੋਂ ਲੈਣਾ, ਜਾਂ ਤੁਸੀਂ ਕਿਸੇ ਹੋਰ ਤੋਂ ਸਟੋਰ ਤੋਂ ਵੀ ਲੈ ਸਕਦੇ ਹੋ, ਪਰ ਮੇਕ ਸ਼ੋਰ ਆਰਗੈਨਿਕ ਚੀਜ਼ਾਂ ਲਾਓ, ਆਰਗੈਨਿਕ ਹੀ ਤੁਹਾਨੂੰ ਫਾਇਦੇਮੰਦ ਕਰੇਗੀ ਜੀ। ਅੱਛਾ, ਮੈਂ ਹੇਅਰ ਡਾਈ ਤੇ ਫੇਰ ਆਵਾਂ। ਹੇਅਰ ਡਾਈ ਦੇ ਵਿੱਚ ਹੁਣ ਰੰਗ ਕਿਹੜੇ ਕਿਹੜੇ ਆ ਗਏ? ਕਈ ਤਾਂ ਬਾਹਲਾ ਕਾਲਾ ਕਰ ਦਿੰਦੇ ਨੇ, ਬੰਦਾ ਅੜਵੈੜਾ ਲੱਗਦਾ। ਹੁਣ ਕੁਛ ਘੱਟ ਰੰਗ ਚਾੜਨ ਵਾਲੀ ਵੀ ਚੀਜ਼ ਹੈ ਕੋਈ? ਹਾਂਜੀ ਬਿਲਕੁਲ, ਸਾਡੇ ਕੋਲ ਇੱਕ ਡਾਰਕ ਬਰਾਊਨ, ਬਲੈਕ ਹੈਗਾ, ਜਿਹੜੇ ਕੁਛ ਵੀਰ ਆਪਣੇ ਦਾੜੀ ਦੇ ਵਿੱਚ ਲਾਣਾ ਯੂਜ਼ ਕਰਨਾ ਮੰਗਦੇ, ਥੋੜਾ ਜਿਹਾ ਕਾਲਾ ਮੰਗਦੇ, ਉਹ ਵੀ ਸਾਡੇ ਕੋਲ ਪ੍ਰੋਡਕਟਸ ਹੈਗਾ। ਇੱਕ ਡਾਰਕ ਬਰਾਊਨ ਦੇ ਵਿੱਚ ਲਾਈਟ ਆ, ਲਾਈਟ ਕਲਰ, ਬਹੁਤ ਹੀ ਭੂਰੇ ਜਿਹੇ ਬਾਲ ਹੁੰਦੇ ਆ, ਸੋਹਣੇ ਲੱਗਦੇ, ਪਤਾ ਨਹੀਂ ਲੱਗਦਾ, ਉਹ ਵੀ ਸਾਡੇ ਕੋਲ ਹੁਣ ਅਵੇਲੇਬਲ ਹੈਗਾ। ਇੱਕ ਭੈਣਾਂ ਬਹੁਤ ਲਾਈਕ ਕਰਦੀਆਂ ਅੱਜ ਕੱਲ੍ਹ ਜਿਹੜਾ ਕਲਰ ਚੱਲਦਾ ਹੈਗਾ ਚੈਸਟਨਟ। ਚੈਸਟਨਟ ਤੁਹਾਡੇ ਬਾਲਾਂ ਨੂੰ ਇੱਕ ਤਾਂ ਬਹੁਤ ਲਾਈਟ ਕਲਰ ਕਰਦਾ ਹੈਗਾ, ਪਲੱਸ ਤੁਹਾਡੇ ਜੋ ਧੁੱਪ ਜਾਂ ਲਾਈਟ ਤੋਂ ਜਾਂਦੇ ਆ ਤੁਹਾਡੇ ਮੋਹਾਗਨੀ ਜਾਂ ਗੋਲਡਨ ਦੀ ਸ਼ੇਡ ਪੈਂਦੀ ਹੈਗੀ ਆ, ਇਹ ਵੀ ਤੁਸੀਂ ਲੈ ਸਕਦੇ ਆ। ਮੋਹਾਗਨੀ ਕਲਰ ਦੀ ਹੁਣ ਤਾਂ ਤੁਹਾਡੇ ਕੋਲ ਬਹੁਤ ਚੁਆਇਸ ਹੈਗੀ ਆ, ਤੁਸੀਂ ਜ਼ਰੂਰ ਆਓ, ਤੁਹਾਨੂੰ ਡਿਫਰੈਂਟ ਕਲਰ ਸਿਰਫ ਮਦਰ ਇੰਡੀਆ ਸਟੋਰ ਤੇ ਮਿਲ ਸਕਦੇ ਆ। ਸਪੈਸ਼ਲੀ COVID-19 ਚੱਲਦਾ ਹੈਗਾ, ਤੁਸੀਂ ਅਗਰ ਘਰੋਂ ਤੋਂ ਨਹੀਂ ਆਉਣਾ ਮੰਗਦੇ ਜਾਂ ਘਰ ਸਟੇ ਕਰਨਾ ਮੰਗਦੇ, ਤੁਹਾਡੇ ਕੋਲ ਰਾਈਡ ਨਹੀਂ ਹੈ ਜਾਂ ਕੋਈ ਵੀ ਪ੍ਰੋਬਲਮ ਹੈਗੀ ਆ, ਸਪੈਸ਼ਲੀ ਸਰੀ, ਡੈਲਟਾ, ਲੈਂਗਲੀ, ਤੁਸੀਂ ਕਿਸੇ ਟਾਈਮ ਵੀ ਫੋਨ ਕਰੋ, ਅੱਜ ਕਾਲ ਕਰੋ, ਤੁਹਾਡੇ ਆਫਟਰਨੂਨ ਹੀ ਤੁਹਾਡੇ ਘਰ ਅਸੀਂ ਡਿਲੀਵਰ ਕਰਦੇ ਹਾਂ 3 ਸ਼ਹਿਰਾਂ ਵਿੱਚ, ਸਰੀ, ਡੈਲਟਾ ਤੇ ਲੈਂਗਲੀ ਵਿੱਚ। ਅੱਜ ਕਾਲ ਕਰੋ, ਹੁਣੇ ਹੀ ਤੁਹਾਡੇ ਆਫਟਰਨੂਨ ਤੁਹਾਡੇ ਘਰ ਡਿਲੀਵਰ ਕਰ ਦਿੰਦੇ ਆ। ਸਾਡਾ ਪ੍ਰੋਡਕਟ ਤੁਸੀਂ ਹੁਣ ਸਿਡਨੀ ਤੇ ਬ੍ਰਿਸਬਨ 2 ਸ਼ਹਿਰਾਂ 'ਚ ਲੈ ਸਕਦੇ ਹੋ। ਸਿਡਨੀ ਤੇ ਬ੍ਰਿਸਬਨ, ਜਿੰਨੇ ਵੀ ਆਸਟ੍ਰੇਲੀਆ ਵਾਲੇ ਮੇਰੇ ਭੈਣ ਭਰਾ ਸੁਣਦੇ ਆ, ਪਲੀਜ਼ ਕਾਲ ਮੀ, ਮੈਂ ਤੁਹਾਨੂੰ ਸਿਡਨੀ ਤੇ ਬ੍ਰਿਸਬਨ ਦਾ ਨੰਬਰ ਦਊਂਗਾ, ਤੁਸੀਂ ਉੱਥੋਂ ਲੈ ਸਕਦੇ ਆ। ਇੰਗਲੈਂਡ, UK, ਉੱਥੇ ਸਾਡੇ ਗੁਰਮੀਤ ਸਿੰਘ ਹੋਣੀ ਡਿਸਟਰੀਬਿਊਟਰ ਹੈਗੇ ਆ, ਉਹ ਸਾਰੇ ਇੰਗਲੈਂਡ ਨੂੰ ਕਵਰ ਕਰ ਰਹੇ ਹੈਗੇ ਆ, ਤੁਸੀਂ ਉੱਥੇ ਵੀ ਕਾਲ ਕਰ ਸਕਦੇ ਆ। ਜ਼ਰੂਰ ਕਾਲ ਕਰੋ, ਜਿੰਨੇ ਵੀ ਭੈਣ ਭਰਾ ਸੁਣਦੇ ਆ। ਇੰਗਲੈਂਡ ਦੇ ਵਿੱਚ ਸਾਡਾ ਹੁਣ ਪ੍ਰੋਡਕਟ ਅਵੇਲੇਬਲ ਆ, ਉੱਥੋਂ ਤੁਸੀਂ ਲੈ ਸਕਦੇ ਆ। ਅੱਛਾ ਸ਼ੁਕਲਾ ਜੀ, ਇਹ ਖੀਰ ਦੇ ਵਿੱਚ ਉਹ ਖੀਸੇ ਵਾਲੀ ਸੀਸੀ ਵੀ ਦੱਸੋ, ਜਿਹਦੇ ਨਾਲ ਮਾੜਾ ਜਿਹਾ ਤੂੰਬਾ ਲਾ ਕੇ ਬੰਦਾ ਮਹਿਕ ਉੱਠਦਾ ਹੈ, ਉਹਨਾਂ ਬਾਰੇ ਵੀ ਦੱਸੋ। ਹਾਂਜੀ, ਮਦਰ ਇੰਡੀਆ ਦੇ ਅਤਰ ਬਹੁਤ ਹੀ ਅੱਛੇ ਹੈਗੇ ਆ, ਤੁਸੀਂ ਕਾਰ ਦੀ ਸੀਟ ਤੇ ਲਾ ਦਿਓ ਜਾਂ ਆਪਣੀ ਸ਼ਰਟ ਨੂੰ ਲਾ ਲਓ, ਜਾਂ ਤੁਸੀਂ ਘਰ ਆਪਣੇ ਸੋਫੇ ਦੇ ਉੱਤੇ ਥੋੜਾ ਜਿਹਾ ਲਾ ਦਿਓ। ਇੱਕ ਸਪਾਟ ਤੁਸੀਂ ਦੇਖੋਗੇ ਜਦੋਂ ਵੀ ਕੋਈ ਤੁਹਾਡੇ ਘਰ ਫੈਮਿਲੀ ਮੈਂਬਰ ਆਏਗਾ ਜਾਂ ਫਰੈਂਡ ਆਏਗਾ, ਬੜੀ ਅੱਛੀ ਸੁਗੰਧ ਆਉਂਦੀ ਹੈ। ਇਹ ਸਾਰੇ ਅਤਰ ਆ, ਇਹ 'ਚ ਕੋਈ ਕੈਮੀਕਲਸ ਨਹੀਂ ਹੈ, ਪੱਤਿਆਂ ਤੋਂ ਹੀ ਕੱਢਿਆ ਗਿਆ ਹੈਗਾ, ਤਦੇ ਆਪਾਂ ਇਹਨੂੰ ਅਤਰੇ ਕਹਿੰਦੇ ਸੀ। ਇੱਥੇ ਆ ਕੇ ਤਾਂ ਆਪਾਂ ਪਰਫਿਊਮ ਯੂਜ਼ ਕਰਦੇ ਹਾਂ, ਪਰਫਿਊਮ ਦੇ ਵਿੱਚ ਕੈਮੀਕਲਸ ਹੁੰਦੇ ਹੈਗੇ ਆ। ਇਹ ਅਤਰ ਆ, ਬਿਲਕੁਲ ਤੁਹਾਨੂੰ ਕੋਈ ਛਿੱਕਾ ਨਹੀਂ ਲੱਗਣਗੀਆਂ, ਤੁਹਾਨੂੰ ਕੋਈ 15-20 ਸੈਕਿੰਡ ਤੁਹਾਨੂੰ ਸਮੈਲ ਆਉਣੀ ਹੈ, ਤੁਹਾਨੂੰ ਸਮੈਲ ਵੀ ਨਹੀਂ ਆਏਗੀ, ਲੇਕਿਨ ਤੁਸੀਂ ਜਿੱਥੇ ਜਾਓਗੇ ਉਹਨੂੰ ਬੜਾ ਅੱਛਾ ਲੱਗੇਗਾ। ਅਤਰ ਜ਼ਰੂਰ ਟਰਾਈ ਕਰੋ, ਬੜੇ ਸਸਤੇ ਆ, $10 ਦੀ ਸ਼ੀਸ਼ੀ ਆ, ਤਕਰੀਬਨ ਤੁਹਾਡੇ 6 ਮਹੀਨੇ ਨਿਕਲ ਜਾਂਦੇ ਹੈਗੇ ਆ। ਜ਼ਰੂਰ ਟਰਾਈ ਕਰੋ ਮਦਰ ਇੰਡੀਆ ਅਤਰ। ਜਾਂ ਤੁਹਾਨੂੰ ਕੋਈ ਹੋਰ ਚੀਜ਼ ਚਾਹੀਦੀ ਹੈਗੀ ਆ ਸਰੀ ਦੇ ਵਿੱਚ, ਮੈਂ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਤੁਸੀਂ ਹੁਣ ਯਾਰਕ ਸੈਂਟਰ ਜਾਓਗੇ, ਯਾਰਕ ਸੈਂਟਰ ਜਾਓ, 128 ਤੋਂ ਜਦੋਂ ਤੁਸੀਂ ਲੈਫਟ ਕਰਦੇ ਹੈਗੇ, ਪਹਿਲੀ 110 110 ਯੂਨਿਟ ਦੇ ਵਿੱਚ ਜਾਓ,
ਤੁਹਾਨੂੰ ਮਦਰ ਇੰਡੀਆ ਦਾ ਤਕਰੀਬਨ ਹਰ ਸਮਾਨ ਉਸ ਸਟੋਰ ਤੇ ਮਿਲ ਸਕਦਾ ਹੈਗਾ। ਉਹ ਸਟੋਰ 10 ਤੋਂ 7 ਖੋਲ੍ਹਦੇ ਹੈਗੇ ਆ। ਮਹਾਵੀਰ ਸਟੋਰ ਹੈਗਾ ਸ਼ਾਪ ਦਾ ਨਾਮ, ਲੇਕਿਨ ਤੁਸੀਂ ਜਾਓਗੇ 200-300 ਆਈਟਮ ਸਾਡੀ ਉੱਥੇ ਪਈ ਹੈਗੀ ਆ, ਤੁਸੀਂ ਉੱਥੋਂ ਲੈ ਸਕਦੇ ਆ। ਸੇਮ ਪ੍ਰਾਈਸ ਹੈਗੀ ਆ। ਨੰਬਰ 110 ਯੋਰਕ ਸੈਂਟਰ ਜਾਓ, ਸਾਰਾ ਸਮਾਨ ਤੁਹਾਨੂੰ ਹੁਣ ਉੱਥੋਂ ਸਰੀ ਤੋਂ ਵੀ ਮਿਲ ਸਕਦਾ। ਜਿਹੜੀ ਭੈਣ ਭਰਾਵਾਂ ਨੂੰ ਥੋੜੀ ਮੁਸ਼ਕਿਲ ਹੁੰਦੀ ਸੀਗੀ, ਉਹ ਹੁਣ ਸਰੀ 110 ਯੂਨਿਟ ਤੋਂ ਲੈ ਸਕਦੇ ਆ। ਸ਼ੁਕਲਾ ਜੀ, ਕੋਈ ਹੋਰ ਗੱਲ ਮੈਂ ਨਹੀਂ ਪੁੱਛੀ ਹੋਵੇ ਤਾਂ ਤੁਸੀਂ ਉਹ ਵੀ ਦੱਸ ਦਿਓ ਜੀ। ਹਾਂਜੀ, ਸਾਡਾ ਤੁਸੀਂ ਪਲੀਜ਼ ਅਗਰ ਕਿਸੇ ਦੀ ਭੈਣ ਭਰਾ ਨੂੰ ਸਾਡਾ ਪ੍ਰੋਡਕਟਸ ਨਹੀਂ ਮਿਲਦਾ ਹੈਗਾ, ਸਾਨੂੰ ਕਾਲ ਕਰੋ। ਮਿਨੀਮਮ ਆਰਡਰ ਦੇ ਨਾਲ ਅਸੀਂ ਤੁਹਾਨੂੰ ਕੈਨੇਡਾ ਅਮਰੀਕਾ ਦੇ ਵਿੱਚ ਫ੍ਰੀ ਡਿਲੀਵਰੀ ਕਰਦੇ ਹੈਗੇ ਆ। ਸਾਡਾ ਸਟੋਰ 10 ਤੋਂ 6 ਵਜੇ ਤੱਕ ਖੋਲ੍ਹਦੇ ਹੈਗੇ ਆ, ਮੰਡੇ ਤੋਂ ਸੰਡੇ। ਟਿਊਜ਼ਡੇ ਨੂੰ ਬੰਦ ਹੁੰਦੇ ਆ, ਲੇਕਿਨ ਹੁਣ ਟਿਊਜ਼ਡੇ ਨੂੰ ਅੰਟਿਲ ਨਿਊ ਈਅਰ ਤੱਕ ਸਾਡਾ ਟਿਊਜ਼ਡੇ ਨੂੰ ਵੀ ਸਟੋਰ ਖੁੱਲ੍ਹਾ ਰਹਿੰਦਾ ਹੈਗਾ। ਤੁਸੀਂ ਸਾਨੂੰ ਕਾਲ ਕਰ ਸਕਦੇ ਆ 604 430 6072। ਸ਼ੁਕਲਾ ਜੀ, ਸ਼ੁਭ ਸ਼ਾਮਾਂ, ਧੰਨਵਾਦ ਬਹੁਤ ਬਹੁਤ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਇੱਕ ਜੱਟ ਨੇ ਸੇਪੀ ਦਾ ਕੰਮ ਸ਼ੁਰੂ ਕਰ ਲਿਆ। ਉਹ ਕਹਿੰਦਾ ਚੱਲ ਦਿਖਾਣਾ ਕੰਮ ਕਿਹੜਾ, ਹਰ ਰੋਜ਼ ਸਵੇਰੇ ਗੰਡਾਸੇ ਤੇ ਕਈਆਂ ਚਨਾਉਣ ਜਾਂਦੇ ਆ, ਇਹ ਕਿੰਨਾ ਕੁ ਕੰਮ ਹੈ। ਸਾਰਾ ਕੁਝ ਬਾਹਰਲੀ ਬੈਠਕ 'ਚ ਰੱਖ ਲਿਆ। ਆਰਾ ਲੈ ਆਉਂਦਾ, ਘਣ ਲੈ ਆਉਂਦਾ, ਗੁਲਮੇਖਾਂ ਲੈ ਆਈਆਂ। ਗੁਆਂਢਣ ਤਾਈ ਮੰਜਾ ਚੱਕ ਲਈ। ਵਿੱਚ ਮੰਜਾ ਜਿਹੜਾ ਥੋੜ੍ਹਾ ਜਿਹਾ ਢਿੱਲਾ ਸੀ, ਬੇਬੇ ਵਿੱਚ ਬੈਠੀ ਮੰਜੇ ਦੇ ਆਲੇ ਦੁਆਲੇ ਬਾਹੀਆਂ ਚੱਕੀਆਂ ਤੇ ਲੈ ਆਈ। ਕਹਿੰਦੀ ਆ ਇਹਨੂੰ ਘਰ ਮਾੜਾ ਜਿਹਾ ਸੂਤ। ਕਹਿੰਦਾ ਕੀ ਹੋ ਗਿਆ? ਕਹਿੰਦੀ ਹਿੱਲਦਾ। ਕਹਿੰਦਾ ਰੱਖ ਉਰੇ ਇਹਨੂੰ, ਦੇਖੀ ਚੱਕਦਾ ਅੱਖਾਂ 'ਚੋਂ ਲਾਲੀ। ਬੇਬੇ ਨੇ ਰੱਖਤਾ, ਗੁਲਮੇਖ ਚੱਕ ਲਈ 5 ਇੰਚ ਦੀ। ਕਹਿੰਦਾ ਕਿੱਧਰੋਂ ਹਿੱਲਦਾ? ਕਹਿੰਦੀ ਸਾਰਾ ਹੀ ਹਿੱਲਦਾ ਪਾਵਾ। ਕਹਿੰਦਾ ਪਰਾਂ ਹੋ ਜਾ। ਫਿਰ ਪਾਵੇ ਦੇ ਸਿਰ ਤੇ ਰੱਖ ਲਈ ਗੁਲਮੇਖ। ਥੁੱਕ ਕੇ ਹੱਥ ਨਾਲ ਜਦ ਘਣ ਚੱਕ ਕੇ ਹਊਆ ਕਹਿ ਕੇ ਛੱਡਿਆ, ਗੁਲਮੇਖ ਪਾਵੇ ਤੇ ਪਾਵਾ 5 ਹਿੱਸੇ। ਬੇਬੇ ਕਹਿੰਦੀ ਵੜਤਾ ਫਾਹਾ, ਪਾੜਤਾ। ਕਹਿੰਦਾ ਪਾਵੇ ਨੂੰ ਛੱਡ, ਮੇਖ ਵੇਖ ਸਿੱਧੀ ਲੱਗਦੀ ਹੈ ਕਿ ਨਹੀਂ? ਸਿੱਧੀ ਗਈ ਆ ਅੱਖ ਦੀ ਸੇਧ। ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿੰਦੀਆਂ, ਪਰ ਸ਼ੇਰੇ ਪੰਜਾਬ ਦੀ ਮੇਖ ਸਿੱਧੀ ਲੱਗਦੀ ਹੈ, ਸਿੱਧੀ। ਤਾਂ ਹੀ ਕਹੀਦਾ ਇਹ ਦਗਦਾ। CKSP ਚੜ੍ਹਦੀ ਕਲਾ ਸ਼ੇਰੇ ਪੰਜਾਬ। ਸੁਰਿੰਦਰ ਸਿੰਘ ਦਾਊ ਮਾਜਰੇ ਦੀ ਗੱਲ ਤੁਹਾਨੂੰ ਸੁਣਾ ਕੇ ਹਟਿਆ। ਸਿੰਘੂ ਬਾਰਡਰ ਦੇ ਹਿਸਾਬ ਨਾਲ ਵੀ ਇੱਕ ਗੱਲ ਯਾਦ ਆ ਗਈ। ਪਿੰਡ 'ਚ ਇਹਨਾਂ ਠੰਡ ਦੇ ਦਿਨਾਂ 'ਚ ਕੱਟੇ ਬਹੁਤ ਮਰਦੇ ਕਿਉਂ ਸੀ? ਕਿਉਂਕਿ ਦੁੱਧ ਹੀ ਨਹੀਂ ਚੁੰਗਣ ਦਿੰਦੀਆਂ ਮਾਵਾਂ। ਬੂਥੀ ਮਰੋੜ ਕੇ ਜਦੇ ਕੀਲੇ ਨਾਲ ਬੰਨ੍ਹ ਦਿੰਦੇ, ਕੱਟੀ ਕੋਈ ਨਹੀਂ ਸੀ ਮਰਦੀ। ਕਿਸੇ ਦਾ ਮਰ ਗਿਆ, ਫੋਨ ਪਿੰਡਾਂ 'ਚ ਸੈੱਲ ਜਦ ਹੁੰਦੇ ਨਹੀਂ ਸੀ ਤੇ ਕਿਸੇ ਦੇ ਘਰ ਲੈਂਡਲਾਈਨ ਸੀ, ਉਹ ਕਹਿੰਦੇ ਯਾਰ ਆਹ ਮਾੜਾ ਜਿਹਾ ਸੁਨੇਹਾ ਤਾਂ ਦਿਓ ਵਿਹੜੇ, ਸਾਡੇ ਦਾ ਕੱਟਾ ਮਰ ਗਿਆ। ਜਵਾਕ ਘਤਿੱਤੀ ਸੀ, ਉਹਨਾਂ ਦੇ ਘਰੇ ਹੀ ਫੋਨ ਲਾ ਲਿਆ, ਨੰਬਰ ਹੈ ਨਹੀਂ ਸੀ। ਬੇਬੇ ਨੂੰ ਫੋਨ ਕਰਕੇ ਆਪਣੀ ਉਹ ਬੇਬੇ ਨੂੰ ਕਹਿੰਦਾ ਕੱਟਾ ਮਰ ਗਿਆ ਸਾਡਾ, ਚੱਕ ਕੇ ਲੈ ਜਾਓ। ਕਹਿੰਦੀ ਭਾਈ ਸਾਡਾ ਤਾਂ ਆਪ ਮਰ ਗਿਆ। ਉਹ ਕਹਿੰਦਾ ਤੂੰ ਇਹ ਯਾਰ ਕਿਹਨੂੰ ਕੀਤਾ? ਫਿਰ ਅਸਲ ਤੇ ਲੜਾ ਲਿਆ। ਬੰਦਾ ਆ ਗਿਆ ਸਾਈਕਲ ਤੇ, ਉਹਨੇ ਲੱਦ ਲਿਆ ਪੂਲੀ ਵਾਂਗੂ, ਦੋਨੇ ਪਾਸੇ ਲਮਕਦਾ ਹੁੰਦਾ ਜਾਂ ਲਈ ਜਾਂਦੇ ਹੁੰਦੇ ਪਿੰਡ 'ਚ, ਆਪਾਂ ਨੂੰ ਪਤਾ ਹੈ। ਜਦ ਸ਼ਹਿਰ 'ਚ ਬਣਨ ਲੱਗਿਆ, ਸ਼ਹਿਰ ਲੈਣ ਤਾਂ ਚੁੰਗੀ ਵਾਲੇ ਰੋਕ ਲਿਆ। ਰੋਕ ਕਿੱਥੇ ਨੂੰ ਜਾਣਾ ਤੂੰ ਲੈ ਕੇ? ਹੁਣ ਬਾਰਡਰ ਤੇ ਸਾਊ ਬਣੇ ਬੈਠੇ ਨੇ, ਤੰਗ ਨਹੀਂ ਕਿਸੇ ਨੂੰ ਕਰਦੇ। ਮੈਂ ਜੇ ਤੰਗ ਕਰਨ ਤੇ ਆ ਗਏ, ਬਹੁਤ ਵਧੀਆ ਇੱਕ ਪੈਂਤੜਾ ਰੱਖਿਆ, ਕਹਿੰਦਾ ਲੋਕਾਂ ਨੂੰ ਤੰਗ ਨਹੀਂ ਕਰਨਾ। ਕੱਲ ਇੱਕ ਕੁੰਡਲੀ ਪਿੰਡ ਨੂੰ ਜਾਂਦੀ ਟੋਭਿਆਂ ਦੇ ਵਿੱਚ ਪਗਡੰਡੀ ਖੁੱਲੀ ਕਰਨ ਲੱਗੇ ਹੋਏ ਸੀ। ਜਦ ਦਰਾਮੂਰ ਦੀ ਲੰਘਿਆ, ਚੁੰਗੀ ਵਾਲਾ ਕਹਿੰਦਾ ਚੁੰਗੀ ਕਟਾ ਕੇ ਜਾ। ਉਹ ਕਹਿੰਦਾ ਮਰੇ ਜਾਨਵਰ ਦੀ ਚੁੰਗੀ ਕਾਹਦੀ ਹੈ? ਉਹ ਕਹਿੰਦਾ ਨਾ ਚੁੰਗੀ ਤੋਂ ਬਿਨਾਂ ਨਹੀਂ ਅੰਦਰ ਜਾਣ ਦਿੰਦੇ। ਕਹਿੰਦਾ ਫੜੀ ਸਾਈਕਲ ਮਾੜਾ ਜਿਹਾ। ਚੁੰਗੀ ਵਾਲੇ ਨੇ ਸਾਈਕਲ ਫੜ ਲਿਆ, ਉਹਨੇ ਕਿਹਾ ਨਹੀਂ ਪੈਸੇ ਜੇਬ 'ਚੋਂ ਕੱਢੂ। ਪਿੱਛੇ ਦੀ ਹੋ ਕੇ ਇੱਕ ਬੰਨੇ ਹੱਥ ਪਾਇਆ, ਕੱਟੇ ਨੂੰ ਭਗਾ ਕੇ ਥੱਲੇ ਮਾਰਿਆ। ਕਹਿੰਦਾ ਫੜਾਈ ਸਾਈਕਲ ਉਰੇ। ਕਹਿੰਦਾ ਲੈ ਫੜ। ਸਾਈਕਲ ਲੈ ਕੇ ਤੁਰਨ ਲੱਗਿਆ। ਇਹਨੂੰ ਕਹਿੰਦਾ ਛੱਡ ਗਿਆ। ਉਹ ਕਹਿੰਦਾ ਬਾਈ ਚੁੰਗੀ ਤਾਂ ਹੈ ਨਹੀਂ ਮੇਰੇ ਕੋਲ, ਸਮਾਨ ਹੀ ਜ਼ਬਤ ਕਰ ਲੈ ਤੂੰ। ਚੁੰਗੀ ਵਾਲਾ ਕਹਿੰਦਾ ਮਿਹਨਤ ਕਰਾ ਲਾ, 200 ਮੇਤੋਂ ਲੈ ਜਾ ਚੱਕ ਕੇ ਇਹਨੂੰ, ਗਾਂ ਨੂੰ ਨਹੀਂ ਤੈਨੂੰ ਰੋਕਦਾ। ਸਾਊ ਬਣੇ ਬੈਠੇ ਆ ਉੱਥੇ, ਆਮ ਲੋਕਾਂ ਨੂੰ ਨਹੀਂ ਕਹਿ ਰਹੇ ਜਮਾਂ ਹੀ ਕੁਛ, ਕਿਸੇ ਨੂੰ ਕੁਛ ਨਹੀਂ ਕਹਿ ਰਹੇ। ਲੋਕ ਖੁਸ਼ ਨੇ। ਜਿਹੜਾ ਉੱਥੇ ਦਾ ਪ੍ਰਸ਼ਾਦਾ ਪਾਣੀ ਵਰਤਦਾ ਨਾ, ਉਹਨੂੰ ਦੇਖ ਕੇ ਬੰਦਾ ਤਾਂ ਕਹਿੰਦਾ ਕੀ ਕਰਨਾ ਪੰਜਾਬ। ਇੱਥੋਂ ਹਰੇਵਾਈ 'ਚ ਹੋ ਕੇ ਜਾਵਾਂਗੇ, ਕਿਤੇ ਘੁੰਮਣ ਵਾਲੀਆਂ ਜਲੇਬੀਆਂ ਦੇਸੀ ਘਿਓ 'ਚ ਤਲੀ ਜਾਂਦੇ ਆ, ਕਿਤੇ ਪਿੰਨੀਆਂ ਲਈ ਬੈਠੇ ਆ, ਕਿਤੇ ਪ੍ਰਸ਼ਾਦੇ ਬਣੀ ਜਾਂਦੇ ਆ। ਸਵੇਰੇ ਨਹਾਉਣ ਨੂੰ ਖੁੱਲ੍ਹੇ ਨੇ ਜਿਹੜੇ ਪੈਟਰੋਲ ਪੰਪ। ਹਰਿਆਣਵੀ ਆ ਕਹਿੰਦਾ ਤਾਂ ਟੁੱਟੀ ਖੋਲ ਛੱਡੀ ਹੈ।
ਉਹ ਕਹਿੰਦਾ ਕਿੰਨੀ ਵਾਰ ਭਰਦੇ ਹੋ ਟੈਂਕੀ? ਕਹਿੰਦਾ ਟੈਂਕੀ ਭਰਦੇ ਹੀ ਜਾਂਦੇ ਆ ਸਾਰਾ ਦਿਨ, ਜਾਟ ਬਾਈ ਆ ਜਾਂਦੇ ਹੈ ਤੇ ਨਹਾਈ ਜਾਂਦੇ ਹੈ, ਹਰਿਆਣੇ ਵਾਲੇ ਕਹਿੰਦੇ ਨੇ। ਵੱਡੀ ਗੱਲ ਇਹ ਹੋਈ, ਜਿਹੜਾ ਵੀ ਕਹਿੰਦਾ ਆ ਕੇ ਉਹ ਕਹਿੰਦਾ ਵੱਡੇ ਭਾਈ ਨੇ ਸਾਡੇ ਇਹ। ਇੱਕ ਗੱਲ ਇਹ ਹੋ ਗਈ ਵੀ ਖਾਲਸਾ ਤੋੜ ਹੈ ਹਰ ਚੀਜ਼ ਦਾ, ਇਸ ਗੱਲ ਤੇ ਆ ਗਈ। ਹੁਣ ਇਹ ਕਹਾਣੀ ਜੀ ਤਾਂ ਬਣਾਉਂਦੇ ਆ, ਕਈ ਖੱਬੇ ਪੱਖੀਆਂ ਨੂੰ ਪਸੰਦ ਨਹੀਂ, ਉਹ ਕਹਿੰਦੇ ਨਾ ਨਾ ਇਹ ਤਾਂ ਬੋਲੇ ਸੋ ਨਿਹਾਲ ਪੰਜਾਬੀਆਂ ਦਾ ਨਾਅਰਾ ਹੈ। ਗਲਤ ਫਹਿਮੀ ਆ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਮੰਨਣਾ ਨਹੀਂ। ਦੁੱਖ ਦੀ ਕਹਾਣੀ, ਲੱਗਦੇ ਚਿਹਰੇ ਮੋਹਰੇ ਤੋਂ ਸਾਡੇ ਵਰਗੇ ਆ, ਦਾੜੀ ਵੀ ਰੱਖੀ ਆ, ਪੱਗਾਂ ਵੀ ਨੇ, ਪਰ ਉਹਨਾਂ ਦੇ ਹਲਕ 'ਚ ਖਾਜ ਹੋਣ ਲੱਗ ਜਾਂਦੀ ਹੈ ਜਕਾਰਿਆਂ ਨੂੰ ਸੁਣ ਕੇ। ਮੇਰਾ ਪਿੰਡ ਮੇਰੇ ਖੇਤ ਦੀ ਇਸ ਸੈਗਮੈਂਟ ਦੇ ਵਿੱਚ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਇਹ ਕਰਨੀ ਚਾਹੁੰਦਾ ਵੀ ਆਪਾਂ ਪਿੰਡਾਂ 'ਚੋਂ ਆਏ ਹੋਏ ਹਾਂ, ਪਿੰਡਾਂ 'ਚ ਅਸੀਂ ਵੇਖਦੇ ਰਹੇ ਹਾਂ ਬਈ ਜਦ ਕੋਈ ਮੁਸ਼ਕਲ ਪੈਂਦੀ ਕਿਸੇ ਗਰੀਬ ਤੇ ਜਿਹੜਾ ਕੁਛ ਕਰ ਨਾ ਸਕਦਾ ਹੁੰਦਾ, ਉਹਦੇ ਨਾਲ ਕਿਵੇਂ ਪਿੰਡ ਖੜਦਾ। ਕਿਹੜੀ ਚੀਜ਼ ਹੈ ਜਿਹੜੀ ਇਸ ਨੂੰ ਸਾਨੂੰ ਪ੍ਰੇਰਿਤ ਕਰਦੀ ਹੈ ਸਦਾ ਬਈ ਨਾ ਜਰਵਾਣੇ ਦੇ ਖਿਲਾਫ ਖੜਨਾ, ਨਾ ਤਾਣੇ ਦੇ ਨਾਲ ਖੜਨਾ। 604 204 0600 ਇਸ ਨੰਬਰ ਤੇ ਗੱਲਬਾਤ ਕਰੀਏ। ਮੇਰਾ ਪਿੰਡ ਮੇਰੇ ਖੇਤ 'ਚ ਕਿ ਕਿਵੇਂ ਚੜ੍ਹਦੀ ਕਲਾ 'ਚ ਬੈਠੇ ਨੇ, ਕੋਈ ਫਿਕਰ ਨਹੀਂ, ਕੋਈ ਫਾਕਾ ਨਹੀਂ। ਨਿਹੰਗ ਸਿੰਘ ਜਾ ਵੜੇ ਨਾਲ, ਗੁਰੂ ਦਾ ਬਾਜ ਬੈਠਾ ਟੋਕਰੇ ਤੇ, 1000 ਘੋੜਾ ਹਿਣਕਦਾ, ਉਹ ਕਹਿੰਦਾ ਬੈਠੇ ਆ ਇੱਥੇ। ਤਰਸੇਮ ਸਿੰਘ ਮੋਰਾਂ ਵਾਲੀ ਵੀ ਪਹੁੰਚ ਗਿਆ, ਸਾਰੇ ਪਹੁੰਚ ਗਏ ਤੇ ਪ੍ਰੇਅਰ ਕਬੱਡੀ ਵਾਲੇ ਪਲੇਅਰ ਚਲੇ ਗਏ, ਇੱਥੇ ਦੀ ਫੈਡਰੇਸ਼ਨ ਦੇ ਮੈਂਬਰ ਪਹੁੰਚ ਗਏ। ਕਬੱਡੀ ਵਾਲੇ ਨੀਟੂ ਕੰਗ ਨੇ ਦੱਸਿਆ ਕਿ ਸ਼ਿੰਦਾ ਅਚਰਵਾਲੀਆ ਤੇ ਰਾਜਪੁਰੇ ਵਾਲ ਪਹੁੰਚ ਕੇ ਨਾਲ ਪੈਸੇ ਭੇਜੇ। ਇੱਕ ਕੰਮ ਕਰਨ ਵਾਲਾ, ਹੁਣ 8 ਤਰੀਕ ਤੋਂ ਪਹਿਲਾਂ ਆਪਣੇ ਆਪਣੇ ਪਿੰਡ ਸਾਂਭ ਲਓ, ਆਪਣੇ ਆਪਣੇ ਪਿੰਡਾਂ 'ਚੋਂ ਪਤਾ ਕਰੋ। ਗੱਡੀਆਂ ਜਿਹੜੀਆਂ 5-7 ਹਜ਼ਾਰ ਲੈਂਦੀਆਂ, ਜਿਵੇਂ ਦੌਧਰ ਵਾਲਿਆਂ ਨੇ ਸਕਾਰਪੀਓ ਪੱਕੀ ਉਹ ਲਾਤੀ, ਮੀਤੇ ਡਾਕਟਰ ਨੇ ਦੱਸਿਆ ਕੱਲ੍ਹ, ਕਹਿੰਦਾ ਬਾਈ ਜੀ ਇਸ ਤਾਂ ਪੱਕੀ ਉਹ ਕਰਤੀ, 20 ਬੰਦੇ ਮੋੜ ਲਿਆਂਦੇ, 20 ਨਵੇਂ ਛੱਡੇ ਆਂਦੇ। ਉਹਨਾਂ ਨੂੰ ਕਿਹਾ ਵੀ 5-4 ਦਿਨ ਘਰੇ ਰਹੋ, ਮਾੜਾ ਜਿਹੇ ਰੈਲੇ ਹੋ ਜਾਓ, ਫੇਰ ਮੁੜ ਜਿਓ। ਇਹ ਜਿਹੜਾ ਹੁਣ ਜ਼ਰੂਰਤ ਹੈ ਪਿੰਡ ਸਾਂਭਣ ਦੀ, ਆਪਣੇ ਆਪਣੇ ਪਿੰਡ ਦੇ ਵਿੱਚ। ਜੇ ਨਹੀਂ ਵੀ ਹਲੇ ਗਏ, ਟਰੈਕਟਰ ਨਹੀਂ ਵੀ ਲੈ ਕੇ ਜਾਣੇ, 8 ਤਰੀਕ ਵਾਲੇ ਨੂੰ ਇਕੱਠ ਹੋਣਾ ਚਾਹੀਦਾ। ਗੱਡੀਆਂ ਪਿੰਡੋਂ ਕਰ ਦਿਓ, ਕਹ ਵੀ ਲੈ ਜਾ ਪਿੰਡ ਵਾਲਿਆਂ ਨੂੰ ਬਿਠਾ ਕੇ। ਬਸ ਜੇ ਆਉਣ ਵਾਲੇ 10 ਦਿਨਾਂ ਦੇ ਵਿੱਚ 10 ਵੀ ਟ੍ਰਿਪ ਲਵਾਉਨੇ ਹੋ ਤਾਂ 50-60 ਹਜ਼ਾਰ ਰੁਪਈਆ ਕੁਛ ਵੀ ਨਹੀਂ, $1200 ਹੈ, ਤੇ ਸੌਖੇ ਹੋ ਜਾਣਗੇ ਤੇ ਦੂਣੇ ਹੋ ਜਾਣਗੇ ਬਈ ਬਾਹਰਲਿਆਂ ਨੇ ਯਾਰ ਸਾਡੇ ਨਾਲ ਗੱਲ ਕੀਤੀ ਹੈ। ਸਰ ਸਵਰਨਜੀਤ ਸਿੰਘ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਰੋਜ਼ ਹੁਣ ਦੇਖੀਦਾ ਕਿਸਾਨ ਅੰਦੋਲਨ ਦਾ ਮਾਹੌਲ ਬਹੁਤ ਉੱਥੇ ਵਧੀਆ ਚੱਲ ਰਿਹਾ ਹੈ, ਤੇ ਜਿਹੜੇ ਆਪਣਾ ਗੁਰੂ ਦੀਆਂ ਲਾਲੀਆਂ ਫੌਜਾਂ ਪਹੁੰਚੀਆਂ, ਉਹਦਾ ਤਕਰੀਬਨ ਰੰਗ ਹੀ ਦੂਣਾ ਚੌਣਾ ਕਰਤਾ ਉੱਥੇ, ਜਦੋਂ ਘੋੜੇ ਫਿਰਦੇ ਗਲੀਆਂ ਦੇ ਵਿੱਚ ਆਏ ਅਣਕਦੇ। ਤੇ ਗਿੱਲ ਸਾਹਿਬ, ਇੱਕ ਮੇਰਾ ਕੁਐਸਚਨ ਸੀ ਵੀ ਜਿੱਦਾਂ ਹੁਣ ਉੱਤਰ ਪ੍ਰਦੇਸ਼ ਵੱਲੋਂ ਵੀ ਆ ਗਏ, ਰਾਜਸਥਾਨ, ਆਪਣਾ ਤਾਂ ਮਤਲਬ ਸਾਰੇ ਕਿਸਾਨ ਹੀ ਤਕਰੀਬਨ 4 ਚੁਫੇਰਿਓਂ ਪੈ ਗਏ ਆ। ਤੇ ਜੇ ਬਾਈ ਚਾਂਸ ਸੈਂਟਰ ਦੀ ਸਰਕਾਰ ਝੁਕਦੀ ਹੈ, MSP ਦਿੰਦੀ ਹੈ, ਜਿਵੇਂ ਪਹਿਲਾਂ ਪੰਜਾਬ ਤੇ ਹਰਿਆਣੇ ਨੂੰ ਸੀ, ਫਿਰ ਉਹ ਦੂਜੀਆਂ ਸਟੇਟਾਂ ਨੂੰ ਵੀ ਹੁਣ ਸਾਰੇ ਹਿੰਦੁਸਤਾਨ 'ਚ ਲਾਗੂ ਹੋਊ ਜਾਂ ਸਿਰਫ ਇਹਨਾਂ ਦੋਨਾਂ ਨੂੰ ਦੇਊਗੀ? ਨਹੀਂ ਜੀ, ਹੁਣ ਸਾਰਿਆਂ ਦਾ ਹੀ ਨਾਲ ਹੋਊ ਮੇਰੇ ਖਿਆਲ। ਹੁਣ ਉਹ ਜਦੋਂ ਲਿਬੜੇ ਭਾਂਡੇ ਸਾਰੇ ਸੂਦ ਆ ਜਾਣਗੇ। ਹਾਂ ਬਾਈ ਜੀ, ਹਾਂ। ਚਲੋ ਉਹ ਵਧੀਆ ਗੱਲ ਆ, ਉਹ ਤਾਂ ਵੀ ਫਿਰ ਜ਼ਿਆਦਾ ਹੀ ਫਾਇਦਾ ਹੋ ਜੂ, ਭਲਾ ਹੋ ਜੂ ਜਿੱਦਾਂ ਜੀ। ਬਿਲਕੁਲ ਬਾਈ ਜੀ, ਬਿਲਕੁਲ। ਧੰਨਵਾਦ ਜੀ, ਥੈਂਕ ਯੂ। ਧੰਨਵਾਦ ਸਰ ਸਵਰਨਜੀਤ ਸਿੰਘ ਜੀ। ਹਰਜੀਤ ਸਿੰਘ ਕਾਲੇ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਹਰੀ ਸਿੰਘ, ਦੇਖੋ ਨਾ, ਇਹ ਜਿਹੜਾ ਸੰਘਰਸ਼ ਨੇ ਬੜੀਆਂ ਗੱਲਾਂ ਮਤਲਬ ਸਾਫ਼ ਕਰਤੀਆਂ। ਤੇ ਕਿਹੜਾ ਰਾਜਸਥਾਨੀ ਸਾਹਿਬ ਨਾਲ ਇੱਕ ਬੜੀ ਪਤੇ ਦੀ ਗੱਲ ਕਹਿ ਗਏ, ਮਤਲਬ ਕਿਸੇ ਦੇ ਦਿਮਾਗ 'ਚ ਨਹੀਂ ਆਈ ਉਹ। ਮਤਲਬ ਜਿਹੜਾ ਨਾ ਅੱਗੇ ਮਤਲਬ ਕਿੰਨੇ ਚਿਰ ਤੋਂ, ਮਤਲਬ ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਇਹ ਮਤਲਬ ਧੱਬਾ ਲਾਈ ਜਾਂਦੇ ਸੀ, ਇਹ ਅੱਤਵਾਦੀ ਆ, ਇਹ ਵੱਖਵਾਦੀ ਆ, ਇਹ ਹਿੰਸਾ ਕਰਦੇ ਆ। ਮਤਲਬ ਆਹ ਜਿਹੜਾ ਸੰਘਰਸ਼ ਨੇ ਨਾ, ਮਤਲਬ ਲੋਕਾਂ ਦੀਆਂ ਅੱਖਾਂ ਖੋਲ੍ਹਤੀਆਂ। ਮਤਲਬ ਦੂਜੇ ਸੂਬਿਆਂ 'ਚ ਜਿਹੜੇ ਲੋਕ ਸੀ, ਮਤਲਬ ਉਹਨਾਂ ਨੂੰ ਦਿਖਾਤਾ ਵੀ ਅਸਲ 'ਚ ਮਤਲਬ ਸਿੱਖ ਜਾਂ ਪੰਜਾਬੀ ਹੈ ਕੀ ਆ ਪੰਜਾਬ ਦੇ। ਇਹ ਬਹੁਤ ਵੱਡੀ ਗੱਲ ਹੋਈ ਆ। ਦੂਜੀ ਗੱਲ, ਜਿਹੜਾ ਇੱਕ ਨਾ ਜਜ਼ਬਾ ਦੇਖਣ ਨੂੰ ਮਿਲਿਆ, ਜਿਹੜਾ ਆਪਾਂ ਪਿਛਲੇ 10-20 ਸਾਲਾਂ ਤੋਂ ਲੱਗਦਾ ਸੀ ਖਤਮ ਹੋ ਗਿਆ, ਹੁਣ ਹੈ ਨੀ ਗਾ। ਹੁਣ ਤਾਂ ਵੀਡੀਓ ਦੇਖਦੇ ਆ। ਇੱਕ ਮਤਲਬ ਵੀਡੀਓ ਦੇਖੀ, ਮਤਲਬ ਪੂਰਾ ਦਾੜੇ ਪ੍ਰਕਾਸ਼ ਵਾਲਾ ਮਤਲਬ ਮੁੰਡਾ,
ਮਤਲਬ ਉਦੋਂ ਉਹ ਵਾਟਰ ਕੈਨ ਦੀ ਮਸ਼ੀਨ ਚੱਲਦੀ ਹੈ, ਚਲਾਉਂਦੇ ਸੀ ਉਹਨੂੰ, ਮਤਲਬ ਆ ਡੋਲੇ ਤਾਹਾ ਕਰਕੇ ਨਾ ਆ ਛਾਤੀ ਤੇ ਹੱਥ ਮਾਰ ਕੇ ਸਿੱਧਾ ਹੋ ਗਿਆ, ਕਹਿੰਦਾ ਇੱਥੇ ਮਾਰ ਮੇਰੇ। ਤੇ ਇੱਕ ਬਾਬੇ ਨੂੰ ਪੁੱਛ ਰਿਹਾ, ਕਹਿੰਦਾ ਪਾਣੀ ਵਾਲੀਆਂ ਤੁਹਾਡੇ ਮਸ਼ੀਨਾਂ ਆ ਮਾਰਦੇ ਆ ਤੁਹਾਡੇ ਪਾਣੀ, ਉਹ ਹੱਥ ਕੇ ਕਹਿੰਦਾ 2 ਇੰਚ ਵਾਲੀ ਕੀ ਕਰੂ, ਕਹਿੰਦਾ ਅਸੀਂ 4 ਇੰਚ ਦੇ ਮੂਹਰੇ ਤਾਂ ਅਸੀਂ ਆਪ ਨਹਾਉਂਦੇ ਹਾਂ ਸਿੱਧਾ ਮੂੰਹ ਕਰਕੇ। ਉਹ ਕਹਿੰਦਾ ਮੋਦੀ, ਉਹ ਕਹਿੰਦਾ ਕਿਹੜੀਆਂ ਗੱਲਾਂ ਨੇ, ਇਹਦਾ ਕੋਈ ਗੱਲ ਹੀ ਕੁਛ ਨਹੀਂ। ਕਹਿੰਦਾ ਮਤਲਬ ਇਹੋ ਜਿਹਾ ਜਜ਼ਬਾ ਦੇਖ ਕੇ ਨਾ ਮਤਲਬ ਬਹੁਤ ਫਖਰ ਮਹਿਸੂਸ ਹੁੰਦਾ। ਦੂਜੀ ਗੱਲ ਜਿਹੜੀ ਭਾਈ ਸਾਹਿਬ ਕਹਿੰਦੇ ਵੀ ਇਹ ਬਹੁਤ ਵੱਡੀ ਗੱਲ ਆ। ਦੇਖੋ ਮੋਦੀ ਨੇ ਕਰਿਆ ਤਾਂ ਸੀ ਵੀ ਮੈਂ ਨਹੀਂ ਝੁਕਦਾ, ਮੈਂ ਤਾਂ ਹੁਣ ਤੱਕ ਡੋਲਿਆ ਨਹੀਂ, ਮੈਂ ਨਹੀਂ ਖੜਦਾ। ਮਤਲਬ ਇਹ ਇੱਕ ਵੀ ਆੜ ਤੋੜਤੀ, ਚਾਹੇ ਜੋ ਮਰਜ਼ੀ ਰਿਜ਼ਲਟ ਆਵੇ, ਹਨਾ। ਦੂਜੀ ਗੱਲ ਜਿਹੜੀ ਕਹਿ ਕੇ ਗਏ ਨੇ, ਤਾਂ ਹੁਣ ਤਾਂ ਦੇਖੋ ਪੰਜਾਬ ਤੇ ਹਰਿਆਣੇ ਨੂੰ ਇਹ MSP ਮਿਲਦੀ ਸੀ, ਮਤਲਬ ਇਹ ਭਿੰਡਾਂ ਦੇ ਖੱਖਰ 'ਚ ਹੱਥ ਫੇਰ ਲਿਆ। ਹੁਣ ਜੇ ਮਤਲਬ ਸਾਰਾ ਕੁਝ ਹੋ ਗਿਆ, ਸਾਰਿਆਂ ਨੂੰ ਹੀ ਦੇਣੀ ਪਊ MSP ਵੀ, ਪੂਰੇ ਭਾਰਤ ਨੂੰ, ਜਿੰਨੇ ਵੀ ਕਿਸਾਨ ਉੱਤੇ ਜਿੱਥੇ ਸਾਰਾ ਮਤਲਬ ਇੱਕ ਬਰਾਬਰ ਕਰਨਾ ਪਊ। ਪਹਿਲਾਂ ਕਸੂਤਾ ਪੰਗਾ ਲੈ ਲਿਆ ਉਹਨੇ ਕੰਮ ਕਰਕੇ। ਥੈਂਕ ਯੂ, ਧੰਨਵਾਦ ਜੀ ਕਾਲੇ ਸਾਹਿਬ। ਕੇਵਲ ਸਿੰਘ ਥਿੰਦ ਜੀ, ਲਾਈਨ ਨੰਬਰ 3। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਥਿੰਦ ਸਾਹਿਬ, ਥੋੜਾ ਜਿਹਾ ਢਿੱਲੇ ਬੋਲਦੇ ਹੋ। ਜਿਹੜਾ ਨਾ ਢਿੱਲਾ ਨਹੀਂ ਬੋਲਣਾ, ਹੁਣ ਕੱਸ ਕੇ ਬੋਲੂੰਗਾ। ਹਾਂ, ਇੱਥੇ ਆਓ। ਜਿਹੜਾ ਨਾ ਜਿਵੇਂ ਇੱਥੇ ਦਾ ਮੋਦੀ ਸਾਹਿਬ ਆਪਣੇ ਆਏ ਸੀਗੇ ਸਰੀ ਦੇ ਵਿੱਚ ਮੰਦਿਰ 'ਚ, ਤੇ ਉੱਥੇ ਨਾ ਐਡੀ ਸਿਕਿਉਰਿਟੀ ਲਾਤੀ। ਮੈਂ ਉਸ ਸ਼ਿਰਕਤ ਕਰਨੀ ਚਾਹੁੰਦਾ ਸੀਗਾ ਵੀ ਇਹਨਾਂ ਨੂੰ ਪੁੱਛਾਂ ਮੈਂ ਕੁਐਸਚਨ, ਤੇ ਸਾਨੂੰ ਤਾਂ ਉੱਥੇ ਬੇਰ ਕ੍ਰੀਕ ਤੋਂ ਆਉਣ ਨਹੀਂ ਦਿੱਤਾ ਮੋਦੀ ਸਾਹਿਬ ਨੇ। ਮੈਂ ਪੁੱਛਣਾ ਤੇ ਉਹ ਆਪਣੇ ਇੱਥੇ ਏਡੇ ਤਕੜੇ ਨੁਮਾਇੰਦੇ ਆ, ਤੇ ਮੈਂ ਨਾ ਨਾਂ ਨਹੀਂ ਲੈਣਾ ਹੈਗਾ, ਤੇ ਉਹਨਾਂ ਨੂੰ ਪੁੱਛਣਾ ਕੁਐਸਚਨ ਹੋਵੇ ਬਈ ਜਿਹੜਾ ਨਾ ਸਿੱਖ ਨਹੀਂ ਮੈਂ ਕਹਿ ਸਕਦਾ, ਸਿੱਖ ਤਾਂ ਮੈਂ ਉਹਨੂੰ ਕਹੂੰਗਾ, ਉਹ ਹਿੰਦੂ ਵੀ ਸਿੱਖ ਹੋ ਸਕਦਾ ਜਿਹਨੂੰ ਗਿਆਤਾ, ਹਨਾ, ਜਿਹਨੂੰ ਗਿਆਤਾ ਵੀ ਜਿਹੜਾ ਜਾਣਕਾਰ ਬੰਦਾ ਵੀ ਜ਼ੁਲਮ ਤੇ ਉਹਨੂੰ ਰੋਕਣ ਵਾਲਾ ਕੌਣ ਆ। ਤੇ ਪਰ ਸਭ ਤੋਂ ਵੱਡੀ ਕੌਮ ਸਿੱਖ ਆ, ਤੇ ਹਿੰਦੂ ਨਹੀਂ ਰੋਕ ਸਕਦਾ। ਪਰ ਮੈਂ ਹਿੰਦੂਆਂ ਦੀ ਰਿਸਪੈਕਟ ਪੂਰੀ ਕਰਦਾ। ਜੀ 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 ਜੀ, ਹਾਂਜੀ। ਤੇ ਇਹ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ। ਕਰੋ। ਜਿਹੜਾ ਜ਼ੁਲਮ ਕੀਤਾ ਆਪਣੇ, ਤੁਸੀਂ ਹਾਰ ਦੇ ਕੇ ਨਾਲ ਰਲ ਗਏ, ਹਨਾ, ਤੇ ਸਾਡੇ ਨਾ, ਮੈਂ ਇੱਥੋਂ ਕੈਨੇਡਾ ਦੇ ਵਿੱਚ ਗਿਆ, ਤੇ ਸਾਰੇ ਕੱਪੜੇ ਬੰਨ ਕੇ ਤੇ ਉਹਨਾਂ ਨੇ ਖਰੀਦ ਲਏ, ਤੇ ਬਾਅਦ ਚਾਦਰ ਕਹਿੰਦਾ ਆਹ ਚਾਦਰ ਮੈਂ ਫਰੀ ਦਿੰਦਾ। ਮੈਂ ਕਿਹਾ ਇਹ ਵੀ ਵਿੱਚ ਲਾ, ਤੇ ਕੱਲ ਨੂੰ ਮੈਂ ਤੇਰੀ ਦੁਕਾਨ ਤੇ ਨਹੀਂ ਆਉਣਾ ਹੈਗਾ। ਜਦੋਂ ਦੱਸ ਨਾ ਮੇਰੇ ਤਾਏ ਦੇ ਮੁੰਡੇ ਨੇ ਕੱਪੜੇ ਖਰੀਦ ਲਏ, ਪਰ ਮੈਂ ਨਹੀਂ ਤੇਰੀ ਦੁਕਾਨ ਤੇ ਆਉਣਾ। ਇਹ ਚੀਜ਼ਾਂ ਨੂੰ ਵੀ ਆਪਾਂ ਨੂੰ ਬਿਲਕੁਲ ਪੰਜਾਬ ਦੇ ਵਿੱਚ ਆਵਾਜ਼ ਕਰਨਾ ਚਾਹੀਦਾ ਬਈ ਸਾਨੂੰ ਕੀ ਦੇਣਾ ਚਾਹੀਦਾ ਤੇ ਕੀ ਲੈਣਾ ਚਾਹੀਦਾ ਤੇ ਕਿਵੇਂ ਲੈਣਾ ਚਾਹੀਦਾ। 5 ਦੁਕਾਨਾਂ ਦੇ ਗਿੱਲ ਸਾਹਿਬ ਮੈਂ ਕੱਪੜੇ ਲੈਣ ਕਹਿੰਦਾ 5 ਦੁਕਾਨਾਂ ਨੇ ਘੁੰਮਿਆ। ਮੈਂ ਕਿਹਾ ਪ੍ਰਾਈਸਿਸ ਹਨਾ। ਤੇ ਹੈਲੋ, ਸੁਣਦਾ ਜੀ, ਸੁਣਦਾ, ਨਵੇੜ ਲਈਏ ਹੁਣ, ਆਪਾਂ ਗਾਂਹ ਚੱਲਣਾ। ਹਾਂ, ਤੇ ਜੁੱਤੀਆਂ ਲੈਣ ਚਲੇ ਗਿਆ, ਤੇ ਮੇਰੇ ਤਾਏ ਦਾ ਮੁੰਡਾ ਮੈਨੂੰ ਕਹਿੰਦਾ ਬਈ, ਕਹਿੰਦਾ ਮੇਰੀ ਹਾਦਕ ਹੋ ਗਈ। ਮੈਂ ਕਿਹਾ ਕਿਵੇਂ ਹੋਈ ਹਾਦਕ? ਕਹਿੰਦਾ ਕੱਪੜੇ ਯਾਰ ਉੱਥੋਂ ਸਾਰੀ ਉਮਰ ਉੱਥੇ ਹੀ ਕੱਪੜੇ ਚੱਕੇ ਆ। ਮੈਂ ਕਿਹਾ ਉਹਨਾਂ ਦਾ ਵਿਆਜ ਸੁਣ ਕੇ ਦੇਖ ਫਿਰ ਕਿਵੇਂ ਪੈਂਦਾ ਹੈ। ਬਿਲਕੁਲ ਬਾਈ ਜੀ, ਧੰਨਵਾਦ ਬਹੁਤ ਬਹੁਤ। ਹਰਜੀਤ ਧਾਲੀਵਾਲ ਜੀ, ਲਾਈਨ ਨੰਬਰ ਵਰਿੰਦਰ ਜੀ, ਲਾਈਨ ਨੰਬਰ 2। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਦੇਖੋ ਗਿੱਲ ਸਾਹਿਬ, ਮੈਂ ਤਾਂ ਇਹੀ ਗੱਲ ਕਰਨੀ ਸੀ। ਪਹਿਲਾਂ ਆਪਾਂ ਆਪਣੇ ਦਿਨਾਂ ਦੇ ਵਿੱਚ ਸੀ ਸਾਰਿਆਂ ਦੇ ਵੀ ਇਹ ਅੰਬਾਨੀ ਤੇ ਅਡਾਨੀ ਦਾ ਸਾਰਾ ਕੁਛ ਕੀਤਾ ਕਰਾਇਆ ਚੱਲ ਰਿਹਾ ਜੀ। ਤੇ ਕੱਲ ਜਿਹੜੀ ਮੀਟਿੰਗ ਹੋਈ ਆ ਕਿਸਾਨਾਂ ਦੀ ਨਰਿੰਦਰ ਸਿੰਘ ਤੋਮਰ ਨਾਲ, ਤੇ ਦੇਖੋ ਨਰਿੰਦਰ ਸਿੰਘ ਤੋਮਰ ਦੇ ਮੂੰਹੋਂ ਆਪ ਹੀ ਨਿਕਲ ਗਈ ਇਹ ਗੱਲ ਵੀ ਉਹ ਕਹਿੰਦੇ ਪਹਿਲਾਂ ਅੱਜ ਤੁਸੀਂ ਆਏ ਆ ਬਈ ਆਹ ਕਾਨੂੰਨ ਬਦਲੋ, ਕੈਂਸਲ ਕਰੋ। ਕੱਲ ਨੂੰ ਅੰਬਾਨੀ ਅਡਾਨੀ ਵਰਗੇ ਆ ਕੇ ਉਹ ਸਾਨੂੰ ਆਖਣਗੇ ਵੀ ਤੁਸੀਂ ਆਹ ਕਾਨੂੰਨ ਲਾਗੂ ਕਰੋ। ਤੇ ਆਪਾਂ ਤਾਂ ਪਹਿਲਾਂ ਸੋਚਦੇ ਸੀ ਵੀ ਇਹ ਗੱਲ ਉਹਨਾਂ ਦੇ ਰਾਹੀਂ ਚੱਲੀ ਆ, ਤੇ ਕੱਲ ਉਹਨਾਂ ਦੇ ਆਪ ਵੀ ਮੂੰਹੋਂ ਨਿਕਲ ਗਈ ਗੱਲ। ਦੇਖੋ ਨਰਿੰਦਰ ਸਿੰਘ ਤੋਮਰ ਦੇ। ਹਾਂਜੀ ਹਾਂ, ਤੇ ਆਪਾਂ ਨੂੰ ਵੇਖੋ ਵੀ ਸੁਚੇਤ ਹੋਣ ਦੀ ਲੋੜ ਹੈ ਸਭ। ਤੇ ਨਾਲ ਜਿਹੜੀ ਦੂਜੀ ਗੱਲ ਕਰਦਾ ਹੁੰਦਾ ਲੱਖਾ ਸਿਧਾਣਾ, ਮੈਂ ਯੂਥ ਨੂੰ ਉਹੀ ਕਹਿਣਾ ਚਾਹੁੰਦਾ ਸੀ ਜੀ ਜੀ ਬਈ ਯੂਥ ਨੂੰ ਨੇ ਬਹੁਤ ਉਹ ਹੋਇਆ ਦੀਪ ਸਿੱਧੂ ਹੋਇਆ ਜਿਹੜਾ ਯੂਥ ਨੂੰ ਉਹਨਾਂ ਨੇ ਅੱਗੇ ਲੈ ਕੇ ਆਏ। ਉਹ ਯੂਥ ਉਹਨਾਂ ਦੇ ਰਾਹੀਂ ਆਇਆ ਅੱਗੇ। ਬਿਲਕੁਲ, ਜਿਹੜਾ ਅੱਜ ਪੂਰਾ ਫੁੱਲ ਹੰਗਾਰਾ ਯੂਥ ਦਾ ਮਿਲ ਰਿਹਾ।
ਤੇ ਬਾਕੀ ਸ਼ਾਂਤੀਪੂਰਵਕ ਚੱਲੀ ਜਾਂਦਾ ਜੀ। ਚਲੋ ਐਂ ਰੱਬ ਕਰੇ ਚੱਲੀ ਜਾਵੇ, ਤਰੱਕੀਆਂ ਮਿਲਣ ਆਪਾਂ ਨੂੰ, ਵਾਪਸ ਆਉਣ ਜਿੱਤ ਕੇ। ਥੈਂਕ ਯੂ ਬਾਈ ਜੀ, ਥੈਂਕ ਯੂ ਵਰਿੰਦਰ। ਸਰ ਹਰਜੀਤ ਸਿੰਘ ਧਾਲੀਵਾਲ ਜੀ, ਲਾਈਨ ਨੰਬਰ 3। ਹਾਂਜੀ ਗੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਬਾਈ ਜੀ, ਮੈਂ ਦੱਸਿਆ ਜੀ ਸਾਡੇ ਪਿੰਡ ਮੇਰਾ ਹੈਗਾ ਤਖਤੂਪੁਰਾ ਸਾਹਿਬ ਜੀ। ਅੱਛਾ ਜੀ। ਪਿੰਡੋਂ ਮਤਲਬ ਇੱਕ ਟਰਾਲੀ ਹੋਈ ਗਈ ਆ, ਮੈਂ ਪਤਾ ਕੀਤਾ ਸੀ ਪਿੰਡ ਚੋਂ। ਅੱਛਾ ਜੀ। ਤੇ ਫਿਰ ਮੈਂ ਕਿਹਾ ਵੀ ਸਾਡਾ ਇਤਿਹਾਸਕ ਪਿੰਡ ਆ, ਮੈਂ ਕਿਹਾ ਵੀ ਕੱਲ ਫਿਰ ਮੈਂ ਆਪਦੇ ਫਰੈਂਡ ਨੂੰ ਫੋਨ ਕੀਤਾ, ਮੈਂ ਕਿਹਾ ਵੀ ਐਂ ਕਰੋ ਵਿੱਚ ਆਪਣੇ ਪਿੰਡ ਚੋਂ ਕਹੇ ਵੀ ਜਿੰਨੇ ਬੰਦੇ ਜਾਣਗੇ 1000 ਬੰਦੇ ਮਗਰ ਦੇਵਾਂਗੇ। ਵਾਹ। ਬਸ ਕੈਂਟਰ ਵੀ ਲਿਆਵਾ ਉਹਨਾਂ ਦਾ ਇੱਕ, ਮੈਂ ਕਿਹਾ ਵੀ ਕੈਂਟਰ ਲੈ ਜਾਓ, ਜੇ ਐਕਸਟਰਾ ਜਾ ਉਹਦੇ ਮੈਂ ਕਿਹਾ ਤੇਲ ਪਾਣੀ ਦਾ ਖਰਚਾ, 10 ਬੰਦੇ ਤਾਂ 10,000, 20 ਤਾਂ 20, ਮੈਂ ਕਿਹਾ ਵੀ ਜਿੰਨੇ ਲੈ ਗਏ ਉਹਨੇ ਲਊ ਮੈਂ ਬਸ। ਤੇ ਹੁਣ ਉਹਨਾਂ ਨੂੰ ਕਿਹਾ ਤੇ ਵੇਖੋ ਕਿਵੇਂ, ਮੈਂ ਇਹੀ ਅਪੀਲ ਕਰਦਾ ਵੀ ਸਾਰਿਆਂ ਨੂੰ ਪੰਜਾਬੀਆਂ ਨੂੰ ਹੁਣ ਆਪਾਂ ਇਹ ਚੀਜ਼ ਕਰੀਏ ਇਕੱਠ ਦਿਖਾਉਣ ਦੀ, ਕਿਉਂਕਿ ਪੈਸੇ ਤਾਂ ਉਹ ਲੈ ਨਹੀਂ ਰਹੇ ਕਿਸੇ ਤੋਂ। ਹਾਂ ਬਾਈ ਜੀ, 8 ਨੂੰ ਇਕੱਠ ਹੋਣਾ ਚਾਹੀਦਾ ਉੱਥੇ ਪੂਰਾ, ਬਿਲਕੁਲ ਠੀਕ ਹੈ। ਹਾਂਜੀ ਹਾਂਜੀ, ਇਹ ਤਰੀਕਾ ਮੈਨੂੰ ਬੈਸਟ ਲੱਗਿਆ ਜੀ। ਆਪਾਂ ਹੁਣ ਕਿਸਾਨ ਯੂਨੀਅਨ ਕਹਿੰਦੀ ਵੀ ਅਸੀਂ ਤਾਂ ਪੈਸਾ ਕੋਈ ਲੈਣਾ ਨਹੀਂ, ਵੀ ਬੈਟਰ ਫਿਰ ਤੁਸੀਂ ਪਿੰਡਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਕਿਸੇ ਨੂੰ ਲਾਲਚ ਦੇ ਕੇ ਪਿਆਰ ਨਾਲ ਜਿਵੇਂ ਵੀ ਕਰ ਸਕਦੇ ਆ, ਤਾਂ ਮੈਨੂੰ ਇਹ ਵਧੀਆ ਲੱਗਿਆ। ਤੇ ਮੈਂ ਦੂਜਿਆਂ ਨੂੰ ਵੀ ਅਪੀਲ ਕਰੂੰ ਵੀ ਇਸ ਤਰ੍ਹਾਂ ਪਿੰਡਾਂ 'ਚੋਂ ਥੋੜੇ ਬਹੁਤਾ ਜੇ ਆਪਾਂ ਬੈਠੇ ਵੱਧ ਇਕੱਠ ਕਰ ਸਕੀਏ ਤਾਂ ਉਹਦਾ ਮੈਨੂੰ ਲੱਗਦਾ ਆਪਾਂ ਨੂੰ ਜ਼ਿਆਦਾ ਫਾਇਦਾ। ਬਿਲਕੁਲ ਠੀਕ ਹੈ ਜੀ, ਧੰਨਵਾਦ ਧਾਲੀਵਾਲ ਸਾਹਿਬ। ਬਰਾੜ ਸਾਹਿਬ, ਲਾਈਨ ਨੰਬਰ 1। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ, ਜਿਹੜਾ ਇਹ MSP ਮੇਨ ਆਪਣਾ ਮਿਲਦਾ ਸੀਗਾ ਪੰਜਾਬ ਤੇ ਹਰਿਆਣੇ ਨੂੰ, ਇਹ ਯੂਪੀ ਤੇ ਬਿਹਾਰ ਨੂੰ ਕਾਹਤੋਂ ਨਹੀਂ ਮਿਲਦਾ ਸੀਗਾ ਜੀ? ਹੁਣ ਉਹਨਾਂ ਨੂੰ ਵੀ ਵਿੱਚ ਲਾਉਣਾ ਚਾਹੀਦਾ, ਤੁਹਾਨੂੰ ਵੀ MSP ਹੈ ਨਾ। ਜੇ ਮੋਦੀ ਕਹਿੰਦਾ 1 ਕੰਟਰੀ 1 ਰੂਲ, ਤੇ ਇਹ ਤਾਂ ਫਿਰ ਆਲ ਓਵਰ ਇੰਡੀਆ ਚਾਹੀਦਾ। ਕਣਕ ਝੋਨੇ ਤੇ ਕਿਉਂ, ਜਿੰਨੀਆਂ ਦਾਲਾਂ ਜਿੰਨੀਆਂ ਸਬਜ਼ੀਆਂ, ਇਹ ਗਵਰਨਮੈਂਟ ਸੈੱਟ ਕਰੇ ਪ੍ਰਾਈਸ, ਵੀ ਮੰਡੀ ਦੇ ਵਿੱਚ ਤੁਸੀਂ ਲੈ ਕੇ ਆਓ, ਇੰਨੀ ਸਾਡੀ ਮਿਨੀਮਮ ਪ੍ਰਾਈਸ ਆ, ਇੰਨੇ ਤਾਂ ਅਸੀਂ ਪਰਚੇਜ ਕਰਨਾ। ਜੇ ਕੋਈ ਪ੍ਰਾਈਵੇਟ ਵਪਾਰੀ ਹੈ ਤਾਂ ਉੱਤੇ ਖਰੀਦ ਕਰ ਲੈਂਦਾ, ਉਹਦੀ ਮਰਜ਼ੀ ਆ। ਬਿਲਕੁਲ ਠੀਕ ਹੈ ਨਾ ਜੀ, ਬਿਲਕੁਲ ਹਨਾ। ਹੁਣ ਜਿਹੜੇ ਯੂਪੀ ਬਿਹਾਰ ਆ, ਪੱਛਮੀ ਆ, ਤੁਸੀਂ ਆਪਣਾ ਬੰਗਾਲ ਦੇ ਵਿੱਚ ਚੱਲ ਜਾਓ ਭਾਜੀ, ਆਪਣਾ ਬਾਸਮਤੀ ਆਪਣੇ ਤਾਂ ਵਿਕਦਾ 4-4 ਨੂੰ 2500 ਤੋਂ ਉੱਪਰ ਕੁਆਂਟਲ, ਉੱਥੇ 1000-1200 ਨੂੰ ਨਹੀਂ ਬਿਲਕੁਲ ਮਿਲਦਾ। ਬਿਲਕੁਲ, ਨਾਲੇ ਮਹਿਕਾਂ ਉੱਠਦੀਆਂ ਕੋਲ ਦੀ ਲੰਘੇ ਜਾਂਦੇ, ਪਤਾ ਲੱਗਦਾ। ਬਿਲਕੁਲ। ਫੂਸਾ 22-18 ਝੋਨਾ ਆਪਣੇ ਵਿਕਦਾ 1800 ਨੂੰ ਕੁਆਂਟਲ, ਜਿਹੜੀ ਮਿਨੀਮਮ ਪ੍ਰਾਈਸ ਮਿਲਦੀ, ਉੱਥੇ ਬਿਹਾਰ 'ਚ 600 ਨੂੰ ਨਹੀਂ ਉਹਨੂੰ ਕੋਈ ਲੈਂਦਾ। ਉਹ ਟਰਾਲੀਆਂ ਭਰ ਕੇ ਟਰੱਕ ਭਰਾ ਕੇ ਲਿਆ ਕੇ ਹਰਿਆਣੇ 'ਚ ਵੇਚਦੇ ਸੀਗੇ ਜੀ, ਕਿੰਨੀ ਬਲੈਕ ਹੁੰਦੀ ਸੀਗੀ। ਇਹ ਫਿਰ 1 ਕੰਟਰੀ 1 ਰੂਲ ਚਾਹੀਦਾ। ਹੁਣ ਉਹਨਾਂ ਨੂੰ ਵੀ, ਇਹਨਾਂ ਨੂੰ ਚਾਹੀਦਾ ਵੀ ਤੁਸੀਂ ਵੀ ਸਾਡੇ ਨਾਲ ਸਪੋਰਟ ਕਰੋ, ਅਸੀਂ ਤੁਹਾਨੂੰ ਵੀ ਮਿਨੀਮਮ ਪ੍ਰਾਈਸ ਦਵਾਉਣੇ ਆ। ਬਿਲਕੁਲ ਠੀਕ ਹੈ, MSP ਰਾਈਟ। ਬਿਲਕੁਲ ਠੀਕ ਹੈ ਵੀ, ਥੈਂਕ ਯੂ ਬਰਾੜ ਸਾਹਿਬ। ਦਵਿੰਦਰ ਸ਼ਰਮਾ ਜੀ, ਇੱਕ ਜਿਨ੍ਹਾਂ ਨੇ ਐਗਰੀਕਲਚਰ ਤੇ ਬੜੀ ਰਿਸਰਚ ਕੀਤੀ ਆ, ਉਹਨਾਂ ਦੀ ਤਖਤ ਦੀ ਜਿਹੜੀ ਇੱਕ ਬੜੀ ਪਟਰਾਣੀ ਹੈ, ਜਿਹਨੇ ਆਪਣੇ ਦੀਪ ਸਿੱਧੂ ਦੇ ਨਾਲ ਸੰਤ ਜਰਨੈਲ ਸਿੰਘ ਦੀ ਗੱਲ ਤੇ ਆ ਕੇ ਬੜਾ ਵਰਖਾ ਦੱਤ ਨੇ ਹੋਇਆ, ਉਹਦੇ ਨਾਲ ਦਵਿੰਦਰ ਸ਼ਰਮਾ ਜੀ ਦੀ ਇੱਕ ਇੰਟਰਵਿਊ ਸੁਣਿਓ। ਦਵਿੰਦਰ ਸ਼ਰਮਾ ਇਹਨੂੰ ਕਹਿੰਦੀ MSP ਦੀ ਲੋੜ ਕੀ ਹੈ? ਜੇ MSP ਤੋਂ ਵੱਧ ਪ੍ਰਾਈਸ ਮਿਲ ਰਹੀ ਹੈ, ਉਹ ਕਹਿੰਦਾ ਵੀ MSP ਦੀ ਲੋੜ ਕਿਉਂ ਨਹੀਂ, ਇੱਕ ਬੈਂਚ ਮਾਰਕ ਆ, ਦੇ ਦੇਣਾ MSP ਤੋਂ ਵੱਧ। ਬੈਂਚ ਮਾਰਕ ਤਾਂ ਇੱਕ ਸੈੱਟ ਕਰਨ। ਉਹ ਕਹਿੰਦਾ ਵੀ 50-50 ਲੱਖ ਟਨ, 40-40 ਲੱਖ ਟਨ, 30-30 ਲੱਖ ਟਨ ਬਿਹਾਰ ਯੂਪੀ ਤੋਂ ਆ ਕੇ ਪੰਜਾਬ 'ਚ ਵਿਕ ਜਾਂਦਾ, MSP ਕਰਕੇ ਵਿਕਦਾ। 1100 ਨੂੰ ਲੈ ਕੇ ਮੱਕੀ ਯੂਪੀ ਬਿਹਾਰ 'ਚੋਂ 90 ਰੁਪਏ ਕਿਲੋ ਨੂੰ ਵੇਚ ਰਿਹਾ ਅਡਾਨੀ ਅੰਬਾਨੀ, ਪੈਕਟਾਂ 'ਚ ਪਾ ਕੇ। ਮੱਕੀ ਦੀ ਛੱਲੀ ਪਈ ਅੰਬਾਨੀ ਦੀ ਮੌਲ 'ਚ ਮੋਹਾਲੀ 120 ਰੁਪਏ ਦੀ। ਮਤਲਬ ਕਹਿਣ ਦਾ ਇਹ ਹੈ ਵੀ ਉਦੋਂ MSP ਜਦ ਤੁਸੀਂ ਦੇਣੀ ਹੋ ਇਦੋਂ ਵੱਧ ਹੈ ਤਾਂ ਫਿਰ ਉਹਨੂੰ ਮੰਨਣ 'ਚ ਕੀ ਤੰਗੀ ਹੈ? ਟਾਂਡੀ ਜੀ, ਲਾਈਨ ਨੰਬਰ 2। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਤਾਂ ਜੀ ਮੋਦੀ ਦਾ ਏਦਾਂ ਲੱਗਦਾ ਕਿ ਇਤਿਹਾਸ ਰਿਪੀਟ ਹੋ ਰਿਹਾ, ਜਿੱਦਾਂ ਕਹਿ ਲਓ ਵੀ ਮੁੜ ਕੇ ਉਹ ਗੱਲ ਹੋ ਰਹੀ। ਮੈਨੂੰ ਮੁਹੰਮਦ ਤੁਗਲਕ ਬਾਰੇ ਮੈਂ ਜਿੱਦਾਂ ਦੱਸਦਾ ਤੁਹਾਨੂੰ, ਮੁਹੰਮਦ ਤੁਗਲਕ ਹੋਇਆ ਜਿੱਦਾਂ ਕਹਿ ਲਓ 1320 ਦੇ ਵਿੱਚ ਤੁਗਲਕ ਦਾ ਰਾਜ ਆਇਆ, ਤੇ 1300 ਜਿੱਦਾਂ ਬਈ ਇਹਨੂੰ ਗੱਦੀ ਤੇ ਬਹਾਲਿਆ ਗਿਆ 1325 ਦੇ ਵਿੱਚ। ਤਾਂ ਐਨੇ ਨਾ ਮਤਲਬ ਜ਼ਮੀਨਾਂ ਦੀ ਜਿਹੜੀ ਕਾਰੋਬਾਰੀ ਹੈ, ਕਹਿੰਦਾ ਵੀ ਖੇਤੀ ਸ਼ੁਰੂ ਕਰੋ ਸਾਰੇ ਜਣੇ, ਬਈ ਖੇਤੀ ਜਿੱਦਾਂ ਇਹਨੇ ਖੇਤੀ ਸ਼ੁਰੂ ਕਰ ਲਈ ਇਹਨੇ, ਤਾਂ ਇਹਨੇ ਨਾ ਫਿਰ ਜਿੱਦਾਂ ਬਈ ਸਾਰੇ ਆਪਣੇ ਵਰਕਰਾਂ ਨੂੰ ਕਹਿਤਾ ਸਾਰਾ ਰਕਬਾ ਲਿਆਓ, ਸਾਰਿਆਂ ਕੁਛ ਰਿਕਾਰਡ ਲਿਆਓ ਜ਼ਮੀਨਾਂ ਜਿੱਥੇ ਜਿੱਥੇ ਖੇਤੀ ਹੋਣੀ ਆ। ਉੱਥੇ ਇਹਨੇ 70 ਲੱਖ ਖਰਚ ਦਿੱਤਾ, 70 ਲੱਖ ਉਹਨਾਂ ਦਿਨਾਂ ਦੇ ਵਿੱਚ। ਤਾਂ ਫਿਰ ਉਹ ਗੱਲ ਨਹੀਂ ਬਣੀ, ਤਾਂ ਫਿਰ ਤੁਹਾਨੂੰ ਪਤਾ ਹੀ ਆ ਉਹ ਪੈਸੇ ਢੇਲਾ ਕਿੱਦਾਂ ਇਹਨੇ ਬਣਵਾਇਆ। ਤੇ ਫਿਰ ਇਹਨੇ ਦਿੱਲੀ ਨੂੰ ਕਹਿੰਦਾ ਦੇਵਗਿਰੀ ਜਾਓ, ਉੱਥੋਂ ਚਿੱਠੀਆਂ ਆਉਂਦੀਆਂ ਸੀਗੀਆਂ ਸਾਊਥ ਤੋਂ, ਬਈ ਤੂੰ ਰਾਜਾ ਨਹੀਂ ਚੰਗਾ, ਤੇਰਾ ਰਾਜ ਭਾਗ ਨਹੀਂ ਚੰਗਾ, ਉੱਥੋਂ ਚਿੱਠੀਆਂ ਆਉਂਦੀਆਂ ਸੀ। ਕਹਿੰਦਾ ਫਿਰ ਏਦਾਂ ਕਰੀਏ, ਭੇਜਣੇ ਤਾਂ ਅਫਸਰ ਸੀਗੇ ਉੱਥੇ ਨੂੰ ਵੀ
ਤੇ ਸਾਰੀ ਦਿੱਲੀ ਨੂੰ ਕਹਿੰਦਾ, ਲੋਕਾਂ ਨੂੰ ਵੀ ਕਹਿੰਦਾ ਨਾਲ ਹੀ ਲੈ ਚਲੋ, ਉੱਥੇ ਸਾਰੀ ਦਿੱਲੀ ਲੈ ਗਿਆ ਨਾਲ। ਤੇ ਗਰਮੀਆਂ ਦੇ ਦਿਨ ਸੀਗੇ, ਜਿਹੜੇ ਪਾਜ ਸੀਗੇ ਉਹਨਾਂ ਨੂੰ ਵੀ ਲੈ ਗਿਆ, ਅੰਨਿਆਂ ਨੂੰ ਵੀ ਘੋੜਿਆਂ ਦੀਆਂ ਪੂਛਾਂ ਦੇ ਪਿੱਛੇ ਬੰਨ ਕੇ ਉਹਨੇ ਨਾ, ਅੱਧੇ ਤਾਂ ਲੋਕ ਉਦੋਂ ਹੀ ਜਾਂਦੇ ਹੀ ਮਰ ਗਏ। ਉਹ ਜਿੱਦਾਂ ਕਹਿ ਲਓ ਫਿਰ ਉੱਥੇ ਜਾ ਕੇ ਇਹਦਾ ਕੁਛ ਚੱਲਿਆ ਨਹੀਂ ਰਾਜ ਭਾਗ, ਤੇ ਇਹਨੂੰ ਜਾ ਕੇ ਪਤਾ ਲੱਗਾ ਕਿ ਇਹ ਤਾਂ ਦਿੱਲੀ ਵਰਗਾ ਨਹੀਂ ਹੈ ਸ਼ਹਿਰ, ਤਾਂ ਇਹ ਡਿਵੈਲਪਮੈਂਟ ਬੜੀ ਹੋਣੀ ਆ। ਫਿਰ ਇਹਨੇ ਮੁੜ ਕੇ 1935 ਦੇ ਵਿੱਚ ਫਿਰ ਮੁੜ ਕੇ ਕਹਿੰਦਾ ਚਲੋ ਹੁਣ ਬੈਕ ਚਲੀਏ ਉੱਥੇ ਨੂੰ। ਜਿੱਦਾਂ ਉਹ ਜਿੱਦਾਂ ਕਹਿ ਲਓ ਅੱਧੇ ਲੋਕ ਉੱਦਾਂ ਖਰਾਬ ਕਰ ਦਿੱਤੇ ਨੇ, ਅੱਧੇ ਉੱਦਾਂ ਕਰ ਦਿੱਤੇ। ਮੋਦੀ ਸਾਹਿਬ ਦਾ ਇਤਿਹਾਸ ਨੂੰ ਰਿਪੀਟ ਕਰਨ ਦਾ ਮੈਂ ਤਾਂ ਦੱਸਿਆ ਥੋੜਾ ਜਿਹਾ ਇਤਿਹਾਸ ਵੀ ਇਹ ਰਿਪੀਟਿੰਗ ਹੋ ਰਿਹਾ ਪ੍ਰੋਗਰਾਮ। ਜਿਹਦਾ ਲੈਂਡ ਉਹ ਆ ਸ਼ਾਇਦ ਮਨਸ਼ਾ ਸ਼ਾਇਦ ਮੋਦੀ ਦੀ ਵੀ ਨਾ ਮਾੜੀ ਹੋਵੇ। ਉਹ ਜਿਹੜਾ ਪੜ੍ਹਿਆ ਲਿਖਿਆ ਦਾ ਰਾਜਾ ਸੀ ਮੁਹੰਮਦ ਤੁਗਲਕ, ਮੈਥੇਮੈਟਿਕ ਦਾ ਬਹੁਤ ਜ਼ਿਆਦਾ ਹਿਸਾਬੀ ਕਿਤਾਬੀ ਸੀਗੀ। ਉਹਨੇ 7 ਗੱਲਾਂ ਕੀਤੀਆਂ ਜਿਹੜੀਆਂ ਬੇਵਕੂਫੀਆਂ ਵਾਲੀਆਂ, ਜਿੱਦਾਂ ਪਾਗਲ ਰਾਜਾ ਉਹਨੂੰ ਕਹਿੰਦੇ ਸੀਗੇ। ਤੇ ਪੜ੍ਹਿਆ ਲਿਖਿਆ ਬਹੁਤ ਜ਼ਿਆਦਾ ਸੀਗਾ, ਜਿੱਦਾਂ ਕਹਿ ਲਓ ਸਭ ਕੁਛ ਮਿਲਟਰੀ ਦਾ ਵੀ ਬਹੁਤ ਤਕੜਾ ਅਫਸਰ ਸੀਗਾ। ਇਸ ਤਰ੍ਹਾਂ ਮੋਦੀ ਦਾ ਮੈਨੂੰ ਲੱਗਦਾ ਕਿ ਜਿਹੜੇ ਸਲਾਹਕਾਰ ਆ ਨਾ ਉਹ ਮੁਹੰਮਦ ਤੁਗਲਕ ਕਰਕੇ ਆ ਵੀ ਮਾੜੇ 3-4 ਫੈਸਲੇ ਨੇ ਕੀਤੇ। 370 ਲਾਤੀ, ਫਿਰ ਨੋਟਬੰਦੀ, ਸਾਰੇ ਲੋਕ ਸੜਕਾਂ ਤੇ ਲਿਆਤੇ, ਵਿੱਚੋਂ ਪੈਸੇ ਕੱਢ ਕੇ ਸਾਰਾ ਕੁਝ ਉਹੋ ਹੀ ਰਿਪੀਟਿੰਗ। ਮੈਂ ਤਾਂ ਥੋੜਾ ਜਿਹਾ ਇਤਿਹਾਸ ਦੱਸਿਆ ਵੀ ਉਹ ਰਿਪੀਟਿੰਗ ਪ੍ਰੋਗਰਾਮ ਇਹਦਾ ਮੋਦੀ ਦਾ ਹੋ ਰਿਹਾ। ਇਹ ਰਾਜਾ ਜਿੱਦਾਂ ਕਹਿ ਲਓ ਇੰਡੀਆ ਦਾ ਕੋਈ ਚੰਗਾ ਨਹੀਂ। ਤੁਹਾਨੂੰ ਨਾ ਗੱਲਬਾਤ ਜਿਹੜੀ ਆ ਹੁਣ ਪਿੰਡਾਂ 'ਚ, ਮੈਂ ਪੈਸੇ ਦੇ ਹੱਕ 'ਚ ਨਹੀਂ ਵੀ ਪੈਸਾ ਤੁਸੀਂ ਭੇਜੀ ਜਾਓ, ਤਾਂ ਇੱਥੇ ਆਮ ਪਾਰਟੀ ਵੀ ਆਈ ਸੀਗੀ, ਤਾਂ ਮਨਪ੍ਰੀਤ ਵੀ ਆਇਆ ਸੀ, ਤਾਂ ਭਗਵੰਤ ਮਾਨ ਵੀ ਲੁੱਟ ਕੇ ਲੈ ਗਿਆ। ਤੁਸੀਂ ਪਿੰਡਾਂ ਨੂੰ ਵਿੱਚ ਵੀ ਤੁਹਾਡਾ ਖੱਜਲ ਖਰਾਬੀ ਹੋਣੀ। ਤੁਸੀਂ ਬਾਹਰ ਗੱਲ ਕਰੋ, ਵਰਲਡ ਦੇ ਵਿੱਚ ਗੋਰਿਆਂ ਨਾਲ ਗੱਲਬਾਤ ਕਰੋ, ਬਾਹਰਲੇ ਮੀਡੀਆ ਨਾਲ ਗੱਲਬਾਤ ਕਰੋ, ਜਿੰਨੀ ਗੱਲ ਜਿਹਨਾਂ ਨੂੰ ਇੰਗਲਿਸ਼ ਆਉਂਦੀ ਆ ਜਾਂ ਕੁਛ ਵੀ ਆ, ਆਪਣੀ ਬਾਲਗਾਰ ਦੇ ਜਰੀਏ ਇਹ ਬਾਹਰਲੇ ਦੇਸ਼ ਪ੍ਰੈਸ਼ਰ ਹੁਣ ਪਾ ਸਕਦੇ ਉੱਤੇ ਆ। ਜਿੱਦਾਂ ਟਰੂਡੋ ਸਾਹਿਬ ਦਾ ਬਹੁਤ ਵਧੀਆ ਬਿਆਨ, ਸਾਰੇ ਪ੍ਰਧਾਨ ਮੰਤਰੀ ਸਾਰੇ ਦੇਸ਼ ਜਦੋਂ ਇਹਨਾਂ ਨੂੰ ਹੋਣਾ ਨਾ, ਮਤਲਬ ਸਾਰੇ ਦੇਸ਼ਾਂ ਦਾ ਪ੍ਰੈਸ਼ਰ ਪੈਣਾ, ਫੇਰ ਮੰਨਣਗੇ, ਕਿਉਂਕਿ ਇਹ ਮੁਹੰਮਦ ਤੁਗਲਕ ਆ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੁਨੀਲ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਇੱਕ ਤਾਂ ਜਿਹੜਾ 8 ਤਰੀਕ ਦਾ ਇਕੱਠ ਆ ਉਹ ਤਾਂ ਠੀਕ ਆ, ਪਰ ਬਾਹਰਲੇ ਪਾਸੇ ਨਾ ਇੱਕ 10 ਦਸੰਬਰ ਨੂੰ ਕੁਝ ਵੀਰ ਭੈਣ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਉਹਨੂੰ ਵਰਲਡ ਹਿਊਮਨ ਰਾਈਟਸ ਡੇ ਆ। ਇਹਨੂੰ ਫਾਰਮਰ ਰਾਈਟਸ ਤੇ ਹਿਊਮਨ ਰਾਈਟਸ ਡੇ ਦੇ ਤੌਰ ਦੇ ਉੱਤੇ ਮਨਾਉਣਾ ਚਾਹੀਦਾ ਹੈ ਇਸ ਵਾਰ। ਤੇ ਜਿੱਥੇ ਕਿਤੇ ਵੀ ਕੋਈ ਡਿਸਿਪਲਿਨ ਤੇ ਜਿਹੜਾ ਅਨੁਸ਼ਾਸਨ, ਜਿਹੜੇ ਮੈਂ ਕਦੀ ਕਹਿੰਦਾ ਹੁੰਦਾ ਵੀ ਸਾਡੇ ਤੇ ਇੱਕ ਦੋਸ਼ ਲੱਗਦਾ ਪੰਜਾਬੀਆਂ ਦੇ ਆਮ ਤੌਰ ਤੇ ਵੀ ਅਸੀਂ ਵਾਇਲੇਟਰ ਆ, ਪਰ ਜਿਹੜੀ ਤਹਮਲ ਜਿਹੜਾ ਅਨੁਸ਼ਾਸਨ ਉੱਥੇ ਦਿੱਲੀ 'ਚ ਦਿਖਾਇਆ ਗਿਆ, ਆਪਾਂ ਤਾਂ ਫਿਰ ਵੀ ਇੱਕ ਐਡਵਾਂਸ ਮੁਲਕ 'ਚ ਰਹਿੰਦੇ ਹਾਂ। ਆਪਣਾ ਐਕਸਪੋਜ਼ਰ ਵੀ ਡਿਸਿਪਲਿਨ ਨੂੰ ਜ਼ਿਆਦਾ, ਆਪਾਂ ਜਿੱਥੇ ਵੀ ਮੁਜ਼ਾਹਰਾ ਕਰਨਾ ਪੂਰੇ ਡਿਸਿਪਲਿਨ 'ਚ ਰਹਿ ਕੇ ਕਰੀਏ, ਇਹੀ ਆਪਣੀ ਜਿੱਤ ਹੋਊਗੀ ਮੇਰੇ ਖਿਆਲ ਨਾਲ ਉਹਨਾਂ ਦੀ ਸਪੋਰਟ ਵਾਸਤੇ। ਪਹਿਲੀ ਗੱਲ ਤਾਂ ਜੀ। ਦੂਜੀ ਗੱਲ ਜਿਹੜੀ ਹੈ ਨਾ, ਦੇਖੋ ਆਪਣੇ ਵੀਰਾਂ ਭੈਣਾਂ ਦੀ ਗੱਲ ਕਲੀਅਰ ਹੋਣੀ ਚਾਹੀਦੀ ਹੈ। ਸਾਡਾ ਮਸਲਾ ਇਕੱਲਾ ਇੱਥੇ ਮੁੱਕਦਾ ਨੀਗਾ, ਖਾਸ ਕਰਕੇ ਪੰਜਾਬੀਆਂ ਦਾ, ਕਿਸਾਨੀ ਦਾ। ਇਹ ਕਿਸਾਨੀਆਂ ਦਾ ਮਸਲਾ ਉੱਠਿਆ ਅੱਜ ਹੈ। ਸਰਕਾਰ ਨੇ ਚਾਹੇ ਤੁਸੀਂ ਇਹ ਕਹਿ ਲਓ ਵੀ ਹੁਣ ਜ਼ਿਆਦਾ ਉਭਾਰ ਕੇ ਗਲਤੀ ਕਰ ਦਿੱਤੀ ਆ, ਪਰ ਸਿੰਸ 1990s ਤੋਂ ਚੱਲਿਆ ਹੋਇਆ। ਪਹਿਲਾਂ ਉਹਨਾਂ ਨੇ ਇੰਡਸਟਰੀ ਨੂੰ ਕੰਟਰੋਲ ਕੀਤਾ, ਸਾਰੇ ਲੇਬਰ ਨੂੰ ਕੰਟਰੋਲ ਕੀਤਾ ਇਹਨਾਂ ਮੁਲਕਾਂ 'ਚ, ਚਾਈਨਾ 'ਚ, ਇੰਡੀਆ ਦੇ ਵਿੱਚ। ਹੁਣ ਉਹ ਫੂਡ ਤੇ ਆ ਪਏ ਆ। ਦੇਖੋ ਇਸ ਪੈਨਾਡੈਮਿਕ ਨੇ ਵੀ ਕਲੀਅਰ ਕਰ ਦਿੱਤਾ। ਹੁਣ ਲੋਕ ਕਹਿੰਦੇ ਵੀ ਮੋਦੀ ਨੂੰ ਕੀ ਲੋੜ ਪਈ ਸੀ ਪੈਨਾਡੈਮਿਕ 'ਚ ਗੱਲ ਕਰਨ ਦੀ, ਕਿਉਂਕਿ ਪੈਨਾਡੈਮਿਕ ਨੇ ਇੱਕ ਚੀਜ਼ ਡਿਕਲੇਅਰ ਕਰਤੀ ਕਿ ਜਿਹੜੀ ਸਾਰਿਆਂ ਨਾਲੋਂ ਪਹਿਲੀ ਬੇਸਿਕ ਚੀਜ਼ ਜਿਹੜੀ ਲੋਕਾਂ ਨੇ ਸਟੋਰ ਕਰਨੀ ਸਟਾਰਟ ਕੀਤੀ ਉਹ ਕੀ ਸੀ? ਫੂਡ, ਆਲ ਓਵਰ ਦੀ ਵਰਲਡ। ਜੀ। ਸੋ ਉਹ ਉਸੇ ਟਾਈਮ ਜਿਹੜੇ ਬੰਦੇ ਉਹਨਾਂ ਨੇ ਸਪੋਰਟ ਕੀਤੀ ਸੀ ਮੋਦੀ ਨੂੰ ਲਿਆਉਣ ਵਾਸਤੇ, ਜਿਹੜੇ ਵੀ ਇੰਡਸਟਰੀਅਲ ਹਾਊਸ ਆ, ਮੈਂ ਕੋਈ ਨਾਂ ਨਹੀਂ ਲੈਂਦਾ, ਨਾਂ ਲੋਕਾਂ ਨੂੰ ਬਹੁਤ ਪਤਾ ਨੇ, ਉਹਨਾਂ ਦੀ ਜਿਹੜੀ ਪਾਲਿਸੀ ਉਹ ਪਹਿਲਾਂ ਉਹਨਾਂ ਨੇ ਵੋਟਾਂ ਤੋਂ ਪਹਿਲਾਂ ਦੱਸੀ ਹੋਊਗੀ ਸਾਨੂੰ ਏਦਾਂ ਕਰਿਓ ਸਾਡਾ ਕੰਮ। ਉਹ ਕੰਮ ਉਹਨਾਂ ਨੇ ਇਹਦੇ ਆੜ ਦੇ ਵਿੱਚ ਲਿਆਂਦਾ, ਉਹਨਾਂ ਪੈਸੇ, ਹੁਣ ਤਾਂ ਅਸੀਂ ਪੈਸੇ ਬਣਾਉਣੇ ਆ। ਵਰਲਡ ਦੇ ਵਿੱਚ ਮੇਰਾ ਵੀਰ ਇਹ ਚੱਲ ਰਿਹਾ, ਫੂਡ, ਹੈਲਥ, ਬੈਂਕਿੰਗ, ਐਜੂਕੇਸ਼ਨ, ਇਹੋ ਜਿਹੀ ਚੀਜ਼ਾਂ ਨੇ। ਉਹਨਾਂ ਦੀਆਂ ਅੱਗੇ ਛੋਟੀਆਂ ਕਾਰਪੋਰੇਟਸ ਨੇ, ਹੁਣ ਹੈਗੀਆਂ ਨੇ ਜਿਹਨੂੰ ਬਿਗ ਕਾਰਪੋਰੇਟਸ 5-7 ਨੇ, ਉਹਨਾਂ ਵਿੱਚ ਸਾਰਾ ਵਰਲਡ ਤਬਦੀਲ ਹੋ ਰਿਹਾ। ਔਰ ਖਾਸ ਕਰਕੇ ਪੈਨਾਡੈਮਿਕ ਦੇ ਵਿੱਚ ਬਹੁਤ ਵੱਡਾ ਐਕਸਪੈਰੀਮੈਂਟ ਹੋ ਰਿਹਾ। ਠੀਕ ਜੀ। ਉਸ ਐਕਸਪੈਰੀਮੈਂਟ ਦੀ ਜਿਹੜੀ ਇੱਕ ਚੀਜ਼ ਤੁਸੀਂ ਉੱਥੇ ਦੇਖ ਰਹੇ ਹੋ, ਇਸ ਤੋਂ ਬਾਅਦ ਚੱਲ ਰਹੀਆਂ ਨੇ। ਜੇ ਅਸੀਂ ਇਹਨੂੰ ਨਾ ਰੋਕਿਆ ਨਾ ਤਾਂ ਆਪਣੇ ਤੇ ਜਿਹੜੀਆਂ ਹੋਰ ਜੰਜੀਰਾਂ ਆਣੀਆਂ ਨੇ ਉਹ ਸੌਖੀਆਂ ਆ ਜਾਣੀਆਂ ਨੇ। ਤੇ ਇਸ ਕਰਕੇ ਆਪਣਾ ਕਿਸਾਨਾਂ ਦਾ ਵਿਰੋਧ ਕਰਨਾ, ਉਹ ਇੱਕ ਕਿਸਾਨਾਂ ਦਾ ਜਿਹੜਾ ਉੱਥੇ ਵਿਰੋਧ ਕਰਨਾ, ਉਹਦੀ ਸਪੋਰਟ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ। ਪ੍ਰੈਸ਼ਰ ਬਣਾ ਸਕਦੇ ਆ, ਇਹਦੇ ਤੋਂ ਨਾ ਜਾਈਏ ਵੀ ਇਹਦਾ ਕੀ ਨਤੀਜਾ ਨਿਕਲੂਗਾ। ਠੀਕ ਹੈ ਸੁਨੀਲ ਜੀ, ਥੋੜਾ ਜਿਹਾ ਮੇਰੇ ਕੋਲ ਸਮਾਂ ਘਟ ਗਿਆ, 2 ਕਾਲਰ ਹੋਰ ਨੇ। ਸਟਾਰ ਅਵਤਾਰ ਸਿੰਘ ਜੀ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
ਗਿੱਲ ਸਾਹਿਬ ਜੇ ਆਪਾਂ ਈਵਨ ਇੱਥੇ ਵੀ ਨਹੀਂ ਸਟਾਪ ਕਰਨਾ, ਇਹੋ ਜਿਹੜੀ ਜਦੋਂ 1975 ਦੇ ਵਿੱਚ ਜੈ ਪ੍ਰਕਾਸ਼ ਨਾਰਾਇਣ ਵਾਲੀ ਮੂਵਮੈਂਟ ਸੀ ਨਾ, ਉਹ ਮੂਵਮੈਂਟ ਵੀ ਇੱਕ ਸਟੇਜ ਤੇ ਆਲਮੋਸਟ ਫੇਲ ਹੋਣ ਤੇ ਆ ਗਈ ਸੀ। ਜਦੋਂ ਉਹ ਪੰਜਾਬੀਆਂ ਦੇ ਹੱਥ ਆਈ ਫੇਰ ਹੀ ਉਸ ਮੂਵਮੈਂਟ ਦੇ ਵਿੱਚ ਵੀ ਜਾਨ ਪਈ। ਉਹ ਮੂਵਮੈਂਟ ਇੰਦਰਾ ਗਾਂਧੀ ਨੂੰ ਲੈ ਕੇ ਡੁੱਬੀ ਸੀ। ਜੀ ਜੀ ਜੀ। ਇਹੋ ਜਿਹੜੀ ਮੂਵਮੈਂਟ ਆ ਇਹਨੇ ਅਖੀਰ 'ਚ ਮੋਦੀ ਨੂੰ ਲੈ ਕੇ ਡੁੱਬਣਾ। ਇਹ ਜਿਹੜੀ ਆ ਬਿੱਲ ਪਾਸ ਹੋਣੇ, ਇਹ ਤਾਂ ਬਹੁਤ ਬਿੱਲ ਨਾ ਪਾਸ ਹੋਣੇ ਜਾਂ ਇਹਨਾਂ ਡੀਬੰਕ ਹੋਣਾ ਜਾਂ ਇਹਨਾਂ 'ਚ ਇਹਨਾਂ ਚੇਂਜਸ ਹੋਣੀ, ਉਹ ਤਾਂ ਬਹੁਤ ਛੋਟੀ ਜਿਹੀ ਚੀਜ਼ ਆ। ਪਰ ਇੱਕ ਜਿਹੜੀ ਸਾਰਿਆਂ ਜੋ ਵੱਡੀ ਚੀਜ਼ ਇਹ ਨਿਕਲੀ ਆ ਵੀ ਲੋਕੀ ਜਿਹੜੇ ਆ ਪਹਿਲਾਂ ਮੋਦੀ ਨੂੰ ਜਾਂ ਜਿਹੜੇ ਮੋਦੀ ਦੇ ਭਗਤ ਆ ਉਹਨਾਂ ਨੂੰ ਇਹ ਸੀ ਵੀ ਸਾਡੇ ਵਿਰੁੱਧ ਕੋਈ ਖੜ ਨਹੀਂ ਸਕਦਾ। ਬਿਲਕੁਲ ਹੁਣ ਇੰਡੀਆ 'ਚ ਇਹ ਹੋ ਗਿਆ ਲੋਕਾਂ ਨੂੰ ਵੀ ਇਹਦੇ ਵਿਰੁੱਧ ਖੜ ਸਕਦੇ ਆ। ਹੁਣ ਲੋਕੀ ਜਿਹੜੇ ਆ ਮੋਦੀ ਦੇ ਵਿਰੁੱਧ ਖੜਨਗੇ। ਜਿਹੜਾ ਇੰਦਰਾ ਗਾਂਧੀ ਦਾ ਹਾਲ ਹੋਇਆ ਸੀ 75 ਤੋਂ ਬਾਅਦ, ਸੇਮ ਹੀ ਜਿਹੜਾ ਉਹ ਹਾਲ ਹੋਊਗਾ ਮੋਦੀ ਦਾ। ਇਹ ਮਤਲਬ ਆਪਣੇ ਆਉਣ ਵਾਲੇ ਸਾਲ 6 ਮਹੀਨੇ ਸਾਲ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਊਗਾ। ਇਹ ਪਹਿਲਾਂ ਇਹੀ ਸੀ ਵੀ ਇਹਨੂੰ ਇਹ ਸੀ ਵੀ ਕੋਈ ਨਵਾਂ ਨੈਰੇਟਿਵ ਟਾਰਗੇਟ ਨਹੀਂ ਕਰ ਸਕਦਾ ਜੀ। ਹਾਂ, ਟਾਰਗੇਟ ਕਰਕੇ ਹਰ ਇੱਕ ਨੂੰ ਪਿੱਛੇ ਲਾਉਂਦਾ। ਹੁਣ ਪੰਜਾਬੀ ਤਾਂ ਇੱਕ ਸੀ, ਇੱਕ ਹੀ ਨਹੀਂ ਇਸ ਖਿੱਤੇ ਦੀ ਹਿਸਟਰੀ ਨਹੀਂ ਪੜ੍ਹੀ, ਦੂਜਾ ਇਹ ਨਹੀਂ ਆਪਣੇ ਆਪ ਨੂੰ ਜ਼ਿਆਦਾ ਓਵਰ ਐਸਟੀਮੇਟ ਕਰਕੇ। ਇਹ ਖਿੱਤੇ ਦੀ ਹਿਸਟਰੀ ਇਹ ਆ, ਇਹਦਾ ਜਿਹੜੀਆਂ ਕੌਮਾਂ ਇਹ ਨਿਕਲੀਆਂ ਹੀ ਇਸ ਚੀਜ਼ ਦੇ ਵਿੱਚੋਂ ਆ, ਵਿਦਰੋਹ ਦੇ ਵਿੱਚੋਂ। ਇਹਨਾਂ ਨੇ ਤੁਹਾਡੇ ਅਗੇਂਸਟ ਵਿਦਰੋਹ 'ਚ ਹੀ ਇਹਨਾਂ ਨੂੰ ਇੰਜੋਏ ਕਰਦੇ ਆ। ਤੁਸੀਂ ਉੱਥੇ ਚੱਲ ਜਾਓ, ਪੂਰਾ ਇੰਜੋਏ ਕਰ ਰਹੇ ਆ। ਮੈਂ ਕਈ ਵਾਰੀ ਮੇਰੇ ਉੱਥੇ ਭਤੀਜੇ ਆ, ਉਹਨਾਂ ਨਾਲ ਫੋਨ ਤੇ ਲੱਗਦਾ ਫੇਸਬੁੱਕ ਤੇ ਸੱਚਾ ਜਿਹੜਾ ਫੋਨ ਤੇ ਫੋਟੋ ਵਾਲਾ ਕੰਮ ਜੇ ਇੱਥੇ ਮੈਂ ਕਰਦਾ ਨਾ, ਲੋਕੀ ਪੂਰਾ ਇੰਜੋਏ ਕਰ ਰਹੇ। ਲੋਕਾਂ ਨੇ ਤਾਂ ਉੱਥੇ ਮੰਨ ਲਓ ਵਿਦਰੋਹ ਹੀ ਆਪਣੇ ਜੇ ਵਿਦਰੋਹ ਜਿੰਨੀ ਜਾਨ ਭਰਦਾ ਨਾ, ਉਨੀ ਕੋਈ ਚੀਜ਼ ਆਪਣੇ 'ਚ ਜਾਨ ਹੀ ਨਹੀਂ ਭਰਦੀ। ਬਿਲਕੁਲ ਮਰਜ਼ੀ ਹੋ ਜਾਏ, ਆਪਾਂ ਨੂੰ ਕਿਸੇ ਐਸਟੈਬਲਿਸ਼ਮੈਂਟ ਦੇ ਅਗੇਂਸਟ ਖੜਨਾ ਪਵੇ, ਆਪਾਂ ਮਿੰਟ 'ਚ ਖੜ ਜਾਂਦੇ, ਕਿਉਂਕਿ ਆਪਣੇ 'ਚ ਉਹ ਇੱਕ ਬਲੱਡ ਹੈ ਆਪਣੇ ਦੇ ਵਿੱਚ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਇਹ ਗੱਲ ਤਾਂ ਕਲੀਅਰ ਹੋ ਗਈ ਹੈ। ਪਹਿਲਾਂ ਤਾਂ ਐਕਸਕਿਊਜ਼ ਇਹ ਦਿੱਤਾ ਜਾ ਰਿਹਾ ਸੀ ਕੱਲਾ ਪੰਜਾਬ ਵਾਲੇ ਕਿਉਂ ਰੌਲਾ ਪਾਉਂਦੇ ਆ, ਹੋਰ ਨਹੀਂ ਕੋਈ ਬੋਲਦਾ। ਖੈਰ ਉਹ ਹੁਣ ਠੁੱਸ ਹੋ ਗਈ ਹੈ, ਸਾਰਾ ਇੰਡੀਆ ਹੀ ਚੱਲ ਪਿਆ। ਗੱਲ ਇਹ ਹੈ, ਉਸ ਇਕੱਠ ਦੇ ਵਿੱਚ ਬੜੇ ਬੜੇ ਲਾਇਰ, ਵਕੀਲ, ਇਕੋਨੋਮਿਸਟ, ਬਹੁਤ ਤਰ੍ਹਾਂ ਦੇ ਲੋਕ ਫਿਰਦੇ ਆ। ਤੇ ਗੱਲ ਇਹ ਹੈ, ਜੇ ਮੈਂ ਇੱਥੇ ਤੁਹਾਡੇ ਰੇਡੀਓ ਤੇ ਬਹਿ ਕੇ ਕਹਾਂ ਬਈ ਗਿੱਲ ਬਾਈ, ਉਹਨਾਂ ਨੂੰ ਤਾਂ ਇੰਨੀ ਦੁਨੀਆ ਨੂੰ ਕੋਈ ਅਕਲ ਹੀ ਹੈ ਨਹੀਂ, ਉਹ ਤਾਂ ਕਮਲੇ ਆ, ਉਹਨਾਂ ਨੂੰ ਤਾਂ ਪੜ੍ਹਨਾ ਹੀ ਨਹੀਂ ਆਇਆ, ਉਹ ਤਾਂ ਮੂਰਖ ਹੈ। ਇਹਦੇ ਰੀਜ਼ਨ 2-3 ਹੀ ਹੋ ਸਕਦੇ ਆ। ਜੇ ਸਰਬਜੀਤ ਸਿੰਘ ਇਹੋ ਜਿਹੀਆਂ ਗੱਲਾਂ ਕਰੂਗਾ ਨਾ, ਜਾਂ ਤੇ ਸਰਬਜੀਤ ਬਹੁਤ ਤਕੜਾ ਇਕੋਨੋਮਿਸਟ ਆ, ਸਾਰੀ ਇੰਡੀਆ ਚੋਂ ਟੌਪ ਤੇ ਆ, ਜਿਹੜੇ ਇਕੱਲੇ ਸਰਬਜੀਤ ਹੀ ਸਮਝ ਆਉਂਦਾ ਹੈ, ਜਾਂ ਫਿਰ ਸਰਬਜੀਤ ਸਿੰਘ ਟੁਕੜਬੋਚ ਆ ਤੇ ਜਾਂ ਪਾਗਲ ਹੋ ਗਿਆ। ਦੂਸਰੀ ਗੱਲ ਦੇਖੋ ਜੀ, ਗੱਲ ਇਹ ਹੈ, ਤੁਮ ਗਵਾਹ ਕਹਿੰਦੇ ਹੁੰਦੇ ਆ ਚੁਸਤ ਤੇ ਮੁਦਈ ਸੁਸਤ। ਤੋਮਰ ਖੁਦ ਮੰਨ ਰਿਹਾ ਮੀਟਿੰਗ ਚੋਂ ਆ ਕੇ ਵੀ 5-6 ਪੁਆਇੰਟ ਇਹੋ ਜਿਹੇ ਹੈਗੇ ਆ ਜਿਹੜਾ ਸਟਿਕਿੰਗ ਆਊਟ ਆ, ਜਿਨ੍ਹਾਂ ਤੇ ਗੱਲ ਕਰਨੀ ਬਣਦੀ ਹੈ। ਪਰ ਕੁਝ ਲੋਕ ਇਹ ਵੀ ਉਹ ਇਧਰੋਂ ਫੁੱਲ ਗੋਲਡ ਪਲੇਟਡ ਕਿਹਾ ਜਾ ਰਿਹਾ ਵੀ ਉਹਦੇ ਵਿੱਚ ਨੁਕਸ ਹੀ ਨਹੀਂ। ਉਹ ਜਿਨ੍ਹਾਂ ਨੇ ਬਣਾਇਆ ਉਹ ਖੁਦ ਮੰਨ ਰਿਹਾ ਵੀ ਇਹਦੇ ਵਿੱਚ ਨੁਕਸ ਹੈਗੇ ਆ। ਔਰ ਅਖੀਰ ਤੇ ਮੈਂ ਗੱਲ ਇੱਕ ਕਰਨੀ ਚਾਹੁੰਦਾ ਜੀ, ਬੜੀ ਗੱਲ ਦੁਹਰਾਈ ਜਾ ਰਹੀ ਆ, ਉਹ ਚੇਂਜ ਕਰਨਾ ਚਾਹੀਦਾ, ਚੇਂਜ ਹੋਣਾ ਚਾਹੀਦਾ, ਬਿਲਕੁਲ ਚੇਂਜ ਹੋਣਾ ਚਾਹੀਦਾ, ਪਰ ਚੇਂਜ ਫॉर ਦੀ ਬੈਟਰ, ਨਾਟ ਫॉर ਦੀ ਵਰਸ। ਚੇਂਜ ਕਰੋ ਤਾਂ ਚੰਗੇ ਲਈ ਚੇਂਜ ਹੋਵੇ, ਨਾ ਕਿ ਬੁਰੇ ਲਈ। ਥੈਂਕ ਯੂ ਬਾਈ ਜੀ। ਧੰਨਵਾਦ ਜੀ ਸਰਬਜੀਤ ਸਿੰਘ ਜੀ, ਥੈਂਕ ਯੂ।